ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਆਪਣੇ ਸਮੇਂ ਮੁਤਾਬਕ ਪਹੁੰਚ ਜਾਈਦਾ ਜੀ। ਦੇਖੋ ਗੱਲ ਇਹ ਆ ਕਿ ਵੀ ਦਿਨੋਂ ਦਿਨ ਸਮਾਂ ਇੱਦਾਂ ਲੰਘਦਾ ਵੀ ਜੇ ਕੱਲ੍ਹ 2022 ਚੜ੍ਹਦਾ ਫਿਰਦਾ ਸੀ। ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਅਪ੍ਰੈਲ ਮਹੀਨਾ ਵੀ ਆ ਗਿਆ। ਹੁਣ ਆਪਾਂ ਅਪ੍ਰੈਲ ਵਾਲੀ ਵਿਸਾਖੀ ਦੀਆਂ ਤਿਆਰੀਆਂ ਕਰਨ ਲੱਗ ਪਏ ਹਾਂ, ਅਤੇ ਲੰਘਦਿਆਂ ਮੁੜ ਕੇ ਐਂ ਜਾਂ ਆਪਣਾ ਵੀ ਉਹ ਤੁਹਾਡਾ ਭਲਾ ਅੱਧਾ ਸਾਲ ਲੰਘ ਗਿਆ। ਅਤੇ ਇਹ ਜਿਹੜਾ ਜਿਸ ਹਿਸਾਬ ਨਾਲ ਟਾਈਮ ਲੰਘਦਾ ਜਾਂਦਾ, ਇੱਥੋਂ ਆਪਾਂ ਇੱਕ ਚੀਜ਼ ਦਾ ਅੰਦਾਜ਼ਾ ਲਾਈਏ ਕਿ ਸਰਕਾਰਾਂ ਜਦੋਂ ਇਹ ਕਹਿੰਦੀਆਂ ਵੀ ਸਾਡੇ ਕੋਲ 5 ਸਾਲ ਨੇ, 5 ਸਾਲ ਤਾਂ ਗਏ ਹੀ ਹੁੰਦੇ ਆ। ਇਸ ਕਰਕੇ ਜੇ ਹੁਣ ਤੋਂ ਹੀ ਲਗਾਤਾਰ ਸਹੀ ਤਰੀਕੇ ਨਾਲ ਕੰਮ ਹੋਣ ਲੱਗ ਪਏ ਫਿਰ ਤਾਂ ਆਸ ਉਮੀਦ ਹੁੰਦੀ ਆ, ਨਹੀਂ ਤਾਂ ਫਿਰ ਬਾਕੀ ਤੁਹਾਨੂੰ ਪਤਾ ਹੀ ਆ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ, ਇਹਨਾਂ ਦੀ ਸਲਾਹ ਵੀ ਲੈ ਲੈਣੀ। ਕੀ ਕਹਿੰਦੇ ਬਾਠ ਸਾਹਿਬ? ਚੜ੍ਹਦੀ ਕਲਾ ਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਹਾਂਜੀ, ਮੈਂ ਤਾਂ ਲੱਭਦਾ ਰਿਹਾ, ਮੈਂ ਕਿਹਾ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ, ਕਿਤੇ ਲਾਈਵ ਕਾਰਵਾਈ ਚੱਲਦੀ ਸੀ, ਬੜੇ ਬੰਦੇ ਬੈਠੇ, ਬਹੁਤੇ ਤੁਹਾਡੇ ਵਰਗੇ ਸੀਗੇ ਵੀ ਭਰਾ ਵੀ ਕਿਤੇ ਬੈਠਾ ਹੋਵੇਗਾ। ਪਤਾ ਕੀ ਗੱਲ ਹੈ, ਹੁਣ ਮੈਂ ਵਿਧਾਨ ਸਭਾ 'ਚ ਹੀ ਜਾਣਾ। ਆਹ ਵੀ ਕਿਉਂਕਿ ਆ ਜਿੱਦਾਂ ਦੇ ਆਪ ਵਾਲਿਆਂ ਨੇ ਰਾਜ ਸਭਾ ਮੈਂਬਰ ਬਣਾਏ, ਉਸ ਤੋਂ ਬਾਅਦ ਮੈਨੂੰ ਲੱਗਾ ਵੀ ਨਹੀਂ ਉਹ ਕੰਮ ਜ਼ਿਆਦਾ ਵਧੀਆ। ਲੈ ਫਿਰ ਸੋਚ ਛੋਟੀ ਰਹੇ, ਮੈਂ UN 'ਚ ਭੇਜਣ ਨੂੰ ਫਿਰਦਾ ਹੀ। ਨਹੀਂ ਉੱਧਰ ਨਹੀਂ ਜਾਣਾ, ਕਿਉਂਕਿ ਮੈਂ ਕਿਹਾ ਜੇ ਗੱਲਾਂ ਹੀ ਕਰਨੀਆਂ ਵੱਡੀਆਂ ਕਰਦੇ। ਰੌਲਾ ਆ ਵੀ UN ਦਾ ਕਿਸੇ ਨੂੰ ਪਤਾ ਲੱਗਣਾ, ਇੱਥੇ ਤੇ ਪਤਾ ਲੱਗਦਾ ਹੋ ਜਾਣਾ 4 ਦਿਨ ਰੌਲਾ। ਤੇ ਆਹ ਕਿਹੜੇ ਬੰਦੇ ਭੇਜੇ ਆ? ਨਹੀਂ ਮੈਨੂੰ ਇਹ ਗੱਲ ਸੁਣੋ, ਜੇ ਪਤਾ ਲੱਗ ਜਾਂਦਾ ਤਾਂ ਫਿਰ ਐਤਕੀ ਲੋਕ ਇਹ ਕਦੋਂ ਪੁੱਛਦੇ ਸੀ ਪਹਿਲੇ ਕਿਹੜੇ ਉਹ ਦੱਸ ਦਿਓ। ਵੈਸੇ ਗੱਲ ਹੀ ਆ। ਨਹੀਂ ਚਲੋ ਇਹ ਵੇਖੋ ਕਾਰਨ ਆ ਵੀ ਉਹ ਤਾਂ ਉਦੋਂ ਲਾਈ ਸੀ ਨਾ ਡੈਰੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ। ਉਹਨਾਂ ਦੀ ਡੈਰੀ ਦਾ ਤਾਂ ਚਲੋ ਪਤਾ ਨਹੀਂ। ਇਹ ਭਗਵੰਤ ਮਾਨ ਸਾਹਿਬ ਕਹਿੰਦੇ ਮੇਰੇ ਕੋਲ ਲਾਲ ਨਹੀਂ ਹਰੀ ਡੈਰੀ ਹੈ, ਇਹਦੇ 'ਚ ਲੋਕਾਂ ਦੇ ਕੰਮ ਹੋਣਗੇ। ਮੈਂ ਨਾ ਵੀ ਆਪਾਂ ਉਹਦੇ ਨਾਲ 10 ਕਾਲੀ ਇੱਕ ਕਾਪੀ ਲਾ ਲਈਏ, ਉਹਦੇ 'ਤੇ ਲਿਖਦੇ ਜ਼ਰੂਰ ਰਹੀਏ ਵੀ ਭਾਈ ਸਾਹਿਬ ਠੀਕ ਹੈ, ਤੁਸੀਂ ਆਹ ਗਰੰਟੀਆਂ ਦੇ ਕੇ ਆਹ ਕੰਮ ਕਰਨ ਦੇ ਲਈ ਤਾਂ ਆਏ ਹੋ, ਪਰ ਨਾਲ ਉਹ ਕੰਮ ਵੀ ਹੈਗੇ ਆ ਜਿਹੜੇ ਨੋਟ ਅਸੀਂ ਕਰੀ ਜਾਂਦੇ ਹਾਂ, ਅਤੇ ਬਾਅਦ ਦੇ ਵਿੱਚ ਉਹਨਾਂ ਦੀ ਗੱਲ ਵੀ ਕਰਾਂਗੇ, ਹੈ ਨਾ। ਜਿਉਂ ਰਾਜ ਸਭਾ ਮੈਂਬਰਾਂ ਤੋਂ ਸ਼ੁਰੂ ਹੋ ਕੇ ਅਤੇ ਹੁਣ ਟਰੱਕਾਂ ਵਾਲਾ ਰੌਲਾ ਵੀ ਪਿਆ। ਸੰਧਾਲੀਆ ਸਾਹਿਬ ਤੁਸੀਂ ਕਾਪੀ ਦਾ ਜ਼ਿਕਰ ਕੀਤਾ। ਕਾਪੀ ਮੈਨੂੰ ਹੁਣ ਚੇਤਾ ਆਉਂਦਾ ਕਿ ਰੁਪਈਆਂ 5 ਦੀ ਹੁੰਦੀ ਸੀ, ਜੇ ਇਹਨੂੰ 10 ਵਾਲੀ ਮਿਲ ਜਾਣੀ ਉਹਦਾ ਕਮਾਲ ਹੀ ਹੋਣੀ। ਜਦੋਂ ਕਾਪੀ ਉੱਥੋਂ ਖਰੀਦਣੀ ਨਾ, ਉਹਦੇ ਵਰਕੇ ਤਾਂ ਹੱਥ ਮਾਰ ਕੇ ਦੇਖਣਾ, ਮੁਲਾਇਮਾਂ ਵਰਕਾ ਕਈ ਹੁੰਦੇ ਸੀ, ਕਈ ਮੁਲਾਇਮ ਹੁੰਦੇ ਸੀ ਵਰਕੇ, ਕਈ ਖੁਰਦਰੇ ਵਰਕੇ ਹੁੰਦੇ ਸੀਗੇ ਉਹਦੇ। ਵੈਸੇ ਗੱਲ ਹੀ ਕੀਤੀ ਆ, ਠੀਕ ਸੁਭਾਅ ਦੀ ਗੱਲ ਹੁੰਦੀ। ਫਿਰ ਦੇਖੋ ਉਹਦੇ ਵਿੱਚ ਵੀ ਕਿੰਨੀਆਂ ਵੰਨਗੀਆਂ ਹੁੰਦੀਆਂ ਸੀ। ਲਕੀਰੀ ਕਾਪੀ, ਡੱਬਿਆਂ ਵਾਲੀ ਕਾਪੀ, ਸਾਫ਼ ਕਾਪੀ ਵੀ ਹੁੰਦੀ ਸੀ, ਫਿਰ ਮਿਕਸ ਕਾਪੀ ਹੁੰਦੀ ਸੀ। ਉਹਦੇ 4 ਪੇਜ ਅੰਗਰੇਜ਼ੀ ਵਾਲੀਆਂ 4 ਲਾਈਨਾਂ ਵਾਲੇ, ਫਿਰ 4 ਪੇਜ ਜਿਹੜੇ ਦੋਹਾਂ ਵਾਲੇ, ਫਿਰ 4 ਡੱਬਿਆਂ ਵਾਲੇ, 4 ਸਾਫ਼ ਹੁੰਦੇ ਸੀ। ਹੁਣ ਤਾਂ ਚਲੋ ਨਿਆਣਿਆਂ ਦੇ ਕੋਲੇ ਬਹੁਤ ਕੁਛ ਆ, ਨਹੀਂ ਤਾਂ ਉਦੋਂ ਜਿਲਦਾਂ ਚਾੜਨੀਆਂ ਕਿ ਭਾਈ ਇਹ ਚੰਗੀਆਂ ਰਹਿਣ। ਪਰ ਤੁਹਾਡੇ ਵਰਗੇ ਜਿਹੜੇ ਕਈ ਨਿਆਣੇ ਹੁੰਦੇ ਸੀ, ਉਹਨਾਂ ਦਾ ਕੰਮ ਹੁੰਦਾ ਇੱਧਰੋਂ ਫੜ ਕੇ ਜਿਉਂ ਦੂਜੇ ਦੇ ਸਿਰ 'ਚ ਆਪਣੀ ਕਾਪੀ ਪਾੜ ਲੈਣੀ, ਅਗਲੇ ਦਾ ਸਿਰ। ਨਹੀਂ ਕਾਪੀ ਨਾਲ ਸਿਰ ਥੋੜ੍ਹਾ ਪਾੜਦਾ ਗੱਲ ਸ਼ੁਰੂ ਜ਼ਰੂਰ ਹੁੰਦੀ ਉੱਥੋਂ। ਉਦੋਂ ਬਾਅਦ ਸਿਰ ਪਾਟਣ ਤੱਕ ਗੱਲ ਚਲੇ ਜਾਂਦੀ। ਪਰ ਇੱਕ ਗੱਲ ਤਾਂ ਹੈਗੀ, ਮੈਨੂੰ ਇਹ ਯਾਦ ਆਇਆ ਇਹਦੇ ਤੋਂ ਤੁਹਾਡੀ ਇਸ ਗੱਲ ਤੋਂ, ਜਦੋਂ ਇਹ ਕਾਪੀਆਂ ਵਾਲਾ ਕੰਮ ਸੀ ਉਦੋਂ ਸਕੂਲੇ ਲਾ ਲਿਆ ਕਹਿੰਦੇ ਵੀ ਬਾਲ ਪੈਨ ਨਾਲ ਕਿਸੇ ਨੇ ਨਹੀਂ ਲਿਖਣਾ, ਸਿਆਹੀ ਵਾਲਾ ਪੈਨ ਯੂਜ਼ ਕਰਨਾ। ਮੈਂ ਠੀਕ ਹੈ ਜੀ ਕਰ ਲੈਂਦੇ ਹੈ ਨਾ। ਹੁਣ ਉਹ ਇੱਕ ਤਾਂ ਹੁੰਦਾ ਸੀ ਉਹ ਜਿਹੜਾ ਬੋਕੀ ਜੀ ਨਾਲ ਭਰਨ ਵਾਲਾ, ਇੱਕ ਹੁੰਦਾ ਪੂਰਾ ਖੋਲ ਕੇ ਉਹ ਪਿਚਕੂ ਜਿਹਾ ਹੁੰਦਾ ਹੈ ਵੀ ਵਾਹ ਇੱਕ ਤਰ੍ਹਾਂ ਦੱਬਿਆ ਦੇ ਨਾਲ ਹੀ ਉਹ ਸਾਰਾ ਕੁਛ ਬੋਕੇ, ਹੈ ਨਾ। ਹੁਣ ਉਹ ਭਰ ਕੇ ਅਤੇ ਆਪਣਾ ਵੀ ਖੁਸ਼ ਕੱਤ ਲਿਖਾਈ ਚਾਹੀਦੀ। ਹੁਣ ਉਹਦੀ ਨਿੱਭ ਹੁੰਦੀ ਤਿੱਖੀ ਜੀ, ਕਾਪੀ ਮਾੜੀ। ਹੁਣ ਹੌਲੀ ਮੈਂ ਲਿਖਾਂ ਵੀ ਚਲੋ ਯਾਰ ਗੱਲ ਬਣੇ, ਬੜੇ ਔਖੇ ਹੋ ਗਏ। ਇੱਕ ਪੇਜ ਲਿਖਿਆ ਵੀ ਲੈ ਵੀ ਅੱਜ ਤੇ ਵੈਰੀ ਗੁੱਡ ਲੈਣੀ ਹੈ ਜਾ ਕੇ। ਮੁਸ਼ਕਿਲ ਇਹ ਜਾਪੀ ਵੀ ਜਦੋਂ ਉੱਥੇ ਜਾ ਕੇ ਵੇਖਿਆ ਤਾਂ ਮੈਂ ਈਵਨ ਉਹਨੂੰ ਉਦੋਂ ਹੀ ਪਤਾ ਲੱਗ ਗਿਆ ਵੀ ਗੇਮ ਮੇਰੇ ਨਾਲ ਕੀ ਹੋਈ ਹੈ, ਕਿਉਂਕਿ ਵਰਕਾ ਹੀ ਇੰਨਾ ਮਾੜਾ ਸੀ ਵੀ ਉਨੀ ਸਹੀ ਇਸ ਪਾਸੇ ਨਹੀਂ ਨਜ਼ਰ ਆਉਂਦੀ ਜਿੰਨੀ ਦੂਜੇ ਪਾਸੇ ਨਜ਼ਰ। ਸੰਧਾਲੀਆ ਸਾਹਿਬ ਇੱਕ ਹੋਰ ਕੰਮ ਵੀ ਹੁੰਦਾ ਉਹਦੇ ਨਾਲ, ਜਾਣੀ ਤੁਹਾਡੇ ਵਰਗੇ ਬੰਦੇ ਦਾ ਕੰਮ ਹੁੰਦਾ, ਜੇ ਮੇਰੇ ਵਰਗੇ ਨਾਲ ਲੜ ਪਏ ਵੀ ਉਹਨੂੰ ਐਂ ਧੌਣ 'ਚ ਫਸਾ ਕੇ 4 ਘਸੁੰਨ ਮਾਰ ਕੇ ਤਾਂ ਰੋਂਦਾ ਰਿਹਾ ਘਰ ਨੂੰ ਚਲ ਜਾਣਾ। ਮੇਰੇ ਅੱਗੇ ਹੋਰ ਕੁਝ ਨਹੀਂ ਹੁੰਦਾ ਸੀ। ਜੇ ਸਿਆਹੀ ਵਾਲਾ ਪੈਨ ਹੋਵੇ ਤਾਂ ਐਂ ਕਰਕੇ ਸਿਆਹੀ ਪਾ ਕੇ ਦੌੜ ਜਾਣਾ ਵੀ ਹੁਣ ਬੜੀ ਉਹ ਵੀ ਅੱਗੋਂ ਦੀ ਨਹੀਂ ਮਾਰਨੀ, ਪਿਛਲੇ ਪਾਸੇ ਬੈਠੇ ਆ ਜਾਂਦਿਆਂ ਸਾਰੀ ਛੁੱਟੀ ਵੇਲੇ ਸੁੱਟ ਕੇ ਉਦੋਂ ਨਿਕਲ ਜਾਣਾ, ਹੈ ਨਾ। ਇਹ ਵੀ ਇੱਕ ਲੜਾਈ ਹੈ। ਲੜਾਈ ਹੈ। ਚਲੋ ਖੈਰ ਇਹ ਤਾਂ ਜਵਾਕਾਂ ਵਾਲਾ ਕੰਮ ਆ। ਆਪਾਂ ਹੁਣ ਖਬਰਾਂ ਵਾਲੇ ਪਾਸੇ ਆਈਏ। ਖਬਰਾਂ ਵਾਲੇ ਪਾਸੇ ਜੇ ਆਉਣਾ ਹੀ, ਇੱਕ ਕੱਲ੍ਹ ਦਾ ਬੜੇ ਮੈਸੇਜ ਆਇਆ, ਉਹ ਕਹਿੰਦੇ ਯਾਰ ਤੁਸੀਂ ਡਿਸਕਲੇਮਰ ਕੱਲ੍ਹ ਦਿੱਤਾ ਸੀ, ਬਹੁਤ ਇਹਨੂੰ ਸਮਝ ਨਹੀਂ ਆਇਆ। ਨਹੀਂ ਸਮਝਾ ਦਿੰਦੇ ਆ। ਆਉਂਦੀ ਉਹ ਦੱਸਦੀ ਆਪਾਂ ਫਿਰ ਵੀ। ਨਹੀਂ ਦੇਖੋ, ਸਵਾਰੀ ਸਮਾਨ ਦੀ ਜਿਹੜੀ ਆਪ ਜ਼ਿੰਮੇਵਾਰ ਹੈ, ਆਪਣੇ ਸਮਾਨ ਦੀ। ਅਸੀਂ ਉਹੀ ਗੱਲ ਕਰਦੇ ਹੁੰਦੇ ਕਿ ਭਾਈ ਜੋ ਅਸੀਂ ਇੱਥੇ ਕਹਿੰਦੇ ਹਾਂ, ਜੋ ਅਸੀਂ ਇੱਥੇ ਬੋਲਦੇ ਹਾਂ, ਜੋ ਅਸੀਂ ਬੋਲਦੇ ਹਾਂ, ਅਸੀਂ ਉਹਦੇ ਜ਼ਿੰਮੇਵਾਰ ਹਾਂ। ਮਤਲਬ ਇਹ ਹੋ ਗਿਆ ਵੀ ਕਿਸੇ ਵੇਲੇ ਬੰਦਾ ਕਹਿੰਦਾ ਯਾਰ ਉਹ ਫਲਾਨੀ ਗੱਲ ਫਲਾਨੇ ਕਹਿਤੀ ਹੁਣ ਫਲਾਨੀ ਕਹਿਣ ਨੂੰ, ਤੇ ਹੁਣ ਮੰਨ ਲਓ ਕੱਲ੍ਹ ਨੂੰ ਮੋਦੀ ਸਾਹਿਬ ਕਹਿ ਦੇਣ ਵੀ ਆਹ ਗੱਲ ਇੱਦਾਂ, ਤੇ ਆਪਾਂ ਨੂੰ ਕਹੇ ਲੈ ਤੁਸੀਂ ਇੰਡੀਆ ਦੇ ਨਹੀਂ ਹੈਗੇ, ਹੈ ਨਾ। ਇੱਦਾਂ ਥੋੜ੍ਹਾ ਹੁੰਦਾ ਵੀ ਮਤਲਬ ਜਿਹੜਾ ਬੰਦਾ ਜਿਹੜੀ ਗੱਲ ਕਰਦਾ ਉਹ ਤੇ ਉਨੇ ਕੁ ਦੀ ਜ਼ਿੰਮੇਵਾਰੀ ਚੁੱਕ ਸਕਦਾ। ਮੁੱਖ ਦੀ ਗੱਲ ਇਹ ਆ ਵੀ ਆਹ ਕੱਪ ਆ, ਇਹ 'ਚ ਅੱਜ ਚਾਹ ਹੈਗੀ ਆ, ਉਹ ਕੱਪ ਹਾਂਜੀ ਅੱਜ ਹੈਗੀ ਆ, ਤੇ ਜੇ ਉਹ ਕੱਪ ਆ ਉਹ 'ਚ ਵੀ ਚਾਹ ਆ, ਜੇ ਉਹ ਡੋਲਦਾ ਬੰਦਾ ਤਾਂ ਮੇਰੀ ਜ਼ਿੰਮੇਵਾਰੀ ਕੋਈ ਨਹੀਂ। ਮਤਲਬ ਆਪੋ ਆਪਣੀ ਜ਼ਿੰਮੇਵਾਰੀ, ਚਾਹੇ ਬੈਠੇ ਇਕੱਠੇ ਹੀ ਆ। ਮਤਲਬ ਤੁਸੀਂ ਵੇਖੋ, ਮੈਂ
ਮੈਂ ਨਾ ਵੈਸੇ ਆ ਕਰ ਹੀ ਦਿਆਂ ਲੋ ਜਿਵੇਂ ਨਹੀਂ, ਪਰ ਮੈਂ ਨਹੀਂ ਨਾ ਕਰ ਸਕਦਾ ਇਹ ਤੋਂ ਆ ਜਿਵੇਂ ਜੇ ਮੈਂ ਇਹਨਾਂ ਦੱਸ ਦੇਣਾ, ਮੈਂ ਆਵਾਜ਼ ਕੱਢ ਕੇ ਦੱਸ ਦੇਣਾ, ਓਹੋ ਮੈਂ ਕਿਹਾ ਜੀ ਪਤਾ ਲੱਗ ਜਾ ਹੈਗੀ ਆ, ਨਾਲੇ ਬਹਾਨੇ ਨਾਲ ਚਾਹ ਪੀ ਲਈ। ਚਲੋ ਇਹ ਤੇ ਹੁਣ ਹਿਸਾਬ ਇਹਦੇ ਨਾਲ ਬਾਅਦ ਚ ਕਰਾਂਗੇ। ਇਹ ਚਾਹ ਆਈ ਕਿੱਥੋਂ ਹੈ ਜਿਹੜੀ ਇਕੱਲੀ ਇਸੇ ਬੰਦੇ ਕੋਲ ਹੀ ਹੈ ਚਾਹ? ਹਾਂ ਨਹੀਂ ਚਲੋ ਚਲੋ ਕੋਈ ਨਹੀਂ। ਅੱਛਾ ਆਪਾਂ ਖਬਰਾਂ ਵਾਲੇ ਪਾਸੇ ਆ ਜਾਈਏ। ਕਿਹੜੇ ਕੰਮ 'ਚ ਮੈਂ ਬਾਠ ਸਾਹਿਬ ਵੇਖੋ ਇਹਨਾਂ ਕੰਮਾਂ ਦੇ ਪੈਸੇ ਨਹੀਂ ਦਿੰਦਾ ਆਪਾਂ ਨੂੰ ਚੈਨਲਾਂ ਦਾ ਵੀ ਵੀਰ ਕੰਮ ਕਰਨਾ ਹੈ। ਕੰਮ ਕਰਨਾ ਹੈ, ਚਲੋ ਕੰਮ ਕਰਦੇ ਆ। ਸੰਧਾਲੀਆ ਸਾਹਿਬ MLA ਚੁਣੇ, MP ਨਹੀਂ ਚੁਣੇ। ਸੰਧਾਵਾਲੀਆ ਸਾਹਿਬ MLA ਚੁਣੇ ਯਾਰ, ਕਿਤੇ ਆਹ ਲੈਣ ਤੇ ਹੈ। ਹਾਂ ਵੀ ਬਾਅਦ ਚ ਵਿੱਚ ਉੱਪਰ ਅੱਗੇ ਲਿਖਦੇ ਨੇ ਸੁਪਨਾ ਆਇਆ ਸੰਧਾਲੀਆ ਸਾਹਿਬ MLA ਚੁਣੇ। ਹੁਣ MLA ਤੇ MP ਚੁਣੇ, ਕਈ ਵਾਰੀ ਨਾ ਬੜਾ ਖੜਕਾ ਦੜਕਾ ਹੁੰਦਾ ਵਿਧਾਨ ਸਭਾਵਾਂ ਦੇ ਵਿੱਚ, ਲੋਕ ਸਭਾ ਦੇ ਵਿੱਚ ਖੜਕਾ ਦੜਕਾ, ਕੋਈ ਬਾਈਕਾਟ ਕਰਕੇ ਬਾਹਰ ਆ ਗਿਆ, ਕੱਪੜੇ ਪਾੜੇ ਇੱਕ ਦੂਜੇ ਦੇ, ਕਾਗਜ਼ ਮਾਰੇ, ਫਿਰ ਇਹ ਵੀ ਚਰਚਾ ਕੇਰੀ ਚੱਲਦੀ ਹੁੰਦੀ, ਇਹਨੂੰ ਪੈਸੇ ਵੱਧ ਦੇ ਦਿੱਤੇ, ਇੱਥੇ ਗਰਾਂਟਾਂ ਨਹੀਂ ਦਿੱਤੀਆਂ। ਆਪਣੇ ਕੋਲੇ ਨਾ ਇੱਕ ਬਹੁਤ ਵੱਡਾ ਸਬਕ ਹੈ। ਆਪਣਾ ਗੁਆਂਢ ਦੇ ਵਿੱਚ ਇੱਕ ਦੇਸ਼ ਹੈ ਸ਼੍ਰੀਲੰਕਾ, ਜਾਣੀ ਅਸੀਂ ਨਹੀਂ ਕਹਿੰਦੇ, ਇੱਕ ਇੱਧਰਲੇ ਪਾਸੇ ਦੇਸ਼ ਹੈ ਪਾਕਿਸਤਾਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ, ਉਹ ਅੱਜ ਕੱਲ੍ਹ ਕਈ ਕੁਛ ਕਹਿੰਦੇ ਆ ਜੀ ਭਾਰਤ ਦੇ ਪਾਸਪੋਰਟ ਦੀ ਇੱਜ਼ਤ ਹੈ, ਰਿਸਪੈਕਟ ਹੈ, ਅਸੀਂ ਠੂਠਾ ਫੜ ਕੇ ਇੱਧਰ ਉੱਧਰ ਘੁੰਮਦੇ ਫਿਰਦੇ ਹਾਂ ਵੀ, ਜਾਣੀ ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਭਾਰਤ ਵੱਲ ਦੇਖੋ, ਸਾਡੇ ਵਿੱਚੋਂ ਹੀ ਲੰਘ ਕੇ ਗਿਆ ਨਾ ਉਹ ਦੇਸ਼, ਸਾਡੇ ਚੋਂ ਕੱਟਿਆ ਗਿਆ ਸੀ, ਉਹਦੇ ਅੱਜ ਕੀ ਹਾਲਾਤ ਨੇ ਤੇ ਅਸੀਂ ਆਪਣਾ ਦੇਸ਼ ਬਚਾ ਕੇ ਰੱਖਣਾ। ਫਿਰ ਸ਼੍ਰੀਲੰਕਾ, ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ ਕਿ ਅਸੀਂ ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰੀਏ, ਕਰਜ਼ ਲੈਣਾ ਪੈਂਦਾ ਉਹ ਵੀ ਲਈਏ, ਕੋਈ ਗੱਲ ਨਹੀਂ, ਪਰ ਅਸੀਂ ਇੰਨੇ ਨਿਰਭਰ ਨਾ ਹੋਈਏ, ਸਾਡੀਆਂ ਲੱਤਾਂ ਆਪ ਭਾਰ ਝੱਲਣੀਆਂ ਚਾਹੀਦੀਆਂ, ਕਿਉਂਕਿ ਆਫਰਾਂ ਬਹੁਤ ਦਿੰਦੇ ਹੁੰਦੇ ਆ। ਸ਼੍ਰੀਲੰਕਾ ਦੇ ਵਿੱਚ ਕੋਵਿਡ ਦੇ ਦੌਰਾਨ ਹਾਲ ਇਹ ਹੋ ਗਿਆ ਕਿ ਉੱਥੇ ਟੂਰਿਸਟ ਬੜਾ ਆਉਂਦਾ ਸੀ, ਪੈਸਾ ਉਹ ਤੋਂ ਕਮਾਉਂਦੇ ਸੀ, ਟੂਰਿਸਟ ਆਉਣੋਂ ਹਟ ਗਿਆ, ਉਹਨਾਂ ਦੀ ਇਕਨੋਮੀ ਥੱਲੇ ਡਿੱਗ ਪਈ। ਇੱਕ ਮਹੀਨੇ ਦੇ ਵਿੱਚ 45% ਉਹਨਾਂ ਦੀ ਕਰੰਸੀ ਡਿੱਗ ਪਈ। 292 ਰੁਪਈਏ ਸ਼੍ਰੀਲੰਕਾ ਦੇ ਮਿਲਦੇ ਇੱਕ ਅਮਰੀਕਾ ਡਾਲਰ ਦੇ, 292। 150 ਰੁਪਈਏ ਦਾ ਬ੍ਰੈਡ ਦਾ ਪੈਕਟ ਹੋ ਗਿਆ, ਜਾਣੀ ਇੰਨੀ ਜ਼ਿਆਦਾ ਮਹਿੰਗਾਈ ਵੱਧ ਗਈ। ਘੱਟੋ ਘੱਟ 13 ਘੰਟੇ ਦੇ ਬਿਜਲੀ ਕੱਟ ਐਲਾਨ ਕੇ ਲਾ ਰਹੇ ਆ ਕਿ ਭਾਈ ਬਿਜਲੀ ਬਣਾਉਣ ਨੂੰ ਸਾਡੇ ਕੋਲੇ ਕੁਛ ਨਹੀਂ, ਕੋਲਾ ਹੈ ਨਹੀਂ, ਆਹ ਹੈ ਨਹੀਂ, 13 ਘੰਟੇ ਦਾ ਬਿਜਲੀ ਦਾ ਕੱਟ, ਸਟਰੀਟ ਲਾਈਟਾਂ ਬੰਦ ਕਰ ਦਿੱਤੀਆਂ, 100 ਰੁਪਈਏ ਨੂੰ ਚਾਹ ਦਾ ਕੱਪ ਹੋ ਗਿਆ। ਡੀਜ਼ਲ, ਪੈਟਰੋਲ, ਗੈਸ ਦੀ ਇੰਨੀ ਕਮੀ ਹੋ ਗਈ ਕਿ ਲੋਕ 10-10 ਘੰਟੇ ਕਤਾਰ 'ਚ ਲੱਗਦੇ ਆ। 6 ਬੰਦਿਆਂ ਦੀ ਮੌਤ ਹੋ ਚੁੱਕੀ ਆ ਕਤਾਰ ਦੇ ਵਿੱਚ ਲੱਗਿਆਂ ਦੀ। ਦੇਸ਼ ਅਰਬਾਂ ਡਾਲਰ ਦੇ ਕਰਜ਼ 'ਚ ਆ ਗਿਆ। ਤੇ ਸਭ ਤੋਂ ਮਾੜੀ ਗੱਲ ਜਿਹੜੀ ਹੈ ਕਿ ਕੁੱਲ ਜਿੰਨਾ ਕਰਜ਼ ਸ਼੍ਰੀਲੰਕਾ ਨੇ ਲਿਆ ਉਹਦਾ 65% ਚਾਈਨਾ ਦਾ ਆ। ਹੰਬਨ ਟੋਟਾ ਉਹਨਾਂ ਦਾ ਜਿਹੜਾ ਇੱਕ ਬੰਦਰਗਾਹ ਉਹ ਪਹਿਲਾਂ ਹੀ ਚੀਨ ਦੇ ਕਬਜ਼ੇ ਦੇ ਵਿੱਚ ਹੈ। ਹੁਣ ਇੰਨੇ ਮਾੜੇ ਹਾਲਾਤ ਹੋ ਗਏ ਸਰਕਾਰ ਦੇ ਕਿ ਉਹਨਾਂ ਦੇ ਕੋਲੇ ਨਿਆਣਿਆਂ ਦੇ ਪੇਪਰ ਲੈਣ ਨੂੰ ਨਾ ਤਾਂ ਸਿਆਹੀ ਸੀ, ਨਾ ਕਾਗਜ਼ ਸੀ ਕਿ ਭਾਈ ਉਹ ਆਪਾਂ ਛਪਵਾ ਕੇ ਉੱਤਰ ਕਾਪੀਆਂ, ਕੁਐਸਚਨ ਪੇਪਰ ਉਹਨੂੰ ਦੇ ਸਕਦੇ। 45 ਲੱਖ ਨਿਆਣਿਆਂ ਦੇ ਪੇਪਰ ਨਹੀਂ ਲਏ ਹੋਏ। ਹੁਣ ਜਦੋਂ ਇੱਥੇ ਤੱਕ ਹਾਲਾਤ ਆ ਗਏ, IMF ਤੋਂ ਪੈਸੇ ਮੰਗਣ ਲੱਗ ਪਏ, ਪਾਕਿਸਤਾਨ ਨੇ ਵੀ ਪੈਸੇ ਦਿੱਤੇ ਸ਼੍ਰੀਲੰਕਾ ਨੂੰ, ਯਾਨੀ ਕਿ ਸਾਡੇ ਆਲੇ ਦੁਆਲੇ ਆ, ਸਾਡੇ ਸਾਰੇ ਲੀਡਰ ਸੂਬਿਆਂ ਦੇ ਦੇਸ਼ ਦੇ ਸਤਿਕਾਰਯੋਗ ਨੇ। ਜਦੋਂ ਗੁਆਂਢ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਘਟਦੀਆਂ ਹੋਣ, ਉਹਦੇ ਤੋਂ ਬਾਅਦ ਬਹੁਤ ਸਿਰ ਧੋ ਕੇ ਆਪਸੀ ਲੜਾਈਆਂ ਛੱਡ ਕੇ ਦੇਸ਼ ਬਾਰੇ ਸੋਚਣਾ ਚਾਹੀਦਾ। ਇਹ ਬੜਾ ਜ਼ਰੂਰੀ ਆ। ਇਹ ਆਪਾਂ ਅੱਗੇ ਵੀ ਅਗਾਹ ਕਰਦੇ ਰਹੇ। ਹੁਣ ਦੇਖੋ ਸ਼੍ਰੀਲੰਕਾ ਦੇ ਇਹ ਹਾਲਾਤ ਬਣਨ ਤੋਂ ਬਾਅਦ ਇਹ ਗੱਲ ਤੇ ਬੜੀ ਕਲੀਅਰ ਕੱਟ ਹੈ ਵੀ ਚਾਈਨਾ ਦਾ ਰਾਹ ਸੌਖਾ ਹੋ ਗਿਆ। ਕਿਉਂਕਿ ਪਹਿਲਾਂ ਆਪਾਂ ਗੱਲ ਕਰਦੇ ਸੀ 20-22 ਦੇਸ਼, ਪਿਛਲੇ ਦਿਨੀ ਮੈਂ ਪੜ੍ਹਦਾ ਸੀ 20-22 ਨਹੀਂ, ਕੋਈ 65-66 ਦੇ ਕਰੀਬ ਜਾ ਕੇ ਦੇਸ਼ ਬਣਦੇ ਆ, ਛੋਟੇ ਛੋਟੇ ਵੱਡੇ ਵੱਡੇ, ਜਿਨ੍ਹਾਂ ਦੇ ਵਿੱਚੋਂ ਵੱਡਿਆਂ ਨੂੰ ਤੇ ਚਲੋ ਇਸ ਹਿਸਾਬ ਨਾਲ ਸੈੱਟ ਕੀਤਾ, ਤੇ ਛੋਟਿਆਂ ਦਾ ਤੇ ਕਈਆਂ ਦਾ ਇਹ ਹਿਸਾਬ ਤਾਂ ਹੈ ਕਿ ਜਿੰਨੀ ਕੁ ਉਹਨਾਂ ਦੀ GDP ਹੈ ਉਹ ਤੋਂ ਜ਼ਿਆਦਾ ਕਰਜ਼ ਇਕੱਲੇ ਚਾਈਨਾ ਦਾ ਹੀ ਦੇਣ ਵਾਲਾ। ਐਂਡ ਅਗਲੇ ਕਹਿੰਦੇ ਵੀ ਭਾਈ ਸਾਹਿਬ ਡਾਲਰ ਨਾਲ ਕੋਈ ਲੈਣਾ ਦੇਣਾ ਨਹੀਂ, ਸਾਡਾ ਯੂਆਨ ਹੈ, ਤੁਸੀਂ ਇਹਦੇ 'ਚ ਹਿਸਾਬ ਕਿਤਾਬ ਕਰਨਾ ਸਾਡੇ ਨਾਲ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਬਹੁਤਾ ਕਰਕੇ ਪੜ੍ਹਿਆ ਜਾਵੇ ਤੇ ਜਦੋਂ ਕੋਈ 2000 ਸ਼ੁਰੂ ਹੁੰਦਾ ਉਦੋਂ ਤੋਂ ਜ਼ਿਆਦਾ ਚਾਈਨਾ ਅਗਰੈਸਿਵ ਹੋਣਾ ਸ਼ੁਰੂ ਹੁੰਦਾ ਵੀ ਨਹੀਂ ਯਾਰ ਆਪਾਂ ਇਦਾਂ ਕਰਦੇ ਹਾਂ ਵੀ ਸੌਦਾ ਵਿਕੇ ਨਾ ਵਿਕੇ, ਜੇ ਕਿਸੇ ਨੂੰ ਰੁਪਈਆ ਧੇਲੀ ਚਾਹੀਦਾ ਤੇ ਦਿਓ। ਬੇਸਿਕਲੀ ਜਿਹਨੂੰ ਆਪਾਂ ਸ਼ਾਹੂਕਾਰਾ ਨਹੀਂ ਕਹਿੰਦੇ ਜੀ, ਇੱਕ ਹੁੰਦਾ ਪਿੰਡਾਂ ਵਾਲਾ ਸ਼ਾਹੂਕਾਰਾ, ਇੱਕ ਹੁੰਦਾ ਚਲੋ ਦੇਸ਼ ਵਾਲਾ ਸ਼ਾਹੂਕਾਰਾ, ਉਹ ਇੰਟਰਨੈਸ਼ਨਲ ਸ਼ਾਹੂਕਾਰਾ ਸ਼ੁਰੂ ਕਰ ਲਿਆ ਉਹਨੂੰ ਵੀ ਵੱਖ-ਵੱਖ ਦੇਸ਼ਾਂ ਨੂੰ ਨਿੱਕੇ ਨਿੱਕੇ ਕਰਜ਼ ਤੁਸੀਂ ਆਹ ਬਣਾ ਲਓ, ਚੱਲ ਆਹ ਕਰ ਲਓ, ਇੱਥੇ ਆਹ ਕਰ ਲਓ, ਆਹ ਕਰ ਲਓ। ਉਹ ਹੌਲੀ ਹੌਲੀ ਜਿਵੇਂ ਉਹਨੇ ਚਾਟੇ ਲਾਏ ਤੇ ਉਹਨਾਂ ਮੁਲਕਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਇੰਨਾ ਕੁ ਕਰਜ਼ ਲੈ ਬੈਠੇ ਉਹ ਵੀ ਚਾਈਨਾ ਤੋਂ ਜੀ ਵੀ ਕੱਲ੍ਹ ਨੂੰ ਅਗਲੇ ਬੰਦੇ ਜੋ ਮਰਜ਼ੀ ਕਹਿਣ ਉਹਨੂੰ ਮੰਨਣਾ ਪੈਣਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਆਪਾਂ ਵੀ ਆਪਣੀ ਜੇ ਭਾਰਤ ਦੀ ਮਾਰਕੀਟ ਦੀ ਗੱਲ ਕਰੀਏ, ਨਿੱਕੀ ਚੀਜ਼ ਚਾਈਨਾ ਦੀ, ਵੱਡੀ ਚੀਜ਼ ਚਾਈਨਾ ਦੀ, ਕੋਈ ਕਲ ਪੁਰਜ਼ਾ ਬਣਨਾ ਤਾਂ ਚਾਈਨਾ ਦਾ। ਈਵਨ ਆਪਾਂ ਇੱਥੇ ਵੀ ਪਿਛਲੇ ਦਿਨ ਹੀ ਸੁਣਦੇ ਸੀ ਨਾ ਜੀ ਫਲਾਨੀ ਚੀਜ਼ ਮਹਿੰਗੀ ਹੋ ਗਈ, ਕਿਉਂ? ਕਹਿੰਦੇ ਜੀ ਬਣਦੀ ਤਾਂ ਅਮਰੀਕਾ 'ਚ ਆ ਪਰ ਇੱਕ ਪੁਰਜ਼ਾ ਆ ਉਹ ਚਾਈਨਾ ਤੋਂ ਆਉਂਦਾ, ਉਹ ਨਹੀਂ ਆਉਂਦਾ, ਹੈ ਨਾ। ਸਵਾਲ ਇਹ ਆ ਕਿ ਵੀ ਅਗਲੇ ਬੰਦਿਆਂ ਨੇ ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਸ਼ੁਰੂ ਕੀਤਾ ਜਿਹੜੀਆਂ ਦੂਰ ਤੱਕ ਜਾਂਦੀਆਂ ਨੇ। ਸਿੰਪਲ ਜੀ ਗੱਲ ਆਪਾਂ ਇਹ ਕਹਿ ਦਈਏ ਵੀ ਭਲਵਾਨ ਤੇ ਤਗੜਾ, ਪਰ ਜਿਹੜੀ ਧਰਨ ਪਾਉਣ ਵਾਲੀ ਚੀਜ਼ ਉਹ ਅਗਲਿਆਂ ਦੇ ਕੋਲ ਹੈ ਜੀ। ਹੁਣ ਜਿਹੜੀ ਧਰਨ ਹਿਲਾਉਣ ਵਾਲਾ ਤੇ ਧਰਨ ਪਾਉਣ ਵਾਲਾ ਕੰਮ ਹੈ, ਜੇ ਅਗਲਿਆਂ ਨੇ ਕੰਟਰੋਲ ਕੀਤਾ ਤੇ ਜ਼ਰੂਰ ਮੇਰੇ ਖਿਆਲ ਨਾਲ ਕਿਤੇ ਇਸ ਵਕਤ ਦੇਸ਼ ਦੇ ਨੇਤਾਗਣ ਇਹ ਸੋਚਣ
ਵੀ ਹੋ ਸਕਦਾ ਇੰਟਰਨਲ ਲੜਾਈਆਂ ਹੋ ਸਕਦੀਆਂ, ਫਲਾਣੇ ਸੂਬੇ 'ਚ ਰਾਜ ਕਰਨਾ, ਢੀਂਗੜੇ ਨੂੰ ਦੱਬਣਾ, ਆਪਾਂ ਇਹਨੂੰ ਛਾਉਣਾ, ਫਲਾਨਾ ਕਿੱਦਾਂ ਬੋਲ ਗਿਆ, ਫਲਾਨੇ ਕਿੱਦਾਂ ਅੱਖਾਂ ਕੱਢੀਆਂ। ਉਹਨਾਂ ਸਾਰੀਆਂ ਚੀਜ਼ਾਂ ਨਾਲੋਂ ਜ਼ਰੂਰੀ ਇਹ ਹੈ ਵੀ ਜਿਹੜਾ ਆਂਢ ਗੁਆਂਢ ਜੋ ਕੁਛ ਵਾਪਰ ਰਿਹਾ ਉਹਨੂੰ ਇੱਕ ਵਾਰ ਤਗੜੇ ਹੋ ਕੇ ਨਿੱਤਰੀਏ ਵੀ ਯਾਰ ਬਾਕੀ ਤੁਸੀਂ ਦੂਰ ਦੂਰ ਜੋ ਮਰਜ਼ੀ ਕਰਦੇ ਫਿਰੋ, ਜਦੋਂ ਤੁਸੀਂ ਐਜ਼ ਏ ਇੰਡੀਆ ਜਾਂ ਐਜ਼ ਏ ਭਾਰਤ ਦੇਖਦੇ ਹੋ ਮੁਲਕ ਨੂੰ, ਫਿਰ ਸਾਡੀ ਗੱਲਬਾਤ ਹੋ ਰਿਹਾ। ਨਹੀਂ, ਜ਼ਰੂਰੀ ਹੈ ਸੰਧਾਲੀਆ ਸਾਹਿਬ। ਦੇਖੋ, ਇੱਕ ਤਾਂ ਸਾਨੂੰ ਇਹ ਦੇਖਣਾ ਪਊਗਾ ਕਿ ਸਾਡੀ ਆਰਥਿਕਤਾ ਕਿਤੇ ਹੌਲੀ ਹੌਲੀ ਉਧਰ ਤਾਂ ਨਹੀਂ ਜਾਂਦੀ। ਮੈਨੂੰ ਯਾਦ ਆ ਜਦੋਂ ਲਿੱਟੇ ਦਾ LTTE ਪ੍ਰਭਾਕਰਨ ਹੁੰਦਾ ਸੀ ਜਿਹੜਾ ਬੰਦਾ, ਜਦੋਂ ਉਹਨਾਂ ਵਾਲਾ ਪੰਗਾ ਸ਼੍ਰੀਲੰਕਾ ਨੇ ਨਿਬੇੜਿਆ ਸੀ ਨਾ, ਸਨਹਾਲੀ ਬਹੁ ਗਿਣਤੀ ਨੇ ਉੱਥੇ, ਉਦੋਂ ਬਹੁਤ ਵੱਡੀ ਜਿੱਤ ਦਿਖਾਈ ਗਈ ਸੀ ਜੀ। ਆਓ ਦੇਖੋ ਜੀ, ਆ ਸਾਰਾ ਹੁਣ ਦੇਸ਼ ਸ਼ਾਂਤ ਕਰਤਾ, ਜੋ ਵੀ ਸੀਗਾ। ਪਰ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਠੀਕ ਹੈ, ਜੇ ਕੋਈ ਅੰਦਰੂਨੀ ਲੜਾਈ ਹੈ, ਜੇ ਅਸੀਂ ਉਹਨੂੰ ਲੜ ਲਈਏ ਤੇ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਮੁੱਦੇ ਮੁੱਕ ਜਾਂਦੇ ਆ। ਇਹ ਭਾਰਤ ਲਈ ਵੀ ਸਮਝਣ ਵਾਲੀ ਗੱਲ ਹੈ ਕਿ ਠੀਕ ਹੈ, ਅੰਦਰ ਖਾਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੀ, ਆਹ ਹੋ ਗਿਆ ਜੀ, ਆਹ ਹੋ ਗਿਆ, ਪਰ ਉਹਦੇ ਨਾਲ ਆਰਥਿਕ ਮੁੱਦੇ ਨਹੀਂ ਮੁੱਕਦੇ, ਸਿਹਤ ਦੇ ਮੁੱਦੇ ਨਹੀਂ ਮੁੱਕਦੇ, ਕੁਝ ਨਹੀਂ ਮੁੱਕਦਾ। ਉਹਨਾਂ ਦਾ ਵਿਦੇਸ਼ੀ ਮੁਦਰਾ ਭੰਡਾਰ ਖਤਮ ਹੋ ਗਿਆ, ਉਹਨਾਂ ਦੇ ਖੀਸੇ 'ਚ ਹੈ ਹੀ ਕੱਖ ਨਹੀਂ। ਇੱਥੋਂ ਤੱਕ ਕਿ ਜਨਰੇਟਰ ਦੇ ਵਿੱਚ ਪਾਉਣ ਨੂੰ ਤੇਲ ਤੱਕ ਨਹੀਂ ਹੈ, ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਕੰਮ ਬੰਦ ਰਿਹਾ। ਬਹੁਤ ਸਾਰੀਆਂ ਸਰਕਾਰੀ ਬੱਸਾਂ ਤੱਕ ਨਹੀਂ ਸੜਕਾਂ ਤੇ ਚੱਲ ਸਕੀਆਂ ਕਿਉਂਕਿ ਤੇਲ ਹੀ ਨਹੀਂ ਸੀਗਾ। ਇਹਦਾ ਮਤਲਬ ਦੇਸ਼ ਖੜ ਗਿਆ। ਹੁਣ ਤਾਂ ਫਿਰ ਦੇਸ਼ ਕੋਈ ਆ ਕੇ ਕੰਟਰੋਲ ਕਰੂਗਾ, ਉੱਥੋਂ ਆ ਕੇ ਸੌਦਾ ਪਤਾ ਦਊਗਾ। ਮੈਂ ਇਹ ਗੱਲ ਤਾਂ ਸ਼ੁਰੂ ਕੀਤੀ ਸੰਧਾਲੀਆ ਸਾਹਿਬ ਕਿ ਰੂਸ ਦੇ ਵਿਦੇਸ਼ ਮੰਤਰੀ ਭਾਰਤ ਆਏ ਹੋਏ ਨੇ, ਭਾਰਤ ਦੇ ਵਿਦੇਸ਼ ਮੰਤਰੀ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਸੁਨੇਹਾ ਦਿੱਤਾ, ਕਹਿੰਦੇ ਜੀ ਪੁਤਨ ਸਾਹਿਬ ਨੇ ਥੈਂਕ ਯੂ ਆਖਿਆ ਮੋਦੀ ਸਾਹਿਬ ਨੂੰ, ਉਹਨਾਂ ਨੇ ਧੰਨਵਾਦ ਕੀਤਾ ਹੈ। ਉਹ ਇਹ ਵੀ ਕਹਿੰਦੇ ਕਿ ਕੋਈ ਗੱਲ ਨਹੀਂ, ਕੋਈ ਲੋੜ ਹੋਵੇ ਰੂਸ ਖੜਾ ਹੈ। ਇੱਧਰੋਂ ਅਮਰੀਕਾ ਦੇ ਜਿਹੜੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਉਹ ਵੀ ਭਾਰਤ ਆਏ ਹੋਆ, ਇੱਕ ਇੰਗਲੈਂਡ ਤੋਂ ਵੀ ਵੱਡੇ ਲੀਡਰ ਆਏ ਹੋਏ ਨੇ। ਉਹ ਜਿਹੜੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ US ਦੇ, ਉਹਨਾਂ ਨੇ ਵੀ ਕਿਹਾ ਦੇਖੋ ਜੀ, ਰੂਸ ਦੇ ਨਾਲ ਤੁਸੀਂ ਠੀਕ ਹੈ ਤੇਲ ਦਾ ਸਮਝੌਤਾ ਕਰਨਾ, ਉਹ ਕੋਈ ਉਲੰਘਣਾ ਤਾਂ ਨਹੀਂ ਕਰਦਾ ਹੈ, ਪਰ ਅਸੀਂ ਅਮਰੀਕਾ ਵਾਲੇ ਤਿਆਰ ਬੈਠੇ ਹਾਂ ਤੁਹਾਡੀਆਂ ਊਰਜਾ, ਤੁਹਾਡੀਆਂ ਸੁਰੱਖਿਆ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ। ਹੌਲੀ ਹੌਲੀ ਭਾਰਤ ਨੂੰ ਰੂਸ ਤੋਂ ਨਿਰਭਰਤਾ ਘਟਾਉਣੀ ਚਾਹੀਦੀ ਹੈ। ਅਸੀਂ ਵੀ ਤਾਂ ਬੈਠੇ ਹਾਂ, ਰੂਸ ਵੀ ਕਹਿੰਦਾ ਬੈਠੇ ਹਾਂ, USA ਵੀ ਕਹਿੰਦਾ ਬੈਠੇ ਹਾਂ, ਪਰ ਦੋਵੇਂ ਸਾਡੇ ਲਈ ਨਹੀਂ ਬੈਠੇ, ਉਹ ਕਿਸੇ ਹੋਰ ਕਾਰਨ ਕਰਕੇ ਬੈਠੇ ਆ। ਇਸ ਕਰਕੇ ਠੀਕ ਹੈ, ਚੀਜ਼ਾਂ ਲੈਣੀਆਂ ਪੈਂਦੀਆਂ, ਚੀਜ਼ਾਂ ਦੇਣੀਆਂ ਪੈਂਦੀਆਂ, ਪਰ ਨਾਲ ਦੀ ਨਾਲ ਦੇਸ਼ ਦੇ ਵਿੱਚ ਆਤਮ ਨਿਰਭਰਤਾ ਵਾਲਾ ਜਿਹੜਾ ਮੁੱਖ ਫਾਰਮੂਲਾ ਮਾਡਲ ਹੈ ਉਹਨੂੰ ਜੇ ਆਪਾਂ ਧਿਆਨ ਦੇ ਵਿੱਚ ਰੱਖਾਂਗੇ ਤਾਂ ਚੰਗਾ। ਕਿਉਂਕਿ ਚੀਨ ਦਾ ਅੱਜਕੱਲ੍ਹ ਪਾਕਿਸਤਾਨ ਦੇ ਨਾਲ ਬਹੁਤ ਵਧੀਆ ਹੈ, ਨੇਪਾਲ ਦੇ ਨਾਲ ਬਹੁਤ ਵਧੀਆ ਹੈ, ਬੰਗਲਾਦੇਸ਼ ਦੇ ਨਾਲ ਬਹੁਤ ਵਧੀਆ, ਭੂਟਾਨ ਨਾਲ ਵੀ ਚੰਗਾ ਹੈ। ਸਾਡੇ ਥੱਲੇ ਸ਼੍ਰੀਲੰਕਾ ਆ ਗਿਆ, ਉਹਦੇ ਨਾਲ ਤਾਂ ਹੈ ਹੀ ਵਧੀਆ ਸ਼੍ਰੀਲੰਕਾ, ਕੋਈ ਚੁਆਇਸ ਕੋਈ ਨਹੀਂ। ਮਾਲਦੀਵ ਉਹਦੇ ਤੋਂ ਥੱਲੇ ਹੈ, ਉਹਦੇ ਨਾਲ ਵੀ ਵਧੀਆ ਹੈ। ਅਸੀਂ ਭੱਜ ਨਹੀਂ ਸਕਦੇ, ਅਸੀਂ ਸਿਰਫ ਮਜ਼ਬੂਤ ਹੋ ਸਕਦੇ ਹਾਂ। ਇਹ ਬੜਾ ਜ਼ਰੂਰੀ ਆ, ਕਿਉਂਕਿ ਕਾਰਨ ਇਹ ਆ ਨਾ, ਇਸ ਵਕਤ ਰਸ਼ੀਆ ਅਮਰੀਕਾ ਵਾਲਾ ਕੰਮ ਤੇ ਇਦਾਂ ਚੱਲਣ ਡਿਆ ਨਾ ਵੀ ਜਿੱਦਾਂ ਹੁਣ ਪਿੰਡ 'ਚ ਵੀ ਮੰਨ ਲਓ ਵੀ 2-3 ਆਵੇ ਤਗੜੀਆਂ ਹੈ ਨਾ, ਤੇ ਉਹਨਾਂ ਦੇ ਵਿੱਚੋਂ ਵੀ ਇੱਕ ਅੱਧਾ ਕੋਈ ਟੱਬਰ ਹੁੰਦਾ ਯਾਰ, ਉਹ ਨਾਲ ਦੇਖੋ ਥੋੜਾ ਜਿਹਾ ਗੇੜਾ ਗੂੜਾ ਹੈ ਨਾ, ਕਿ ਹੋਰ ਕੁਝ ਨਹੀਂ, ਚੱਲ ਭੋਗ ਦਾ ਸੱਦਾ ਹੈ ਨਾ, ਬੰਦਾ ਆਏ ਜ਼ਰੂਰ। ਤੇ ਹੁਣ ਅਗਲਿਆਂ ਨੂੰ ਆਇਆ ਜੇ ਸੱਦਾ, ਤੇ ਉਧਰੋਂ ਅਗਲਾ ਬੰਦਾ ਗਿਆ ਤੇ ਐਵੇਂ ਨਾ ਰਾਜ ਕਿਸੇ ਵੇਲੇ ਸਕੂਟਰ ਤੇ ਘੇਰ ਕੇ, ਹਾਂ ਚਾਚਾ ਕਿੱਧਰ ਜਾਣਾ, ਫਿਰ ਤੂੰ ਹੁਣ ਉੱਧਰ। ਉਹ ਲੋੜ ਲਾੜ ਹੋਈ ਫਿਰ ਦੱਸੀ, ਐਵੇਂ ਕੋਈ ਬਹੁਤੀ ਨਹੀਂ ਲੋੜ ਹੁੰਦੀ, ਐਵੇਂ ਝੁਕਣਾ ਝਗਣਾ ਨਹੀਂ ਕਿਸੇ ਕੋਲੋਂ। ਹੁਣ ਕਾਰਨ ਹੈ ਵੀ ਇਹ ਚਾਚੇ ਨੂੰ ਸਿਆਣਾ ਹੋਣਾ ਪੈਣਾ ਜੀ, ਵੀ ਮੈਨੂੰ ਕਿੱਧਰ ਕਿੰਨੀ ਕੁ ਜਾਣ ਦੀ ਲੋੜ ਹੈ। ਕਿਉਂਕਿ ਕਾਰਨ ਹੈ ਵੀ ਜੇ ਤੇ ਇੱਕ ਧਿਰ ਨਾਲ ਲੱਗ ਗਏ ਫਿਰ ਇਹ ਗੱਲ ਕਲੀਅਰ ਹੈ ਵੀ ਆਪਾਂ ਆਪਣਾ ਆਪ ਦੱਸਦਾ ਵੀ ਅਸੀਂ ਵੀਰ ਇੱਧਰ ਆ, ਕਲੀਅਰ ਹੋ ਜੂਗੀ ਗੱਲ, ਕਲੀਅਰ ਹੋ ਜਾਣੀ। ਉਹ ਕਲੀਅਰ ਵਾਲੇ ਬਾਬਾ ਜੀ ਬਾਅਦ 'ਚ ਨਹੀਂ ਮਿਲੇ। ਇਸ ਕਰਕੇ ਮੇਰੇ ਖਿਆਲ ਨਾਲ ਆਹ ਜਿਹੜਾ ਮੈਸੇਜ ਆ ਪਿਛਲੇ ਦਿਨੀ ਜਿਸ ਤਰ੍ਹਾਂ ਦਾ ਵੀ ਭਾਰਤ ਨੇ ਸਟੈਂਡ ਲਿਆ ਉਹ ਵਧੀਆ, ਵੀ ਆਪਣੀ ਐਟਲੀਸਟ ਹੋਂਦ ਰੱਖੋ ਵੀ ਯਾਰ ਕੋਈ ਆਪਣੇ ਤੇ ਗਲਬਾ ਪਾ ਕੇ ਇਹ ਨਾ ਕਵੇ ਵੀ ਤੂੰ ਇਦਾਂ ਕਰ ਜੀ। ਅਸੀਂ ਕਹਿੰਦੇ ਵੀ ਯਾਰ ਸਾਡੀ ਮਰਜ਼ੀ ਹੈ, ਤੁਸੀਂ ਲੜਨਾ ਜੀ ਸਦਕੇ ਲੜੀ ਆ, ਨਾ ਅਸੀਂ ਤੈਨੂੰ ਆਨੇ ਨਾ ਅਸੀਂ ਉਹਨੂੰ ਆਨੇ। ਹਾਂ ਕੱਲ੍ਹ ਨੂੰ ਜਦੋਂ ਕੋਈ ਕਹਾਣੀ ਹੋਊਗੀ, ਜਦੋਂ ਬਹਿ ਕੇ ਨਜ਼ਾਰਾ ਕਰਨ ਦੀ ਲੋੜ ਪਵੇ, ਉਦੋਂ ਤੁਸੀਂ ਆਪਣਾ ਪੱਖ ਰੱਖ ਦਿਓ ਵੀ ਵੀਰ ਇੱਥੇ ਤੂੰ ਗਲਤ, ਇੱਥੇ ਤੂੰ ਗਲਤ, ਕੀ ਫਰਕ ਪੈਂਦਾ? ਨਹੀਂ, ਇਹ ਜ਼ਰੂਰੀ ਹੈ। ਬਾਕੀ ਸਾਰੇ ਲੀਡਰ ਸਿਆਣੇ ਨੇ। ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਠੀਕ ਹੈ, ਕੋਈ ਸੀਟ ਕਿਹਨੇ ਹਰ ਲਈ, ਕਿਹਨੇ ਜਿੱਤ ਲਈ, ਸੂਬਾ ਕਿਹਦੇ ਕੋਲੇ ਆ ਗਿਆ, ਜਾਂ ਅਸੀਂ ਕਿੰਨਾ ਕੁ ਅੱਗੇ ਵੱਧ ਗਏ, ਜਾਂ ਕਿਹੜਾ ਕਿਹਦੇ ਨਾਲ ਲੜ ਪਿਆ, ਜਾਂ ਕਿਹੜਾ ਭਾਈਚਾਰਾ, ਕਿਹੜਾ ਧਰਮ ਅਗਲੇ ਪਾਸੇ ਨੂੰ ਵੱਧ ਗਿਆ, ਉਹ ਆਪਣੀਆਂ ਅੰਦਰਲੀਆਂ ਗੱਲਾਂ ਨੇ। ਜਦੋਂ ਕੋਈ ਬਾਹਰੋਂ ਇੱਟ ਮਾਰਦਾ ਉਹ ਨਹੀਂ ਦੇਖਦਾ ਕਿਹਦੇ ਸਿਰ 'ਚ ਲੱਗਣ ਲੱਗੀ ਹੈ, ਸਾਨੂੰ ਉਹ ਜ਼ਰੂਰ ਦੇਖਣਾ ਪਊਗਾ। ਇਹਦੇ 'ਚ ਬੇਨਤੀ ਕਰੀਏ ਜੀ, ਆਪਾਂ ਅੱਗੇ ਵੀ ਬੜੀ ਵਾਰਾਂ ਕੀਤੀ ਹੈ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਦੇਸ਼ ਦੀ ਜੀ, ਦੇਸ਼ ਹੋ ਸਕਦਾ ਉੱਪਰੋਂ ਆਪਾਂ ਨੂੰ ਇੱਕ ਨਜ਼ਰ ਆਉਂਦਾ, ਪਰ ਜਦੋਂ ਆਪਾਂ ਨੂੰ ਹੌਲੀ ਹੌਲੀ ਡੀਪ ਰੂਟਡ ਤੁਰੇ ਜਾਂਦੇ ਆ ਤੇ ਉਹ ਫਿਰ ਉਸ ਤੋਂ ਬਾਅਦ ਦੇਸ਼, ਦੇਸ਼ ਤੋਂ ਬਾਅਦ ਫਿਰ ਸਟੇਟ, ਸਟੇਟ ਤੋਂ ਬਾਅਦ ਫਿਰ ਅਲੱਗ-ਅਲੱਗ ਉੱਚ ਪਾਰਟੀਆਂ, ਪਾਰਟੀਆਂ ਬਾਅਦ ਪਿੰਡ, ਸ਼ਹਿਰ, ਸ਼ਹਿਰਾਂ ਪਿੰਡਾਂ ਦੇ ਵਿੱਚ ਵੀ ਗਾਂ ਧਰਮ, ਧਰਮਾਂ 'ਚ ਗਾਂ ਜਾਤਾਂ, ਜਾਤਾਂ 'ਚ ਵੀ ਗਾਂ ਆਰਥਿਕ ਪੱਧਰ ਦਾ ਫਰਕ, ਕਈ ਕੁਛ ਆ। ਹੁਣ ਜੇ ਤੇ ਆਪਾਂ ਉਹਨਾਂ ਨੂੰ ਵੰਡਣਾ ਸਿਰਫ ਇਸੇ ਕਰਕੇ ਵੀ ਯਾਰ ਜੇ ਥੋੜ੍ਹੇ ਜਿਹੇ ਇਕੱਠੇ ਹੋ ਗਏ ਨਾ ਫਿਰ ਇਹ ਸਵਾਲ ਪੁੱਛ ਲੈਂਦੇ ਆ। ਯਾਰ ਸਵਾਲ ਪੁੱਛਦੇ ਉਹ ਆਪਣਿਆਂ ਨੂੰ ਹੀ ਪੁੱਛਦੇ ਆ, ਉਹਨਾਂ ਨੂੰ ਹੀ ਪੁੱਛਦੇ ਜਿਨ੍ਹਾਂ ਨੂੰ ਚੁਣ ਕੇ ਭੇਜਿਆ, ਤੇ ਉਹਨਾਂ ਕੋਲੋਂ ਮੰਗਦੇ ਕੀ ਆ? ਅਗਲਾ ਕਿਹੜਾ ਕਹਿੰਦਾ ਵੀ ਮੈਨੂੰ ਨਾ ਤੁਸੀਂ ਇੰਟਰਕੌਂਟੀਨੈਂਟਲ ਮਿਜ਼ਾਈਲ ਚਾਹੀਦੀ ਹੈ ਤੇ ਮੈਂ ਨਹੀਂ ਉੱਠਦਾ ਸੜਕ ਤੋਂ। ਅਗਲਾ ਮੰਗਦਾ ਤਾਂ ਰੋਟੀ ਹੈ, ਹੋਰ ਤਾਂ ਕੁਝ ਮੰਗਦਾ ਵੀ ਨਹੀਂ ਹੈ ਨਾ।
ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਘੱਟੋ ਘੱਟ ਲੋਕਾਂ ਦੇ ਵਿੱਚ ਉਹ ਵਾਲੀ ਮਜ਼ਬੂਤੀ ਜ਼ਰੂਰ ਹੋਣੀ ਚਾਹੀਦੀ ਵੀ ਅਗਲੇ ਨੂੰ ਲੱਗੇ ਵੀ ਯਾਰ ਬਾਕੀ ਠੀਕ ਆ ਗੱਲਾਂ ਬਾਤਾਂ ਰੇੜਕਾ ਠੀਕ ਹੈ, ਸਾਡੀ ਸਰਕਾਰ ਸਾਡੇ ਨਾਲ ਆ। ਹਾਂ, ਮਨ ਮੁਟਾਵ ਤਾਂ ਸਾਰੇ ਥਾਂ ਹੁੰਦੀ, ਉਹ ਤਾਂ ਟੱਬਰ 'ਚ ਵੀ ਜੇ ਮੰਨ ਲਓ 10 ਜੀ ਆ ਤੇ ਸਾਰਿਆਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਅਗਲਾ ਕਹੇ ਆ ਲਓ ਜੀ ਅੱਜ ਅਸੀਂ ਦਾਲ ਵੀ ਬਣਾਈ, ਸਬਜ਼ੀ ਵੀ ਬਣਾਈ, ਫਲਾਣੇ ਦੇ ਕਹਿਣ ਤੇ ਮਿੱਠਾ ਵੀ ਬਣਾਇਆ, ਫਿਰ ਵੀ ਇੱਕ ਅੱਧਾ ਨਿਆਣਾ ਰੁੱਸਿਆ ਹੁੰਦਾ, ਨਹੀਂ 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 ਮੈਂ ਕੜਾਹ ਹੀ ਖਾਣਾ ਹੁੰਦੇ ਆ ਕੋਈ, ਉਹ ਠੀਕ ਹੈ ਰਹੀ ਜਾਣ ਦਿਓ, ਪਰ ਇਹ ਮੈਸੇਜ ਨਾ ਜਾਵੇ ਹਰੇਕ ਦੇ ਅੰਦਰ ਵੀ ਯਾਰ ਸਾਡੀ ਕੋਈ ਸੁਣਵਾਈ ਹੈ ਨਹੀਂ। ਬਹੁਤ ਜ਼ਰੂਰੀ ਹੈ। ਬਾਕੀ ਸੰਧਾਲੀਆ ਸਾਹਿਬ ਜਿਹੜੇ ਭਾਰਤ ਦੇ ਸਭ ਤੋਂ ਵੱਡੀ ਅਦਾਲਤ ਦੇ ਸਭ ਤੋਂ ਵੱਡੇ ਜੱਜ ਨੇ, ਚੀਫ ਜਸਟਿਸ ਆਫ ਇੰਡੀਆ, ਉਹ ਸੰਬੋਧਨ ਕਰ ਰਿਹਾ ਸੀ, ਬੋਲ ਰਿਹਾ ਸੀ, ਵਿਸ਼ਾ ਸੀ ਕਿ ਲੋਕਤੰਤਰ ਦੇ ਵਿੱਚ ਜਾਂਚ ਏਜੰਸੀਆਂ ਦੀ ਭੂਮਿਕਾ ਤੇ ਜ਼ਿੰਮੇਵਾਰੀਆਂ। ਜਾਂਚ ਏਜੰਸੀਆਂ CBI ਹੋਰ ਬਹੁਤ ਸਾਰੀਆਂ ਹੁੰਦੀਆਂ, ਕਿ ਕੋਈ ਕਾਂਡ ਹੋ ਗਿਆ ਜਾਂਚ ਕਰਨੀ ਹੈ। ਹੁਣ ਜਦੋਂ ਸਭ ਤੋਂ ਵੱਡੀ ਅਦਾਲਤ ਦੇ ਸਭ ਤੋਂ ਵੱਡੇ ਜੱਜ ਸਾਹਿਬ ਕਹਿੰਦੇ ਆ ਤੇ ਨਿਊਜ਼ ਏਜੰਸੀਆਂ ਉਸ ਖਬਰ ਨੂੰ ਫਿਰ ਅੱਗੇ ਤੋਰਦੀਆਂ, ਉਹਨਾਂ ਨੇ ਦੋ ਚੀਜ਼ਾਂ ਬਹੁਤ ਕਮਾਲ ਦੀਆਂ ਕਹੀਆਂ ਤੇ ਸਾਡੀਆਂ ਸਰਕਾਰਾਂ ਨੂੰ ਇਧਰ ਧਿਆਨ ਦੇਣਾ ਪਊਗਾ। ਉਹ ਕਹਿੰਦੇ ਜੀ CBI ਭਰੋਸਾ ਗਵਾ ਚੁੱਕੀ ਹੈ। ਹੁਣ ਸਭ ਤੋਂ ਵੱਡੇ ਜੱਜ ਸਾਹਿਬ ਦੀ ਇਹ ਸਟੇਟਮੈਂਟ ਕੋਈ ਸੌਖੀ ਤਾਂ ਨਹੀਂ। ਉਹਨਾਂ ਨੇ ਕਿਹਾ ਜੀ ਭਰੋਸੇਯੋਗਤਾ ਜੇ ਬਹਾਲ ਕਰਨੀ ਹੈ ਤੁਹਾਨੂੰ ਲੋਕਾਂ ਦਾ ਯਕੀਨ ਜਿੱਤਣਾ ਪਊਗਾ। ਜਾਣੀ ਕਿ ਲੋਕਾਂ ਦਾ ਯਕੀਨ ਤੁਸੀਂ ਗਵਾ ਗਏ। ਪਿੰਜਰੇ ਦਾ ਤੋਤਾ ਇੱਕ ਵਾਰੀ ਪਾਰਲੀਮੈਂਟ ਦੇ ਵਿੱਚ ਗੱਲ ਚੱਲੀ ਸੀ। ਫਿਰ ਉਹਨਾਂ ਨੇ ਕਿਹਾ ਜੀ ਰਾਜਨੀਤਿਕ ਲੀਡਰਾਂ ਨਾਲੋਂ ਗੱਠਜੋੜ ਤੋੜਨਾ ਪਊਗਾ। ਇਹ ਤਿੰਨੇ ਸਟੇਟਮੈਂਟਾਂ ਛੋਟੀਆਂ ਨੇ। ਭਰੋਸੇਯੋਗਤਾ ਦਾ ਗਵਾਚ ਜਾਣਾ, ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਜ਼ਰੂਰਤ ਮਹਿਸੂਸ ਹੋਣੀ ਤੇ ਰਾਜਨੀਤਿਕ ਲੀਡਰਾਂ ਤੋਂ ਗੱਠਜੋੜ ਤੋੜਨਾ। ਇਹਦਾ ਮਤਲਬ ਹੈ ਕਿ ਅਗਲੇ ਟਪਾਈ ਫਿਰਦੇ ਆ, ਨਚਾਈ ਫਿਰਦੇ ਆ। ਜਿਹਦੀ ਸਰਕਾਰ ਹੈ ਉਹ ਫਿਰ CBI ਦੀ ਆਪਣੇ ਹਿਸਾਬ ਦੇ ਨਾਲ ਵਰਤੋਂ ਕਰਦੇ ਆ। ਜੇ ਤਾਂ ਕਿਸੇ ਆਮ ਪੱਤਰਕਾਰ ਨੇ ਕਿਹਾ ਹੁੰਦਾ, ਕਿਤੇ ਕੋਈ ਰਿਪੋਰਟ ਛਪੀ ਹੁੰਦੀ, ਕਿਸੇ ਵਿਰੋਧੀ ਧਿਰ ਦੇ ਲੀਡਰ ਨੇ ਕਹਿਤਾ ਹੁੰਦਾ ਤੇ ਇਹਨੂੰ ਇੰਨਾ ਸੰਜੀਦਗੀ ਨਾਲ ਲੈਣ ਦੀ ਲੋੜ ਕੋਈ ਨਹੀਂ ਸੀ। ਪਰ ਕਿਉਂਕਿ ਹੁਣ ਸੁਪਰੀਮ ਕੋਰਟ ਦੇ ਸੁਪਰੀਮ ਜੱਜ ਸਾਹਿਬ ਨੇ ਕਿਹਾ ਤਾਂ ਇਹਨੂੰ ਸੋਚਣਾ ਵਿਚਾਰਨਾ ਜ਼ਰੂਰ ਚਾਹੀਦਾ, ਕਿਉਂਕਿ ਉਹਨਾਂ ਨੇ ਜਦੋਂ ਵਿਸ਼ਾ ਰੱਖਤਾ ਜਾਂਚ ਏਜੰਸੀ, ਉਹਨਾਂ ਨੇ ਜਾਂਚ ਕਰਨੀ, ਉਹਨਾਂ ਨੇ ਸਬੂਤ ਦੇਣੇ, ਉਹਨਾਂ ਨੇ ਘੁਟਾਲੇ ਨਸ਼ਰ ਕਰਨੇ, ਕਿਹੜਾ ਬੰਦਾ ਪਿੱਛੇ ਉਹਦੇ ਹੈਗਾ। ਤਾਂ ਜੇ ਉਹੀ ਕਿਸੇ ਹੋਰ ਤਰੀਕੇ ਕੰਮ ਕਰਨਗੇ ਫਿਰ ਘੁਟਾਲੇ ਤੇ ਘੁਟਾਲਾ ਘੁਟਾਲਾ ਹੋਈ ਜਾਣਾ। ਫਿਰ ਦੇਸ਼ ਕਿੱਧਰ ਨੂੰ ਜਾਊਗਾ ਹਿਸਾਬ ਲਾ ਲਓ। ਇੱਕ ਮੈਨੂੰ ਲੱਗਦਾ ਹੁੰਦਾ ਹੈ ਤਾਂ ਔਖਾ, ਪਰ ਜੇ ਕਿਤੇ ਕੌੜਾ ਕੁੱਟ ਕਰ ਲੈਣ ਪੋਲੀਟੀਕਲ ਪਾਰਟੀਆਂ ਤੇ ਚੰਗਾ। ਉਹ ਇਹ ਹੈ ਕਿ ਵੀ ਕਈ ਵਾਰ ਅਫਸਰਸ਼ਾਹੀ ਤੋਂ ਇਹ ਵੀ ਹੋ ਜਾਂਦਾ ਵੀ ਓਕੇ ਹੁਣ ਮੈਂ ਪਹਿਲਾਂ ਇੱਥੇ ਸੀ, ਫਿਰ ਮੈਂ ਇੱਥੇ ਗਿਆ, ਫਿਰ ਮੈਂ ਇੱਥੇ ਗਿਆ, ਹੁਣ ਤੇ ਮੈਂ ਇਸ ਸੰਸਥਾ ਦੀ ਛੱਤ ਨੂੰ ਲੱਗਣ ਲੱਗ ਪਿਆ। ਹੁਣ ਕਿਉਂ ਨਾ ਇਦਾਂ ਹੋਵੇ ਵੀ ਹੁਣ ਮੈਨੂੰ ਇੱਥੋਂ ਰਿਟਾਇਰ ਨਾ ਕਰਨ, ਇੱਥੋਂ ਮੈਨੂੰ ਇਹਦੀ ਛੱਤ ਦੇ ਉੱਪਰ ਬਾ ਦੇਣ। ਉਹ ਹੋ ਗਈ ਮਤਲਬ ਪੋਲੀਟੀਕਲ ਜਮਾਤ, ਜਿਹਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਅਹੁਦਾ, ਕਿਤੇ ਨਾ ਕਿਤੇ ਵੋਟਾਂ, ਕਿਤੇ ਨਾ ਕਿਤੇ ਕੋਈ ਮੰਤਰਾਲਾ। ਮੈਨੂੰ ਲੱਗਦਾ ਹੁੰਦਾ ਵੀ ਉਹ ਵਾਲਾ ਜਿਹੜਾ ਰਸਤਾ ਨਾ ਉਹਨੂੰ ਇੱਕ ਵਾਰ ਹੋ ਸਕਦਾ ਕਈਆਂ ਨੂੰ ਬੁਰਾ ਲੱਗੇ ਵੀ ਇਦਾਂ ਕਿੱਦਾਂ ਹੁੰਦਾ ਯਾਰ, ਸਿਆਣੇ ਸਿਰ ਨੇ, ਤੁਸੀਂ ਨਹੀਂ ਚਾਹੁੰਦੇ ਉਹ ਪਾਰਲੀਮੈਂਟ 'ਚ ਬੈਠਣ, ਉਹ ਵਿਧਾਨ ਸਭਾਵਾਂ 'ਚ ਬੈਠਣ, ਉਹ ਨੀਤੀਆਂ ਬਣਾਉਣ। ਯਾਰ ਇਹ ਜ਼ਰੂਰੀ ਥੋੜ੍ਹਾ ਵੀ ਜਿਹੜਾ ਬੰਦਾ ਪਹਿਲਾਂ ਅਫਸਰੀ ਕਰ ਆਇਆ ਉਹਨੇ ਸਾਰਾ ਆਪਣੇ ਤੌਰ 'ਤੇ ਜਿੱਥੇ ਉਹਨਾਂ ਦੀ ਲੋੜ ਸੀਗੀ ਉੱਥੇ ਉਹਨਾਂ ਨੇ ਆਪਣੇ ਦਿਮਾਗ ਦੇ ਹਿਸਾਬ ਨਾਲ ਬਹੁਤ ਸੈਟਲਮੈਂਟ ਕਰਤੀ। ਜੇ ਇੱਧਰ ਆਪਾਂ ਦੇਖਦੇ ਹਾਂ ਵੀ ਉਹ ਗੋਰੇ ਭਾਈਚਾਰੇ ਵਾਲੇ ਕਹਿੰਦਾ ਮੈਂ ਬਹੁਤ ਕੰਮ ਕਰ ਲਿਆ ਹੁਣ ਮੈਂ ਜਜਾਰੇ ਲੈਣੇ ਹੀ ਜੀ, ਤੇ ਆਪਣੇ ਵਾਲੇ ਵੀ ਸਮਝ ਲੈਣ ਵੀ ਵੀਰ ਮੇਰਾ ਹੁਣ ਜੇ ਮੈਨੂੰ 60 ਦਾ ਕਰਕੇ ਸਰਕਾਰ ਨੇ ਰਿਟਾਇਰ ਕਰਤਾ ਹੁਣ ਮੈਂ ਜਜਾਰੇ ਲੈ ਲਾਂ। ਉਦੋਂ ਵੀ ਉਹਦੀ ਤਵਾਂ ਨਹੀਂ ਜਾਂਦੀ ਨਾ ਵੀ ਨਾ ਹੁਣ ਮੈਨੂੰ ਫਲਾਨੀ ਥਾਂ ਤੇ ਉਹਦਾ ਮਿਲਣਾ, ਢੀਂਡੀ ਥਾਂ ਤੇ ਉਹਦਾ ਮਿਲਣਾ। ਅਗਲੇ ਵੀ ਭਾਵ ਲੈਂਦੇ ਵੀ ਲੈ ਵੀ ਆਹ ਮੱਛੀ ਫਸੂ। ਉਹ ਫਿਰ ਜਦੋਂ ਲੱਗਦਾ ਵੀ ਮੱਛੀ ਫਸੂ ਉਹ ਕਹਿੰਦਾ ਫਿਰ ਸਾਡੇ ਹਿਸਾਬ ਨਾਲ ਚੱਲੇਗਾ, ਫਿਰ ਮੱਛੀ ਫਸਾਵਾਂਗੇ। ਹੋ ਸਕਦਾ ਵੀ ਉਹ ਵਾਲਾ ਜਿਹੜਾ ਅਗਲਾ ਰਸਤਾ ਕਿਤੇ ਨਾ ਕਿਤੇ ਉੱਤੇ ਕੈਂਚੀ ਫੇਰਤੀ ਜਾਵੇ ਤੇ ਅਗਲੇ ਨੂੰ ਵੀ ਜਾਪੇ ਯਾਰ ਵੀ ਸਾਲ ਨੂੰ ਮੈਂ ਰਿਟਾਇਰ ਹੋ ਜਾਣਾ, ਮੈਨੂੰ ਕੀ ਲੋੜ ਪਈ ਕਿਸੇ ਦੀ ਗੱਲ ਸੁਣਨ ਦੀ। ਨਹੀਂ ਜੇ ਤਾਂ ਇਦਾਂ ਕਰ ਲੈਣ ਸੰਧਾਲੀਆ ਸਾਹਿਬ ਬਹੁਤ ਵਧੀਆ ਹੋ ਜਾਊਗਾ, ਕਿਉਂਕਿ ਜਿਹਦੇ ਤੋਂ 25 ਸਾਲਾਂ 'ਚ ਕੁੱਪ ਨਹੀਂ ਨਾ ਵੱਜਾ ਉਹਦੇ ਕੋਲ ਅਗਲੇ 5 ਸਾਲਾਂ 'ਚ ਵੀ ਨਹੀਂ ਵੱਜਣਾ। ਨਹੀਂ ਉਹ ਕਹਿੰਦਾ ਮੈਨੂੰ ਦਲਾਨ ਲੈ ਦਿਓ, ਕਹਿੰਦਾ ਹੁਣ ਮੈਂ ਪੱਕੇ ਕੋਠੇ 'ਚ ਤੂੜੀ ਪਾਉਣੀ, ਹੁਣ ਮੇਰਾ ਸਰਦਾ ਸ਼ੈੱਡ ਪਾ ਲਈ ਜੇ, ਸਿੱਧੀ ਟਰਾਲੀ ਬੈਕ ਲਾਓ, ਸਿੱਧੀ ਅੰਦਰ ਜਾਂਦੀ ਹੈ, ਪ੍ਰਵਾਹ ਕੋਈ ਨਹੀਂ ਹੈ। ਲੈਣਾ ਮੂਸਲਾਂ 'ਚ, ਹਾਂ ਮੂਸਲਾਂ ਤੋਂ ਕੀ ਲੈਣਾ, ਐਵੇਂ ਕਦੇ ਉਹ 'ਚ ਤੂੜੀ ਗਿੱਲੀ ਹੋ ਗਈ, ਕਦੇ ਕੋਈ ਮੂਸਲ ਬਾਹਰੋਂ ਹੀ ਚੱਕ ਕੇ ਲੈ ਗਿਆ, ਆਪਾਂ ਅੰਦਰ ਸੁੱਟ ਲੈਣੀ ਆ। ਬਾਕੀ ਸੰਧਾਲੀਆ ਸਾਹਿਬ ਬਹੁਤਾ ਕਰਕੇ ਤੇ ਮੈਨੂੰ ਲੱਗਦਾ ਆਪਣੇ ਨਾ ਇੱਥੇ ਇੱਕ ਹੁੰਦਾ ਗੱਠਜੋੜ ਕਿਵੇਂ ਦਾ ਨਹੀਂ, ਆਪਣੇ ਇੱਥੇ ਕਿ ਆਪਣੇ ਉੱਥੇ ਨਹੀਂ, ਆਪਣਾ ਜੇ ਉਹੀ ਆਪਣਾ ਹੈ, ਆਪਣਾ ਤੇ ਜੇ ਆਪਣਾ ਹੋਇਆ ਨਹੀਂ ਚਾਹੀਦਾ ਨਾ। ਠੀਕ ਹੈ, ਉਹ ਭਾਰਤ ਦੀ ਗੱਲ ਕਰਦਾ ਵੀ ਉਹ ਕਹਿੰਦੇ ਵੀ ਉਹ ਗੱਠਜੋੜ ਨੂੰ ਸਮਝਾਓ ਵੀ ਕਿਵੇਂ ਦਾ। ਕਹਿੰਦੇ ਬਹੁਤਾ ਕਰਕੇ ਗੱਠਜੋੜ ਇਦਾਂ ਦੇ ਵੀ ਤੂੜੀ ਗਿੱਲੀ ਹੈ ਤੇ ਮੱਝ ਭੁੱਖੀ ਹੈ। ਆਹਾ ਵਾਹ ਇੰਨਾ ਤੂੜੀ ਤੋਂ ਯਾਦ ਆ ਗਿਆ ਆ ਵੀ ਸੰਗਲ ਪਾਇਆ ਪਰ ਗੰਢ ਨਹੀਂ ਮਾਰੀ ਹਨਾ। ਸੰਧਾਲੀਆ ਸਾਹਿਬ ਇੱਕ ਚਿੱਠੀ ਬੜੀ ਚਰਚਾ ਦੇ ਵਿੱਚ ਹੈ ਹੁਣ। ADGP ਟ੍ਰੈਫਿਕ ਜਿਹੜੇ ਨੇ ਉਹਨਾਂ ਨੇ ਉਹ ਚਿੱਠੀ ਜਾਰੀ ਕੀਤੀ ਹੈ ਜਨਤਕ। ਤੁਸੀਂ ਇਹ ਦੇਖੋ ਕਿ ਹਰ ਇੱਕ ਧਿਰ 99, 92, 95, 98% ਵਾਅਦੇ ਪੂਰੇ ਕਰਨ ਦਾ ਦਾਅਵਾ ਕਰਦੀ ਹੁੰਦੀ, ਠੀਕ ਹੈ। ਹੁਣ ਚਿੱਠੀ ਜਾਰੀ ਕਰਨ ਦੀ ਲੋੜ ਕਿਉਂ ਪਈ? ਪਹਿਲੀ ਗੱਲ ਤਾਂ ਇਹ। ਦੂਸਰਾ, ਕੀ ਉਹ ਲਾਗੂ ਹੋ ਜੂ? ਤੀਸਰਾ, ਉਹ ਕਿੱਦਾਂ ਦੀ ਮਾਨਸਿਕਤਾ ਹੈ ਕਿ ਭਾਈ ਇਦਾਂ ਦੀਆਂ ਚਿੱਠੀਆਂ ਜਾਰੀ ਕਰਨ ਦੀ ਨੌਬਤ ਆ ਗਈ। ADGP ਸਾਹਿਬ ਨੇ ਲਿਖਿਆ ਕਿ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰ ਸਾਹਿਬ, SSP ਸਾਹਿਬ ਉਹ ਸੰਬੰਧਿਤ ਅਧਿਕਾਰੀਆਂ ਕਰਮਚਾਰੀਆਂ ਦੀ ਮੀਟਿੰਗ ਲੈਣ ਆਪੋ ਆਪਣੇ ਅਧਿਕਾਰ ਖੇਤਰ ਵਾਲੇ, ਤੇ ਉਹਨਾਂ ਨੂੰ ਕਹਿਣ ਕਿ ਭਾਈ ਕੋਈ ਵੀ ਪੁਲਿਸ ਅਧਿਕਾਰੀ ਤੇ ਕਰਮਚਾਰੀ ਜਿਹੜਾ ਹੈ, ਪੰਜਾਬ ਦੀ ਗੱਲ ਕਰ ਰਹੇ ਹਾਂ, ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਪਣੀਆਂ ਪ੍ਰਾਈਵੇਟ ਗੱਡੀਆਂ ਤੇ ਹੂਟਰ ਨਹੀਂ ਵਜਾ ਸਕਦੇ।
ਉਹ ਕਿਸੇ ਵੀ ਤਰ੍ਹਾਂ ਦਾ ਸਾਇਰਨ ਨਹੀਂ ਵਜਾਉਣਗੇ, ਉਹ ਐਵੇਂ ਲਾਲ ਬੱਤੀ ਲਾ ਕੇ VIP ਕਲਚਰ 'ਚ ਨਹੀਂ ਘੁੰਮਣਗੇ। ਤੇ ਨਾਲ ਇਹ ਵੀ ਲਿਖ ਦਿੱਤਾ ਕਿ ਇਹ ਹੁਕਮ ਤੁਰੰਤ ਅਮਲ ਦੇ ਵਿੱਚ ਸਮਝੇ ਜਾਣ। ਸੰਧਾਲੀਆ ਸਾਹਿਬ, ਬੜੇ ਚਿਰਾਂ ਤੋਂ ਚਰਚਾ ਚੱਲਦੀ ਹੁੰਦੀ ਪਰ ਆਫ ਦੀ ਰਿਕਾਰਡ ਹੁੰਦੀ ਹੈ। ਤੁਸੀਂ ਗੱਲ ਕਰਦੇ ਹੋ, ਮੈਂ ਕਰਦਾ, ਸਾਡਾ ਭਾਈਚਾਰਾ ਗੱਲ ਕਰਦਾ, ਆਮ ਲੋਕ ਗੱਲ ਕਰਦੇ। ਉਹ ਗੱਡੀ ਕੋਈ ਜਾਂਦੀ ਆ, ਉੱਥੇ ਹੂਟਰ ਵੱਜਦਾ, ਹੂਟਰ ਵੱਜਦਾ। ਕੀ ਉਹ ਸਾਹਿਬ ਦੇ ਨਿਆਣੇ ਨੇ, ਸਾਹਿਬ ਦੀ ਮੈਡਮ ਹੈ, ਕੀ ਹੋਇਆ, ਬਿਊਟੀ ਪਾਰਲਰ ਆਏ ਨੇ, ਸਬਜ਼ੀ ਲੈਣ ਆਏ ਨੇ, ਉਹ ਪਾਰਕ ਦੇ ਵਿੱਚ ਨਿਆਣਿਆਂ ਨੂੰ ਛੱਡਣਾ। ਬੜੀ ਵਾਰੀ ਚਰਚਾ ਚੱਲਦੀ ਹੁੰਦੀ ਜੀ, ਸਰਕਾਰੀ ਕਰਮਚਾਰੀ ਘਰ ਕੰਮ ਤੇ ਲਾਏ ਆ, ਨਿਆਣਿਆਂ ਨੂੰ ਛੱਡਣ ਤੇ ਡਿਊਟੀਆਂ ਲੱਗੀਆਂ ਨੇ। ਇਹਦਾ ਮਤਲਬ ਹੈ ਕਿ ਜੇ ਹੁਣ ਸਰਕਾਰ ਆਉਣ ਤੋਂ ਬਾਅਦ ਇਹ ਚਿੱਠੀ ਜਾਰੀ ਕੀਤੀ ਗਈ ਹੈ ਕਿ ਭਾਈ ਪੁਲਿਸ ਅਫਸਰਾਂ ਤੇ ਕਰਮਚਾਰੀਆਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਲਾਲ ਬੱਤੀ ਨਹੀਂ ਲਾ ਸਕਦੇ, ਉਹ ਹੂਟਰ ਨਹੀਂ ਵਜਾ ਸਕਦੇ, ਸਟicker ਤੱਕ ਕਹਿੰਦੇ ਜੀ ਲਾ ਕੇ ਆਪਣੀਆਂ ਪ੍ਰਾਈਵੇਟ ਗੱਡੀਆਂ ਦੇ ਉੱਤੇ ਘੁੰਮਦੇ ਆ, ਸਰਕਾਰੀ ਸਟicker ਲਾ ਕੇ। ਇਹਦਾ ਮਤਲਬ ਹੈ ਕਿ ਕੰਮ ਅੱਜ ਤੱਕ ਹੁੰਦਾ ਆ, ਸਾਹਮਣੇ ਹੁੰਦਾ ਆ, ਨਾ ਉਹਨੂੰ ਫਿਰ ਵਿਧਾਇਕਾਂ ਨੇ ਰੋਕਿਆ, ਨਾ ਮੰਤਰੀ ਨੇ ਰੋਕਿਆ, ਨਾ ਮੁੱਖ ਮੰਤਰੀਆਂ ਨੇ ਰੋਕਿਆ, ਨਾ ਅਫਸਰਾਂ ਨੇ ਰੋਕਿਆ। ਇਹਦਾ ਮਤਲਬ ਕਿ ਜਿੱਦਾਂ ਕੰਮ ਚੱਲਦਾ ਸੀ ਚੱਲੀ ਜਾਂਦੀ ਸੀ, ਹੁਣ ਹੀ ਬੰਦ ਹੋ ਜਾਵੇ ਵਧੀਆ। ਨਹੀਂ ਹੋਣਾ, ਨਹੀਂ ਹੋਣਾ, ਨਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਦਾਂ ਕਿੱਦਾਂ ਬੰਦ ਹੋ ਜਾਊਗਾ? ਦੱਸੋ, ਕਮਾਲ ਹੋ ਗਈ। ਹੁਣ ਮੰਨ ਲਓ ਵੀ ਮੈਂ ਕੋਈ ਵੀ ਅਫਸਰ ਆ ABC, ਹੈ ਨਾ, ਗਾਂ ਹੁਣ ਨਿਆਣੇ ਆ ਜਾਂ ਮਤਲਬ ਪਰਿਵਾਰ ਆ, 2-3 ਗੱਡੀਆਂ ਨੇ, ਯਾਰ ਪਤਾ ਕਿੱਦਾਂ ਲੱਗੂ ਵੀ ਮੈਂ ਫਲਾਨਾ ਆ। ਹੁਣ ਹੋ ਸਕਦਾ ਲੋਕਾਂ ਨੂੰ ਐਂ ਲੱਗੇ ਵੀ ਅੱਛਾ ਯਾਰ ਉੱਪਰੋਂ ਚਿੱਠੀ ਆ ਗਈ ਤੇ ਅਚਾਨਕ ਰਾਤੋਂ ਰਾਤ ਕਿਸੇ ਨੇ ਕਹਿਣਾ ਵੀ ਲੋਕ ਜੀ ਸਾਇਰਨ ਵੀ ਕੱਢ ਦਿਓ, ਬੱਤੀ ਵੀ ਕੱਢ ਦਿਓ, ਹੂਟਰ ਨਹੀਂ ਮਾਰਨਾ, ਸਟicker ਵੀ ਲਾ ਦਿਓ, ਹੈ ਨਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉਹਨੂੰ ਪੁੱਛਣ ਵਾਲਾ ਜਿਹੜਾ ਸਾਹਮਣੇ ਵਾਲੇ ਪਾਸੇ ਮੁਲਾਜ਼ਮ ਖੜਾ, ਉਹਦੀ ਵਿਚਾਰੇ ਦੀ ਕਿੱਡੀ ਕੁ ਪਹੁੰਚ ਆ ਵੀ ਅਗਲਾ ਆਖੇ ਵੀ ਡੱਕ ਓਏ ਤੂੰ ਵੀ ਕਿਹਦਾ ਮੁੰਡਾ, ਅਗਲਾ ਆਖੂ ਵੀ ਤੂੰ ਜਿੱਥੇ ਲੱਗਾ ਉਸੇ SSP ਸਾਹਿਬ ਦਾ, ਤੂੰ ਦੱਸ ਕੀ ਕਰਦਾ। ਤੇ ਉਹਦੀ ਵਿਚਾਰੇ ਦੀ ਕੀ ਜ਼ਰੂਰਤ ਹੈ ਵੀ ਅਗਲਾ ਆਖੇ ਵੀ ਜਨਾਬ ਵੀ ਤੁਸੀਂ ਮਹਾਰਾਜ ਆ ਜੀ ਹੂਟਰ ਜੀ, ਸਾਇਰਨ ਜੀ ਵੱਜਾ ਜੀ, ਠੀਕ ਨਹੀਂ ਜੀ। ਕਹਿਣ ਤੋਂ ਭਾਵੇਂ ਆ ਚਿੱਠੀ ਜਾਰੀ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ। ਕਿਤੇ ਨਾ ਕਿਤੇ ਅਗਲਿਆਂ ਨੂੰ ਆਪ ਹੀ ਚਾਹੀਦਾ ਵੀ ਯਾਰ SSP ਜਾਂ ਵੱਡੇ ਅਫਸਰ ਜਿਹੜੇ ਵੀ ABC ਨੇ, ਉਹ ਨੇ ਪਰਿਵਾਰ ਦਾ ਇੱਕ ਮੈਂਬਰ ਹੋ ਸਕਦਾ। ਇਹ ਨਹੀਂ ਹੈ ਵੀ ਗਾਂ ਨਿਆਣੇ, ਗਾਂ ਰਿਸ਼ਤੇਦਾਰ, ਗਾਂ ਦੂਰ ਦੀ ਦੂਰ ਕੁੜਮਾਚਾਰੀ ਦਾ ਕੋਈ ਆਪਾਂ ਸਾਰੇ ਆਪਣੇ ਆਪ ਨੂੰ ਸੇਮ ਸੀਟ ਤੇ ਸਮਝ ਜਾਈਏ। ਉਹ ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਅੰਦਰੋਂ ਸਮਝ ਆਵੇ ਤੇ ਫਿਰ ਤੇ ਹੋ ਸਕਦਾ। ਭਾਣਜਾ ਲਾ ਸਕਦਾ ਸਟicker। ਮੈਂ ਵੈਸੇ ਪੁੱਛਿਆ ਹੀ ਆ, ਤੁਸੀਂ ਉਹੀ ਗੱਲਾਂ ਕਰੀ ਜਾਂਦੇ। ਨਹੀਂ ਮੈਂ ਨਹੀਂ ਉਹੀ ਕਰਦਾ। ਫਿਰ ਮੁੜ ਕੇ ਜਦੋਂ ਮੇਰੀ ਗੱਲ, ਜਦੋਂ ਮੈਂ ਕਿਹਾ ਸੀ ਵੀ ਇਹ ਨਹੀਂ ਖਤਮ ਹੋਣਾ, ਮੈਂ ਉਸੇ ਉਦਾਹਰਨ ਤੋਂ ਹੀ ਕਿਹਾ ਸੀ। ਮੈਂ ਇੱਕ, ਤੁਸੀਂ ਕਹਿੰਦੇ ਨਾ ਵੀ ਉਹ ਖਤਮ ਨਹੀਂ ਹੋਣਾ, ਕੋਈ ਗੱਲ ਨਹੀਂ। ਹੁਣ ਨਾ ਲੋਕਾਂ ਦੀ ਜੇਬ ਦੇ ਵਿੱਚ ਇੱਕ 5-7 ਹਜ਼ਾਰ ਰੁਪਏ ਦਾ ਇੱਕ ਯੰਤਰ ਹੈ ਜਿਹਨੂੰ ਮੋਬਾਈਲ ਕਹਿੰਦੇ ਆ, ਉਹਦੇ ਵਿੱਚ ਇੱਕ ਪਤਾ ਨਹੀਂ ਕਿਹੜੇ ਬੰਦੇ ਨੇ ਕਿਹੜੇ ਵੇਲੇ ਕੈਮਰਾ ਲਾਤਾ। ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ, ਇੱਕ ਬਹੁਤ ਵੱਡੇ ਲੀਡਰ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਪਿੱਛੇ ਸਕਰੀਨ ਲਾ ਕੇ ਕੀਤੀ ਸੀ। ਅੱਜ ਭਾਵੇਂ ਉਹ ਖੁਦ ਪਟਿਆਲੇ ਜੇਲ੍ਹ 'ਚ ਨੇ, ਉਹਨਾਂ ਨੇ ਦਿਖਾਇਆ ਸੀ, ਆਹ ਦੇਖੋ, ਕਹਿੰਦੇ 1 ਮਿੰਟ ਉਹ ਨਿਕਲੂਗਾ ਹੁਣ ਨਹੀਂ, ਆਹ ਦੇਖੋ ਸਟicker ਵਾਲੀ ਗੱਡੀ 'ਚ ਬੈਠੂਗਾ। ਆਹ ਜਿਪਸੀਆਂ ਕਾਹਦੇ ਲਈ? ਇੱਕ ਅੱਗੇ ਜਿਪਸੀ, ਨਾ ਇਹਦੇ ਕੋਲੇ ਕੋਈ ਅਹੁਦਾ ਹੈ, ਨਾ ਇਹਦੇ ਕੋਲੇ ਕੁਛ ਐਂ ਹੈਗਾ। ਬਸ ਇਦਾਂ ਹੀ ਪ੍ਰੈਸ ਕਾਨਫਰੰਸਾਂ ਹੋਣੀਆਂ ਤੇ ਮੁੜ ਕੇ ਉਹ ਕਦੇ ਕਹਿੰਦੇ ਹੁੰਦੇ ਮੇਰੇ ਭੀੜ ਹੁੰਦੀ ਹੈ, ਕਦੇ ਫਿਰ ਬਿੱਟੂ ਸਾਹਿਬ ਕਹਿੰਦੇ ਹੁੰਦੇ ਬੋਰੀ 'ਚ ਪਾ ਲਿਆ। ਜਾਣੀ ਮੈਂ ਗੱਲ ਕਰ ਰਿਹਾ ਵੀ ਕਾਰਨ ਪਤਾ ਕਿ ਕਰਮਚਾਰੀ ਤਾਂ ਨਾ ਰੋਕੂਗਾ, ਜਦੋਂ ਜਨਤਕ ਹੋ ਜਾਂਦੀ ਫਿਰ ਰੋਕਣਾ ਪੈਂਦਾ ਅਗਲੇ ਨੂੰ। ਚਲੋ ਹੋ ਜਵੇ ਤੇ ਵਧੀਆ ਗੱਲ ਹੈ, ਪਰ ਮੈਨੂੰ ਆਸ ਨਹੀਂ। ਮਤਲਬ ਕਿਸੇ ਵੇਲੇ ਹੁੰਦਾ ਨਾ ਵੀ ਤੁਸੀਂ ਆਪਣੇ ਨਿਆਣੇ ਸਮਝਾ ਲਓਗੇ, ਕੋਈ ਐਵੇਂ ਨਿਆਣੇ ਸਮਝਦੇ, ਨਿਆਣੇ ਆਮ ਬੰਦੇ ਨਹੀਂ ਸਮਝਦੇ, ਅਫਸਰਾਂ ਨੇ ਸਾਨੂੰ ਕਮਾਲ ਕਰ ਦਿੰਦੇ। ਦੇਖੋ ਹੋ ਸਕਦਾ ਮੇਰੀ ਗੱਲ ਕਿਸੇ ਨੂੰ ਐਂ ਲੱਗੇ ਵੀ ਯਾਰ ਤੂੰ ਤਾਂ ਯਾਰ ਇਦਾਂ ਕਿੱਦਾਂ ਜੀ, ਇਹ ਚੇਂਜ ਆਉਣੀ ਚਾਹੀਦੀ। ਵੀ ਚੇਂਜ ਇਹ ਕੱਪ ਥੋੜ੍ਹਾ ਮੈਂ ਚੁੱਕ ਕੇ ਇੱਥੇ ਰੱਖ ਦੇ, ਲੈ ਵੀ ਹੁਣ ਇੱਧਰ ਹੋ ਗਿਆ ਜੀ, ਹੋ ਗਿਆ ਜੀ। ਨਹੀਂ ਮੈਂ ਵਾਰ-ਵਾਰ ਚੇਤੇ ਕਰਾਂ ਵੀ ਚਾਹ ਨਹੀਂ ਇਹ ਤਾਂ ਮੈਂ ਕਿਤੇ ਹੋਰ ਲਾਈ ਸੀ ਗੱਲ। ਨਹੀਂ ਬਿਲਕੁਲ ਕਹਿਣ ਤੋਂ ਭਾਵ ਇਹ ਆ ਕਿ ਵੀ ਇਹ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਆਪਣੇ ਆਪ ਦੇ ਵਿੱਚ ਅਨੁਸ਼ਾਸਨ ਰੱਖਣਾ ਪੈਣਾ ਵੀ ਨਹੀਂ ਯਾਰ ਆਪਾਂ ਕੀ ਕਰਨਾ ਕੀ ਨਹੀਂ ਕਰਨਾ। ਕਿਉਂਕਿ ਚੱਕਰ ਪਤਾ ਕੀ ਹੈ, ਜਿੰਨੇ ਕਿ ਵੀ ਸਾਹਿਬ ਨੇ ਜਾਂ ਉਹ ਤੋਂ ਵੱਡੇ ਸਾਹਿਬ ਨੇ ਜਾਂ ਉਹ ਤੋਂ ਵੱਡੇ ਸਾਹਿਬ ਨੇ, ਹਰੇਕ ਬੰਦੇ ਨੇ ਕਿਤੇ ਆਫ ਦਾ ਰਿਕਾਰਡ ਬਹਿ ਕੇ ਗੱਲ ਕਰੋ ਨਾ, ਕੁਛ ਨਹੀਂ ਰੱਖਿਆ ਜੀ ਇੱਥੇ, ਚਲੇ ਜਾਣਾ। ਮੈਂ ਤੇ ਆਪ ਬੱਚਿਆਂ ਨੂੰ ਕਿਹਾ ਬਾਹਰ ਚਲੇ ਜਾਓ ਤੁਸੀਂ, ਅਸੀਂ ਕੱਟ ਲਈ ਤੁਹਾਡੇ ਤੋਂ। ਹਾਂ ਨਾ, ਉਹ ਵਿਗਾੜੀ ਕਿੰਨੇ ਆ? ਆਮ ਲੋਕਾਂ ਦਾ ਨਹੀਂ ਵਿਗਾੜ ਦਿੱਤਾ ਸਾਰਾ ਕੁਝ। ਇਹਦਾ ਮਤਲਬ ਇਹ ਹੋ ਗਿਆ ਵੀ ਕਿਤੇ ਨਾ ਕਿਤੇ ਉੱਪਰੋਂ ਲੈ ਕੇ ਥੱਲੇ ਤੱਕ ਜਿਹੜੀ ਇੱਕ ਚੂੜੀ ਕਿਸੇ ਨੇ ਢਿੱਲੀ ਕਰਤੀ, ਦੂਜੀ ਕਿਸੇ ਨੇ, ਤੀਜੀ ਕਿਸੇ ਨੇ, ਤੇ ਜਦੋਂ ਛਾਨਣਾ ਜਮਾਂ ਹੀ ਹਿੱਲਣ ਲੱਗ ਪਿਆ ਜੀ, ਇਹ ਕਿੰਨੇ ਕਰ ਦਿੱਤਾ ਬਈ? ਹੋਰ ਕੋਈ ਬਾਹਰੋਂ ਥੋੜਾ ਆਇਆ ਕਰਨ ਵਾਲਾ ਵੀਰ ਜੀ, ਹੈ ਨਾ। ਚਲੋ ਆਸ ਕਰਦੇ ਆ ਵੀ ਫਰਕ ਪੈ ਜਾਊਗਾ ਕੋਈ। ਨਹੀਂ ਆਸ ਤਾਂ ਕਰਦੇ ਆ। ਬਾਕੀ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਲੀਡਰ ਨੇ, ਗਜਿੰਦਰ ਸਿੰਘ ਸ਼ੇਖਾਵਤ ਉਹਨਾਂ ਦਾ ਨਾਮ ਹੈ, ਕੇਂਦਰ ਸਰਕਾਰ 'ਚ ਮੰਤਰੀ ਨੇ, ਭਾਜਪਾ ਦੇ ਚੋਣ ਇੰਚਾਰਜ ਸੀ। 6% ਤੋਂ ਵੱਧ ਵੋਟਾਂ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਭਾਜਪਾ ਨੇ ਮਿਲੀਆਂ, 2 ਸੀਟਾਂ ਜਿੱਤੇ ਆ। ਹੋਰ ਤਾਰੀਫ ਵੀ ਕਰ ਲਓ ਥੋੜੀ ਜਿਹੀ। ਨਹੀਂ ਮੈਂ ਉਹ ਪਤਾ ਕਿਉਂ ਕਹਿੰਦਾ, ਤਾਰੀਫ ਘੱਟ ਲੱਗੀ ਵੈਸੇ। ਚਲੋ ਉਹ ਮਹਾਰਾਜ ਤਾਰੀਫ ਨਹੀਂ ਕੀਤੀ ਤੁਸੀਂ, ਜਦੋਂ ਮੈਂ ਗੱਲ ਅੱਗੇ ਸੁਣਾਉਣੀ ਹੈ 6% ਵੋਟਾਂ ਮਤਲਬ ਵੱਧ ਯਾਦ ਕਰਾਉਣਾ ਦਾ ਅਗਲੇ ਨੂੰ। ਉਹਦਾ ਕਾਰਨ ਪਤਾ ਕੀ ਆ? ਤੁਸੀਂ ਦੇਖੋ ਕਿ ਉਹ ਅਕਾਲੀ ਦਲ ਤੋਂ ਮੰਗਦੇ ਹੁੰਦੇ ਸੀ ਵੱਧ ਸੀਟਾਂ,
ਕਿ ਤੁਸੀਂ ਆਪ 97 ਤੇ ਲੜ ਲੈਂਦੇ ਹੋ, 94 ਤੇ ਲੜ ਲੈਂਦੇ ਹੋ, ਸਾਨੂੰ 23 ਦਿੰਦੇ ਹੋ, 25 ਦੇ ਦਿਓ ਯਾਰ। 50 ਤੋਂ ਸ਼ੁਰੂ ਹੋ ਕੇ 23 ਤੇ ਖੜ ਜਾਂਦੇ ਸੀ। ਐਤਕੀ ਉਹ ਕਹਿ ਸਕਦੇ ਆ ਕਿ ਇਦਾਂ ਆ ਭਈ ਟੋਟਲ 5 ਵਿੱਚੋਂ 2 ਸਾਡੀਆਂ, 3 ਅਕਾਲੀ ਦਲ ਦੀਆਂ, 2 ਉਹਨਾਂ ਦੀਆਂ, ਟੋਟਲ 5 ਨੇ ਨਾ। ਹੁਣ ਕਹਿਣਗੇ ਹੁਣ ਪਰਸੈਂਟੇਜ ਦੇਖੋ ਕਿੱਥੇ ਗਈ ਹੈ ਵੀ ਤੁਸੀਂ ਸਾਨੂੰ ਅੱਗੇ 1 ਸੀਟ ਵੀ ਨਹੀਂ ਵਧਾ ਕੇ ਦਿੰਦੇ। ਸੰਧਾਲੀਆ ਸਾਹਿਬ ਨਤੀਜਾ ਆ ਗਿਆ, ਸਾਰਾ ਕੰਮ ਅੱਗੇ ਪਿੱਛੇ ਹੋ ਗਿਆ। ਗਜਿੰਦਰ ਸਿੰਘ ਸ਼ੇਖਾਵਤ ਜ਼ਿਲ੍ਹਾ ਪਟਿਆਲੇ ਪੁੱਜਦੇ ਆ, ਕੇਂਦਰੀ ਮੰਤਰੀ ਨੇ, ਚੋਣ ਇੰਚਾਰਜ ਤਾਂ ਹੁਣ ਚੋਣ ਮੌਕੇ ਇੰਚਾਰਜ ਕਾਦੇ ਜਾਂਦੇ ਕਿੱਥੇ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਰਹੇ ਗੁਰਚਰਨ ਸਿੰਘ ਟੌੜਾ ਸਾਹਿਬ ਦੇ ਬਰਸੀ ਸਮਾਗਮ ਤੇ। ਅੱਜ ਤੱਕ ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਐਡੀਆਂ ਖਬਰਾਂ ਅਖਬਾਰਾਂ 'ਚ ਲੱਗੀਆਂ ਹੁੰਦੀਆਂ ਸੀ ਕਿ ਟੌੜਾ ਸਾਹਿਬ ਤੇ ਬਾਦਲ ਸਾਹਿਬ ਇਕੱਠੇ ਗਏ, ਟੌੜਾ ਸਾਹਿਬ ਤੇ ਬਾਦਲ ਸਾਹਿਬ ਅੱਡ ਹੋਏ, ਟੌੜਾ ਸਾਹਿਬ ਤੇ ਬਾਦਲ ਸਾਹਿਬ ਫਿਰ ਇਕੱਠੇ ਹੋਏ, ਫਿਰ ਟੌੜਾ ਸਾਹਿਬ ਦੀ ਮੌਤ ਹੁੰਦੀ ਹੈ। ਉਹਦੇ ਤੋਂ ਬਾਅਦ ਕਿ ਟੌੜਾ ਸਾਹਿਬ ਦੀ ਬਰਸੀ ਦੇ ਉੱਤੇ ਬਾਦਲ ਸਾਹਿਬ ਗਏ, ਸੁਖਬੀਰ ਸਿੰਘ ਬਾਦਲ ਸਾਹਿਬ ਗਏ। ਐਤਕੀ ਟੌੜਾ ਸਾਹਿਬ ਦੀ ਬਰਸੀ ਦੇ ਮੌਕੇ ਦੇ ਉੱਤੇ ਗਜਿੰਦਰ ਸਿੰਘ ਸ਼ੇਖਾਵਤ ਗਏ। ਇਹਦਾ ਮਤਲਬ ਹੈ ਕਿ ਚੋਣਾਂ ਮੁੱਕ ਗਈਆਂ, ਸੀਟਾਂ ਭਾਵੇਂ 2 ਹੀ ਆਈਆਂ, ਪਰ ਉਹਨਾਂ ਦੇ ਏਜੰਡੇ ਦੇ ਉੱਤੇ ਅਜੇ ਵੀ ਹੈਗਾ ਕਿ ਭਾਈ ਆਪਾਂ ਪੰਜਾਬ ਦੇ ਵਿੱਚ ਕਿਹਨੂੰ ਕਿਹਨੂੰ ਕਿੱਦਾਂ ਨਾਲ ਜੋੜ ਕੇ ਕਿੱਧਰ ਲੈ ਜਾਣਾ। ਤਾਂ ਉਹਨਾਂ ਨੇ ਕਿਹਾ ਪਤਾ ਕੀ ਕਹਿੰਦੇ, ਸਿੱਖੀ ਸਿਧਾਂਤ ਨਹੀਂ ਛੋੜੇ उन्होंने अपना घर नहीं बनाया, उन्होंने पैसे नहीं कमाए, उन्होंने द्रोह नहीं किया। वो पंजाब के लिए जीते थे, वो सिखों के लिए जीते थे, उनका अनुसरण करना चाहिए हमें। ਇਹ ਤਾਂ ਵੈਸੇ ਲੋਕਾਂ ਨੂੰ ਵੈਸੇ ਵੀ ਬੜੀ ਹੈਰਾਨਗੀ ਹੋਈ ਸੀ ਜਦੋਂ ਪੰਥ ਰਤਨ ਗੁਰਚਰਨ ਸਿੰਘ ਟੌੜਾ ਹੋਰਾਂ ਦੀ ਫੋਟੋ ਤਸਵੀਰ ਦੇ ਨਾਲ ਪੰਜਾਬ ਸਰਕਾਰ ਵਾਲੇ ਪਾਸੋਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਉਂਦਾ ਭਗਵੰਤ ਸਿੰਘ ਮਾਨ ਹੋਰਾਂ ਦੀ ਫੋਟੋ ਦੇ ਨਾਲ ਜੀ। ਹੁਣ ਉਦੋਂ ਵੀ ਲੋਕਾਂ ਨੂੰ ਬੜੀ ਹੈਰਾਨੀ ਹੋਈ ਵੀ ਯਾਰ ਆਮ ਆਦਮੀ ਪਾਰਟੀ ਤੇ ਗੁਰਚਰਨ ਸਿੰਘ ਟੌੜਾ ਹੋਰਾਂ ਨੂੰ ਯਾਦ ਕਰ ਰਹੀ ਹੈ ਤੇ ਜਿਨ੍ਹਾਂ ਨੂੰ ਕਰਨਾ ਚਾਹੀਦਾ ਸੀ ਉਧਰ ਵਾਲੇ ਪਾਸਿਓਂ ਕੋਈ ਬਹੁਤ ਯਾਦ ਕੀਤੇ ਨਹੀਂ ਕਿਸੇ ਨੇ। ਹਾਂ, ਇਹ ਸਮੀਕਰਨ ਤੇ ਚੇਂਜ ਹੋ ਰਹੇ ਨੇ, ਇਹ ਗੱਲ ਪੱਕੀ ਹੈ ਵੀ ਇਹਦੇ 'ਚ ਕਲੀਅਰ ਕੱਟ ਸਿਆਸਤ। ਜੇ ਮੈਂ ਕਹਾਂ ਵੀ ਹਾਂ ਵੀ ਯਾਰ ਓਕੇ ਵੀ ਇਹਦੇ 'ਚ ਚੇਂਜ ਆ ਗਈ ਆ ਤੇ ਉਹ ਹੋ ਪੰਜਾਬ ਦੇ ਲੋਕਾਂ ਦਾ ਕੁਝ ਬਦਲ ਜਾਣਾ, ਵੀ 100 ਵਾਟ ਦਾ ਬਲਬ ਅਚਾਨਕ 200 ਦਾ ਹੋ ਜਾਣਾ, ਇੱਦਾਂ ਦਾ ਕੁਝ ਨਹੀਂ ਹੋਣਾ। ਨਹੀਂ, ਇਹ ਸਿਆਸੀ ਸਮੀਕਰਨ ਨੇ ਵੀ ਅਗਲਾ ਆਪਣੇ ਆਪਣੇ ਹਿਸਾਬ ਨਾਲ ਆਪਣੀਆਂ ਗੋਟੀਆਂ ਫਿੱਟ ਕਰਨ ਦੀ ਕੋਸ਼ਿਸ਼ ਕਰਦਾ। ਪਰ ਹਾਂ, ਮੈਂ ਨਾ ਜਿਹੜਾ ਜਿਹਦੇ ਨਾਲ ਮਰਜ਼ੀ ਕਰੇ ਜੀ, ਪਰ ਇੱਕ ਚੀਜ਼ ਜ਼ਰੂਰ ਕਰ ਲਓ ਵੀ ਯਾਰ ਜਿਨ੍ਹਾਂ ਲਈ ਕਰ ਰਹੇ ਹੋ, ਜਾਂ ਅੱਜ ਵੀ ਜੇ ਮੰਨ ਲਓ ਟੌੜਾ ਸਾਹਿਬ ਜਾਂ ਉਹਨਾਂ ਦੇ ਪਰਿਵਾਰ ਦੀ ਗੱਲ ਕਰਦੇ ਜਾਂ ਹੋਰ ਜਿਹੜੀਆਂ ਵੱਡੀਆਂ ਫੈਮਲੀਜ਼ ਨੇ ਗਾ ਉਹਨਾਂ ਦੇ ਪਰਿਵਾਰ, ਜਾਂ ਉਹ ਸੋਚਦੇ ਗਾਂ ਸਾਡੇ ਨਿਆਣਿਆਂ ਨੇ ਆਉਣਾ, ਜਿਨ੍ਹਾਂ ਦੇ ਉੱਪਰ ਆ ਕੇ ਰਾਜ ਕਰਨਾ ਨਾ, ਉਹ ਬੰਦੇ ਘੱਟੋ ਘੱਟ ਉੱਥੇ ਰਹਿ ਸਕਣ ਜਾਂ ਉਹਨਾਂ ਦੇ ਨਿਆਣੇ ਰਹਿ ਸਕਣ। ਇਸ ਵਕਤ ਉਹ ਕਿੰਨਾ ਕੁ ਉੱਥੇ ਰਹਿਣਾ ਚਾਹੁੰਦੇ ਆ, ਸਭ ਤੋਂ ਵੱਡਾ ਸਵਾਲ ਇਹ ਹੈ। ਨਹੀਂ, ਇੱਦਾਂ ਹੀ ਆ ਜੀ। ਬਾਕੀ ਸੰਧਾਲੀਆ ਸਾਹਿਬ ਖਬਰਾਂ ਹੋਰ ਬਹੁਤ ਸਾਰੀਆਂ, ਪਰ ਹੁਣ ਆਪਾਂ ਸਿੱਧੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਾਣਾ ਹੈ। ਲੈ ਜਾਂਦਾ ਆਪਾਂ ਨੂੰ ਕੋਈ? ਹਾਂ, ਲੈ ਜਾਂਦਾ। ਮੈਂ ਫਿਰ ਕਿੰਨਾ, ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਅੰਦਰ ਕੀ ਹੋਇਆ ਵਿਧਾਨ ਸਭਾ ਦੇ, ਕਿਹਨੇ ਕੀ ਬੋਲਿਆ, ਉਹ ਇੱਕ ਵੱਖਰੀ ਗੱਲ ਹੈ, ਪਰ ਜਿਹੜੀ ਪੰਜਾਬ ਦੇ ਲੋਕਾਂ ਦੇ ਲਈ ਮਹੱਤਵਪੂਰਨ ਚੀਜ਼ ਹੈ, ਅਸੀਂ ਜਿੰਨੀ ਦੇਰ ਠੰਡ ਲੱਗਦੀ ਹੁੰਦੀ ਨਾ ਸੰਧਾਲੀਆ ਸਾਹਿਬ, ਹੁੰਦਾ ਯਾਰ ਕਿਤੇ ਉੱਥੇ ਪਹੁੰਚ ਜਾਈਏ, ਕੱਪੜੇ ਗਿੱਲੇ ਆ, ਕਿਤੇ ਕੱਪੜੇ ਲਾ ਕੇ ਸੁੱਕੇ ਕੱਪੜੇ ਪਾ ਲਈਏ, ਰਜਾਈ 'ਚ ਵੜ ਜਾਈਏ, ਮੂੰਗਫਲੀ ਚੱਬੀਏ, ਤੇ ਮੇਰੇ ਅੱਗੇ ਬੰਦੇ ਨੂੰ ਕਿਤੇ ਚਾਹ ਦਾ ਗਲਾਸ ਮਿਲ ਜਾਵੇ, ਤੁਹਾਨੂੰ ਹੁੰਦਾ ਕਿ ਫਲਾਨੀ ਕੌਫੀ ਮਿਲ ਜਾਵੇ, ਜਾਣੀ ਪੱਧਰ ਦਾ ਫਰਕ ਹੁੰਦਾ ਨਾ, ਜਾਣੀ ਕਿ ਲੋੜ ਹੁੰਦੀ ਚੀਜ਼ ਦੀ। ਪਰ ਜਦੋਂ ਫਿਰ ਰਜਾਈ 'ਚ ਵੜ ਜਾਣਾ, ਜਦੋਂ ਕੱਪੜੇ ਸੁੱਕੇ ਪਾ ਲੈਣੇ, ਜਦੋਂ ਨਿੱਘ ਜੇ ਆ ਜਾਣਾ, ਫਿਰ ਰਜਾਈ ਦੀ ਇੰਪੋਰਟੈਂਸ ਖਤਮ ਹੋ ਜਾਂਦੀ, ਚੇਤਾ ਭੁੱਲ ਜਾਂਦੀ ਹੈ। ਆ ਹੁਣ ਹੋਈ ਹੈ ਜੇ ਹਿਸਾਬ ਨਾਲ ਗਰਮੀ ਹੈ ਅੱਜ ਦੀ ਡੇਟ ਦੇ ਵੀ ਪੰਜਾਬ 'ਚ ਕਿਹਨੂੰ ਆ ਕੇ ਰਜਾਈ, ਅਗਲਾ ਨਾਲ ਹੀ ਆਹੋ ਅੱਖਾਂ ਲਾਲ ਜਿਹੀਆਂ ਕਰਕੇ ਦੇਖਦਾ ਵੀ ਕਮਲਾ ਤਾਂ ਨਹੀਂ ਹੋ ਗਿਆ ਬੰਦਾ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਵਿਧਾਨ ਸਭਾ ਦਾ ਸੈਸ਼ਨ, ਅੱਗੇ ਆਪਾਂ ਲੋਕਾਂ ਨੂੰ ਗੱਲ ਦੱਸਦੇ ਹੁੰਦੇ ਸੀ, ਪੱਤਰਕਾਰ ਲੋਕ, ਵਿਧਾਨ ਸਭਾ ਦਾ ਸੈਸ਼ਨ ਹੋਇਆ, ਗਰਮਾ ਗਰਮ ਬਹਿਸ ਹੋਈ, ਉੱਥੇ ਆਹ ਕੰਮ ਹੋਇਆ, ਆਹ ਬੰਦਾ ਬੋਲਦਾ ਸੀ, ਐਨੇ ਵਿੱਚ ਉਹਦੇ ਇਤਰਾਜ਼ ਕੀਤਾ, ਇਹਨੂੰ ਸਪੀਕਰ ਸਾਹਿਬ ਨੇ ਬਾਹਰ ਕੱਢ ਦਿੱਤਾ, ਇਹਨੇ ਬਾਈਕਾਟ ਕਰ ਦਿੱਤਾ, ਡੀਟੇਲ ਨਹੀਂ ਸੀ ਪਤਾ ਲੱਗਦੀ। ਬਾਰ-ਬਾਰ ਚਰਚਾ ਚੱਲਦੀ ਸੀ ਕਿ ਕਿਉਂ ਨਾ ਪੰਜਾਬ ਵਿਧਾਨ ਸਭਾ 'ਚ ਜਿਹੜੀ ਵੀ ਕਾਰਵਾਈ ਹੁੰਦੀ ਲਾਈਵ ਦਿਖਾਓ ਯਾਰ। ਉੱਥੇ ਕੋਈ ਆਪਣਾ ਐਮਐਲਏ ਸੁੱਤਾ ਪਿਆ, ਕਿਸੇ ਦੀ ਅੱਖ ਲੱਗ ਗਈ ਹੈ, ਕੋਈ ਧਿਆਨ ਨਹੀਂ ਦਿੰਦਾ, ਕੋਈ ਮੋਬਾਈਲ ਤੇ ਹੈ, ਕਿਹਨੇ ਕਿਹੜਾ ਸਵਾਲ ਪੁੱਛਿਆ, ਆਮ ਲੋਕਾਂ ਨੂੰ ਉਹਨਾਂ ਦੁਆਰਾ ਚੁਣੇ ਗਏ ਐਮਐਲਏ ਦੀ ਕਾਰਗੁਜ਼ਾਰੀ ਦਾ ਪਤਾ ਹੋਣਾ ਚਾਹੀਦਾ। ਵੈਸੇ ਦਿਖਾਇਆ ਲਾਈਵ ਕੈਪਟਨ ਸਾਹਿਬ ਵਾਰੀ ਵੀ ਗਿਆ ਸੀ, ਪਰ ਉਨੀ ਕੁ ਦੇਰ ਜਿੰਨੀ ਦੇਰ ਕੈਪਟਨ ਸਾਹਿਬ ਬੋਲਦੇ, ਜਦੋਂ ਸਿੱਧੂ ਸਾਹਿਬ ਦੀ ਵਾਰੀ ਆਈ ਸੀ ਤਾਂ ਉਦੋਂ ਲਾਈਵ ਕੱਟ ਦਿੱਤਾ ਸੀ। ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਹੜਾ ਨਵੀਂ ਸਰਕਾਰ ਦਾ ਇਹ ਫੈਸਲਾ ਕਿ ਅਸੀਂ ਸੈਸ਼ਨ ਦੀ ਕਾਰਵਾਈ ਲਾਈਵ ਦਿਖਾਉਣੀ ਹੈ, ਚੰਗਾ ਫੈਸਲਾ। ਲੋਕਾਂ ਨੂੰ ਪਤਾ ਲੱਗ ਗਿਆ ਸਰਕਾਰ ਕੀ ਬੋਲਦੀ ਹੈ, ਵਿਰੋਧੀ ਕੀ ਬੋਲਦੇ ਆ, ਚੁੱਪ ਕਰਕੇ ਕੌਣ ਬਹਿੰਦਾ, ਕਿਹੜਾ ਬੰਦਾ ਇੰਟਰਪਟ ਕਰਦਾ ਹੈ, ਕਿਹੜਾ ਸਪੀਕਰ ਸਾਹਿਬ ਦੀ ਕਾਰਵਾਈ ਹੁੰਦੀ। ਬੜੇ ਐਤਕੀ ਬਹੁਤ ਸਾਰੇ ਆਮ ਬੰਦੇ ਜਿਹੜੇ ਐਮਐਲਏ ਬਣੇ ਆ ਨਾ, ਜਿਹੜੇ ਪਹਿਲਾਂ ਸਿਆਸਤ 'ਚ ਨਹੀਂ ਸੀ। ਸੰਧਾਲੀਆ ਸਾਹਿਬ, ਹੋ ਸਕਦਾ ਤੁਹਾਡੇ ਪਿੰਡੋਂ, ਤੁਹਾਡੇ ਗੁਆਂਢ 'ਚੋਂ, ਤੁਹਾਡੇ ਸ਼ਹਿਰ 'ਚੋਂ ਕਿਸੇ ਦੇ ਮਨ 'ਚ ਹੋਵੇ ਕਿ ਭਾਈ ਰਾਜਨੀਤੀ 'ਚ ਜਾਣਾ, ਉਹਨੂੰ ਵਿਧਾਨ ਸਭਾ ਦਾ ਪਾਸ ਲੈਣ ਲਈ ਕਿਸੇ ਦੇ ਮਿੰਨਤ ਤਰਲਾ ਕਰਨ ਦੀ ਲੋੜ ਨਹੀਂ ਕਿ ਉੱਥੇ ਕੰਮ ਕਿੱਦਾਂ ਚੱਲਦਾ। ਘਰੇ ਬੈਠੋ, ਮੋਬਾਈਲ ਤੇ ਦੇਖੋ, ਟੀਵੀ ਤੇ ਦੇਖੋ, ਲਾਈਵ ਕਾਰਵਾਈ ਚੱਲਦੀ। ਅੱਛਾ, ਸਪੀਕਰ ਸਾਹਿਬ ਐਂ ਕਹਿੰਦੇ ਹੁੰਦੇ ਆ, 0 ਆਵਰ ਆ ਹੁੰਦਾ, ਸਵਾਲ ਇੱਦਾਂ ਪੁੱਛੇ ਜਾਂਦੇ ਆ, ਮੁੱਖ ਮੰਤਰੀ ਬੋਲਦੇ ਵਿੱਚ ਬੋਲਣਾ ਚਾਹੀਦਾ ਕਿ ਨਹੀਂ, ਆਪਣੇ ਆਪ ਹੀ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਬੰਦਾ ਫਿੱਟ ਹੋ ਜੂ। ਵਧੀਆ ਗੱਲ ਆ, ਪਰ ਕਾਰਨ ਇਹ ਵੀ ਚਲੋ ਵਿਧਾਨ ਸਭਾ ਦਾ ਸੈਸ਼ਨ ਹੋਇਆ, ਲਾਈਵ ਹੋਇਆ ਜੀ, ਜਿਸ ਮੁੱਦੇ ਤੇ ਹੋਇਆ ਪਹਿਲਾਂ ਤਾਂ ਆਪਾਂ ਉਹਦੀ ਗੱਲ ਕਰ ਲਈ। ਆਜੋ ਦੇਖੋ, ਮੁੱਦਾ ਮਤਾ ਇਹ ਹੈ ਕਿ ਵੀ ਉਹ ਕਹਿੰਦੇ ਵੀ ਪੰਜਾਬ ਆ ਤੇ ਪੰਜਾਬ ਦੀ ਰਾਜਧਾਨੀ ਆ।
ਪਰ ਪੰਜਾਬ ਨੇ ਇੰਨਾ ਕੁਝ ਕੀਤਾ ਮਹਾਰਾਜ, ਤੇ ਸਾਨੂੰ ਅਜੇ ਤੱਕ ਸਾਡੀ ਰਾਜਧਾਨੀ ਨਹੀਂ ਦਿੱਤੀ। ਇਹ ਤੋਂ ਇਲਾਵਾ ਜਿੱਥੇ ਜਿੱਥੇ ਵੀ ਸਟੇਟ ਦੇ ਹੱਕ ਬਣਦੇ ਉਹਨਾਂ ਸਾਰਿਆਂ ਹੱਕਾਂ ਨੂੰ ਖੋਇਆ ਜਾ ਰਿਹਾ। ਤੁਸੀਂ ਪੰਜਾਬ ਦੇ ਜੇ ਯੋਗਦਾਨ ਦੀ ਗੱਲ ਕਰਦੇ ਹੋ ਤਾਂ ਚਾਹੇ ਆਪਾਂ ਆਜ਼ਾਦੀ ਤੋਂ ਸ਼ੁਰੂ ਹੋ ਜਾਈਏ ਜਾਂ ਆਜ਼ਾਦੀ ਤੋਂ ਬਾਅਦ ਦੀ ਗੱਲਬਾਤ ਕਰ ਲਈਏ, ਵੀ ਕਿਹੜਾ ਥਾਂ ਤੇ ਕਿਹੜੀ ਜਗ੍ਹਾ ਜਿੱਥੇ ਤੁਸੀਂ ਪੰਜਾਬ ਨੂੰ ਵਰਤਿਆ ਨਹੀਂ ਜਾਂ ਪੰਜਾਬ ਦੇਸ਼ ਦੇ ਕੰਮ ਨਹੀਂ ਆਇਆ। ਚਾਹੇ ਉਹ ਬਾਰਡਰ 'ਤੇ ਹਿੱਕਾਂ ਡਾਉਣ ਦੀ ਗੱਲ ਹੋ ਗਈ, ਚਾਹੇ ਉਹ ਅਨਾਜ ਦੀ ਲੋੜ ਸੀਗੀ ਤੇ ਉਦੋਂ ਦੀ ਗੱਲ ਹੋ ਗਈ, ਚਾਹੇ ਆਪਾਂ ਪਾਣੀ ਦੀ ਗੱਲ ਕਰ ਲਈਏ, ਕਿਸੇ ਪਾਸਿਓਂ ਤੁਸੀਂ ਗੱਲ ਕਰ ਲਓ। ਵੀ ਯਾਰ ਜਿੱਥੇ ਤੁਹਾਨੂੰ ਲੱਗਦਾ ਵੀ ਯਾਰ ਹੁਣ ਪੰਜਾਬ ਨੂੰ ਵੀ ਕੁਛ ਚਾਹੀਦਾ, ਉਸ ਜਗ੍ਹਾ ਦੇ ਉੱਪਰ ਆ ਕੇ ਆਪਾਂ ਜਿਹੜਾ ਹੱਥ ਘੁੱਟ ਲੈਨੇ ਤਾਂ ਕਿ ਜਾਂ ਤੂੰ ਕੌਣ ਆ, ਮੈਂ ਤੈਨੂੰ ਜਾਣਦਾ ਹੀ ਨਹੀਂ। ਇਹਦੀ ਇੱਕ ਬੜੀ ਉਦਾਹਰਨ ਜਿਹੜੀ ਮਾਨ ਸਾਹਿਬ ਨੇ ਉੱਥੇ ਕੋਟ ਵੀ ਕੀਤੀ, ਵੀ ਜਿਹੜਾ ਪਠਾਨਕੋਟ ਵਾਲਾ ਹਮਲਾ ਹੋਇਆ ਸੀ, ਉਸ ਹਮਲੇ ਤੋਂ ਬਾਅਦ 7.5 ਕਰੋੜ ਦਾ ਬਿੱਲ ਕਹਿੰਦੇ ਪੰਜਾਬ ਨੂੰ ਭੇਜਿਆ ਗਿਆ ਵੀ ਯਾਰ ਤੁਹਾਡੇ ਉੱਥੇ ਹਮਲਾ ਹੋਇਆ ਸੀ ਤੇ ਆਰਮੀ ਆਈ ਸੀ, ਉਹਦਾ ਬਿੱਲ ਆ। ਉਹ ਕਹਿੰਦੇ ਮੈਂ ਸਾਧੂ ਸਿੰਘ ਨੂੰ ਨਾਲ ਲੈ ਕੇ ਤੇ ਉੱਥੇ ਜਾ ਕੇ ਗੱਲ ਕੀਤੀ, ਯਾਰ ਸਦਕੇ ਜਵਾਨੋ ਆਹ ਤੁਸੀਂ ਮੁੱਲ ਪਾਉਣ ਲੱਗੇ ਹੋ ਵੀ 7.5 ਕਰੋੜ ਚਾਹੀਦਾ। ਕਹਿੰਦੇ ਵੀ ਠੀਕ ਆ, ਸਰਕਾਰ ਦਾ ਤੇ ਸਾਨੂੰ ਪਤਾ ਨਹੀਂ, ਅਸੀਂ ਆਪਣੇ ਫੰਡ 'ਚੋਂ ਤੁਹਾਨੂੰ ਵਾਪਸ ਕਰ ਦਿੰਦੇ ਹਾਂ, ਪਰ ਇੱਕ ਚੀਜ਼ ਸਾਨੂੰ ਨਾਲ ਹੀ ਨੋਟ ਕਰ ਦਿਓ ਵੀ ਜਿਹੜਾ ਪੰਜਾਬ ਆ ਉਹ ਕਿਰਾਏ ਵਾਲਾ ਕੰਮ ਆ, ਤੇ ਜਿਹੜਾ ਪੰਜਾਬ ਆ ਉਹਨੇ ਹੁਣ ਕਿਰਾਏ ਤੇ ਆਰਮੀ ਤੁਹਾਡੇ ਕੋਲੋਂ ਲਿਆ ਕਰਨੀ। ਵੀ ਪੰਜਾਬ ਵੱਖਰਾ, ਉਹ ਆਪਣੀ ਰੱਖਿਆ ਦੇ ਲਈ ਇੰਡੀਆ ਤੋਂ ਕਿਰਾਏ ਤੇ ਆਰਮੀ ਲਿਆ ਕਰੂਗਾ, ਤੁਸੀਂ ਸਾਨੂੰ ਲਿਖ ਦਿਓ, ਅਸੀਂ ਤੁਹਾਨੂੰ ਬਿੱਲ ਪੈਸੇ ਦੇ ਦਿੰਦੇ ਹਾਂ। ਕਹਿੰਦੇ ਉਦੋਂ ਬਾਅਦ ਉਹਨਾਂ ਨੇ ਮਾਫ ਕੀਤਾ। ਹੁਣ ਇੰਨੇ ਸਾਲਾਂ ਬਾਅਦ ਇਹ ਗੱਲ ਦੁਬਾਰਾ ਇੱਕ ਵਾਰ ਸਾਹਮਣੇ ਆਉਣੀ, ਉਹ ਵੀ ਮੁੱਖ ਮੰਤਰੀ ਦੇ ਰੂਪ ਦੇ ਵਿੱਚ, ਜਦੋਂ ਭਗਵੰਤ ਮਾਨ ਹੋਣੀ ਸਦਨ 'ਚ ਬੈਠੇ ਆ। ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਆਏ ਹੋਣੇ ਵੀ ਯਾਰ ਆਹ ਉਹ ਕੋਈ ਗੱਲਾਂ ਕਰਨ ਵਾਲੀਆਂ ਨੇ, ਜਿੱਦਣ ਕਿਸੇ ਨੇ ਉਹ ਬਿੱਲ ਬਣਾਇਆ ਹੋਊਗਾ, ਜਿੱਦਣ ਕਿਸੇ ਦੀ ਗੱਲ ਦਿਮਾਗ 'ਚ ਆਈ ਹੋਊਗੀ, ਜਿਹੜੀ ਗੱਲ ਕਹਿ ਕੇ ਉਹਨਾਂ ਨੇ ਮਾਫ ਕਰਾਈ, ਉਹ ਗੱਲ ਅਗਲੇ ਦੇ ਦਿਮਾਗ 'ਚ ਕਿਉਂ ਨਹੀਂ ਆਈ? ਸੰਧਾਲੀਆ ਸਾਹਿਬ ਦੇਖੋ, ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸੀ, ਮੁੱਦਾ ਤਾਂ ਇਹ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਕਰਮਚਾਰੀ ਨੇ ਉਹ ਹੁਣ ਕੇਂਦਰ ਦੇ ਅਧੀਨ ਆ, ਉਹਨਾਂ ਦੇ ਉੱਤੇ ਨਿਯਮ ਜਿਹੜੇ ਉਹ ਕੇਂਦਰ ਦੇ ਲਾਗੂ ਹੋਣੇ ਆ, ਚੰਡੀਗੜ੍ਹ ਸਰਵਿਸਿਜ਼ ਰੂਲਸ ਜੋ ਵੀ ਉਹਦਾ ਨਾਂ ਰੱਖਿਆ ਗਿਆ। ਉਹਦਾ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਧਿਰਾਂ ਨੇ ਵਿਰੋਧ ਕੀਤਾ ਕਿ ਇਹਦੇ ਨਾਲ ਉਹ ਚੰਡੀਗੜ੍ਹ ਜਿਹੜਾ ਕਿ ਪੰਜਾਬ ਦੇ ਇਲਾਕੇ 'ਚ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ, ਜਿਹੜਾ ਕਿ ਪੰਜਾਬ ਨੂੰ ਮਿਲਣਾ ਸੀ ਤੇ ਆਖਿਆ ਗਿਆ ਸੀ, ਦਿੱਤਾ ਨਹੀਂ, ਤੇ ਉਹਦੇ ਤੋਂ ਪੰਜਾਬ ਦਾ ਅਧਿਕਾਰ ਥੋੜ੍ਹਾ ਹੁੰਦਾ, ਘੱਟ ਹੁੰਦਾ, ਕਮਜ਼ੋਰ ਹੁੰਦਾ। ਇਹ ਕੰਮ ਨਾ ਕੀਤਾ ਜਾਵੇ। ਭਾਜਪਾ ਨੂੰ ਛੱਡ ਕੇ ਜਦੋਂ ਸਾਰੀਆਂ ਧਿਰਾਂ ਇਕਮੁੱਠ ਸੀ ਤਾਂ ਫਿਰ ਇਹ ਸਵਾਲ ਪੈਦਾ ਹੁੰਦਾ ਉਹਨੂੰ ਕੀਤਾ ਕੀ ਜਾਵੇ। ਧਿਰਾਂ ਤਾਂ ਇਕਮੁੱਠ ਹੋ ਗਈਆਂ, ਧਿਰਾਂ ਤਾਂ BSF ਵਾਲੇ ਮੁੱਦੇ ਤੇ ਵੀ ਇਕਮੁੱਠ ਸੀ, ਇਹ ਧਿਰਾਂ ਤਾਂ ਖੇਤੀ ਵਾਲੇ ਮੁੱਦੇ ਤੇ ਵੀ ਇਕਮੁੱਠ ਸੀ, ਪਰ ਅਗਲੇ ਮੰਨੇ ਥੋੜ੍ਹੀ ਸੀ, ਮੰਨੇ ਤਾਂ ਕਿਸੇ ਹੋਰ ਤਰੀਕੇ ਸੀ ਕਿ ਹੁਣ ਕੀਤਾ ਕੀ ਜਾਵੇ। ਚਲੋ ਕੁਲਤਾਰ ਸਿੰਘ ਸੰਧਵਾਂ ਸਪੀਕਰ ਸਾਹਿਬ ਨੇ, ਉਹਨਾਂ ਨੇ ਸਰਕਾਰ ਦੇ ਕਹਿਣ ਤੇ ਸੈਸ਼ਨ ਸੱਦ ਲਿਆ, ਸੈਸ਼ਨ ਲਾਈਵ ਹੋ ਗਿਆ। ਉਹਦੇ ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਮਤਾ ਰੱਖਿਆ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ। ਉਹਦੇ ਵਿੱਚ ਮਤਾ ਇਕੱਲਾ ਇਹ ਨਹੀਂ ਕਿ ਉਹ ਰੂਲ ਜਿਹੜੇ ਨੇ ਲਾਗੂ ਕੀਤੇ ਗਏ ਉਹ ਪਰੇ ਕੀਤੇ ਜਾਣ, ਕਿ ਚੰਡੀਗੜ੍ਹ ਪੰਜਾਬ ਦਾ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ, ਤੇ ਬਾਕੀ ਸੂਬਿਆਂ ਦੀ ਜਦੋਂ ਇਦਾਂ ਵੰਡ ਹੋਈ ਸੀ ਤਾਂ ਮੁੱਖ ਸੂਬੇ ਨੂੰ ਹੀ ਰਾਜਧਾਨੀ ਦਿੱਤੀ ਜਾਂਦੀ ਰਹੀ ਹੈ। ਪੰਜਾਬ ਦੇ ਨਾਲ ਇਦਾਂ ਕਿਉਂ ਨਹੀਂ ਕਰਦੇ ਤੇ ਪੰਜਾਬ ਨੂੰ ਦਿਓ। ਮਤਾ ਪਾਸ ਹੋ ਗਿਆ, ਰਾਜਪਾਲ ਸਾਹਿਬ ਕੋਲ ਚਲੇ ਜੂ। ਪਰ ਜਿਹੜੀ ਗੱਲ ਮੈਨੂੰ ਠੀਕ ਲੱਗੀ ਹੈ ਇਸ ਸਾਰੀ ਪ੍ਰਕਿਰਿਆ 'ਚ, ਠੀਕ ਹੈ ਆਪਾਂ ਅੱਗੇ ਜਾ ਕੇ ਵਿਸਥਾਰ 'ਚ ਗੱਲ ਕਰਦੇ ਹਾਂ, ਰਾਣਾ ਗੁਰਜੀਤ ਸਿੰਘ ਦਾ ਭਗਵੰਤ ਮਾਨ ਸਾਹਿਬ ਨਾਲ ਪੰਗਾ ਪਿਆ, ਅਮਨ ਅਰੋੜਾ ਸਾਹਿਬ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਦਾ ਥੋੜ੍ਹਾ ਜਿਹਾ ਰੌਲਾ ਪਿਆ, ਰਾਣਾ ਇੰਦਰ ਪ੍ਰਤਾਪ ਦੀ ਚਰਚਾ ਚੱਲੀ, ਖਹਿਰਾ ਸਾਹਿਬ ਬੋਲੇ, ਥੋੜ੍ਹਾ ਜਿਹਾ ਰੌਲਾ ਪਿਆ। ਪਰ ਇਹਦੇ ਬਾਵਜੂਦ ਵੀ ਇਸ ਮੁੱਦੇ ਤੇ, ਕਿਉਂਕਿ ਇਹ ਪੰਜਾਬ ਦਾ ਮੁੱਦਾ ਸੀ, ਇਹਦੇ ਤੇ ਸਾਰੀਆਂ ਧਿਰਾਂ ਇਕਮੁੱਠ ਸੀ। ਅੱਜ ਤੱਕ ਪੰਜਾਬ ਦੀਆਂ ਸਿਆਸੀ ਧਿਰਾਂ, ਚਾਹੇ ਖੇਤੀ ਮੁੱਦਾ, ਚਾਹੇ BSF ਮੁੱਦਾ, ਚਾਹੇ BBMB ਮੁੱਦਾ, ਵਿਰੋਧ ਕਰਦੀਆਂ ਇਕਮੁੱਠ ਹੋ ਕੇ ਦਿੱਲੀ ਨਹੀਂ ਜਾ ਸਕੀਆਂ। ਫਿਰ ਅਗਲਿਆਂ ਨੂੰ ਕਿੱਦਾਂ ਪਤਾ ਲੱਗੂ ਕਿ ਸਾਰਾ ਪੰਜਾਬ ਇੱਕ ਹੈ? ਇੱਥੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਏਆਲੀ ਸਾਹਿਬ ਬੋਲੇ ਆ ਨਾ, ਤਾਂ ਉਹ ਵੀ ਕਹਿੰਦੇ ਕਿ ਭਾਈ ਇਸ ਮੁੱਦੇ ਤੇ ਤੁਹਾਡੇ ਨਾਲ ਖੜੇ ਆ ਸਰਕਾਰ ਦੇ। ਜੇ ਸੁਖਪਾਲ ਸਿੰਘ ਖਹਿਰਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪ੍ਰਤਾਪ ਸਿੰਘ ਬਾਜਵਾ, ਇਹ ਬੰਦੇ ਬੋਲੇ ਆ, ਉਹ ਵੀ ਕਹਿੰਦੇ ਆ ਕਿ ਭਾਈ ਪੰਜਾਬ ਦੇ ਨਾਲ ਧੱਕਾ, ਸਰਕਾਰ ਤੁਰੇ, ਅਸੀਂ ਨਾਲ ਖੜੇ ਆ। ਜੇ ਉਧਰਲੇ ਪਾਸਿਓਂ ਡਾਕਟਰ ਨਛੱਤਰਪਾਲ ਬਸਪਾ ਦੇ ਬੋਲੇ ਆ ਤਾਂ ਉਹ ਵੀ ਕਹਿੰਦੇ ਨਾਲ ਖੜੇ ਆ। ਜਾਣੀ ਹਰ ਇੱਕ ਬੰਦਾ, ਆਮ ਆਦਮੀ ਪਾਰਟੀ ਵੱਲੋਂ ਅਮਨ ਅਰੋੜਾ, ਚੀਮਾ ਸਾਹਿਬ, ਹਰਪਾਲ ਸਿੰਘ ਚੀਮਾ ਸਾਹਿਬ, ਪ੍ਰਿੰਸੀਪਲ ਬੁੱਧਰਾਮ ਸਾਹਿਬ, ਭਗਵੰਤ ਮਾਨ ਸਾਹਿਬ ਨੇ ਤਾਂ ਬੋਲਣਾ ਹੀ ਸੀ, ਉਹ ਸਾਰੇ ਬੋਲੇ। ਜਾਣੀ 90% ਦੀ ਜਿਹੜੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਚੱਲੀ ਹੈ, ਮੈਨੂੰ ਐ ਲੱਗਿਆ ਕਿ ਪਹਿਲੇ ਸੈਸ਼ਨਾਂ ਦੇ ਨਾਲੋਂ ਸੰਜੀਦਾ ਰੂਪ 'ਚ ਚੱਲੀ ਹੈ, ਚਾਹੇ ਸੱਤਾਧਾਰੀ ਨੇ ਚਾਹੇ ਵਿਰੋਧੀ ਨੇ। ਕਿਉਂਕਿ ਜਦੋਂ ਉਹ ਪਿਛਲੀਆਂ ਗੱਲਾਂ ਕੱਢ ਕੇ ਲਿਆਉਂਦੇ ਸੀ, ਉਦੋਂ ਆਹ ਹੋਇਆ ਸੀ, ਉਦੋਂ ਆਹ ਹੋਇਆ ਸੀ, ਇੱਕ ਦੂਜੇ ਦੇ ਪ੍ਰਤੀ ਸਤਿਕਾਰ ਵਾਲੇ ਸ਼ਬਦ ਵਰਤਦੇ ਸੀ। ਭਗਵੰਤ ਮਾਨ ਸਾਹਿਬ ਨੇ ਵੀ ਕਈ ਜਗ੍ਹਾ ਤੇ ਸਤਿਕਾਰ ਕੀਤਾ, ਵਿਰੋਧੀਆਂ ਨੇ ਇਹਨਾਂ ਦਾ ਸਤਿਕਾਰ ਕੀਤਾ। ਰਾਜਨੀਤੀ ਹੈਗੀ ਹੈ, ਸੰਗਰੂਰ ਦੀ ਚੋਣ ਆ ਜਾਣੀ ਆ, ਰੱਜ ਕੇ ਲੜਿਓ, ਤੁਸੀਂ ਜਿੰਨੇ ਵੀ ਵਿਧਾਨ ਸਭਾ ਕੇ ਪੈਂਦੇ, ਜਿੰਨੇ ਦੋਸ਼ ਲਾਉਣੇ ਇੱਕ ਦੂਜੇ ਤੇ ਲਾਇਓ। ਪਰ ਇੱਥੇ ਕਿਉਂਕਿ ਪੰਜਾਬ ਦਾ ਮੁੱਦਾ, ਮਤਾ ਤੁਸੀਂ ਪਾਸ ਕਰ ਲਿਆ, ਪਰ ਕਿਰਪਾ ਕਰਕੇ ਦਿੱਲੀ ਨੂੰ ਇਕੱਠੇ ਜਾਇਓ। ਨਹੀਂ ਜਾਇਓ, ਪਰ ਉਹਦੇ ਵਿੱਚ ਵੀ ਮੈਨੂੰ ਲੱਗਦਾ ਵੀ ਇੱਕ ਧਿਰ ਤਾਂ ਨਹੀਂ ਜਾਊਗੀ ਜੀ, ਜਿਹਦੇ ਵਿੱਚ ਉਹ BJP ਦੇ MLA ਜਾਂ ਕਹ ਲਓ ਪੰਜਾਬ ਦੇ ਪ੍ਰਧਾਨ ਵੀ ਨੇ ਅਸ਼ਵਨੀ ਸ਼ਰਮਾ ਸਾਹਿਬ, ਉਹਨਾਂ ਨੂੰ ਤਾਂ ਸ਼ੱਕ ਹੈ ਨਾ
ਨਹੀਂ, ਪਰ ਉਹਨਾਂ ਨੇ ਉਹ ਕਹਿੰਦੇ ਵੀ ਇਹ ਜੋ ਵੀ ਤੁਸੀਂ ਮਤਾ ਲਿਆਂਦਾ ਹੈ ਵੀ ਇਹਦੇ ਨਾਲ ਮੈਂ ਸਹਿਮਤ ਨਹੀਂ। ਹੁਣ ਰੌਲਾ ਤੇ ਪੈਣਾ ਸੀਗਾ ਵੀ ਯਾਰ ਤੁਸੀਂ ਕਮਾਲ ਕਰਦੇ ਹੋ ਵੀ 117 ਦੇ ਵਿੱਚੋਂ ਬਾਕੀ ਸਾਰੇ ਇੱਕ ਪਾਸੇ ਨੇ ਤੇ ਤੁਸੀਂ ਸ਼ਰਮਾ ਸਾਹਿਬ ਕਿਹੜੇ ਹੋਰ ਪਾਸੇ ਗੱਲ ਕਰੀ ਜਾਂਦੇ ਹੋ। ਉਹ ਕਹਿੰਦੇ ਪਰ ਕਾਰਨ ਹੈ ਵੀ ਮੈਨੂੰ ਨੀਅਤ ਤੇ ਸ਼ੱਕ ਹੈ ਵੀ ਮੇਰੀ ਕਹਿੰਦੇ ਗੱਲ ਸੁਣ ਲਓ, ਹੁਣ ਕਾਲੇ ਨਾ ਪਾਓ ਤੁਸੀਂ ਬਾਕੀ ਗੱਲਾਂ ਦੀਆਂ ਗੱਲਾਂ, ਵੀ ਨੀਅਤ ਜਿਹੜੀ ਆ ਉਹ ਇਹਦੇ ਵਿੱਚ ਠੀਕ ਨਹੀਂ ਲੱਗਦੀ। ਹੁਣ ਪਹਿਲੀ ਗੱਲ ਜਿਹੜੀਆਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਉਹਦਾ ਕਰਕੇ ਵੀ ਸਰਕਾਰਾਂ ਕਰਦੀਆਂ ਹੁੰਦੀਆਂ ਵੀ ਜੇ ਇਸ ਪਾਸੇ ਧਿਆਨ ਨਾ ਜਾਵੇ ਉਸ ਪਾਸੇ ਧਿਆਨ ਨਾ ਜਾਵੇ, ਇਸ ਕਰਕੇ ਨਵਾਂ ਮੁੱਦਾ ਲੈ ਆਓ ਜੀ। ਹੋ ਸਕਦਾ ਵੀ ਜੇ ਇਹ ਮੁੱਦਾ ਨਾ ਹੁੰਦਾ ਫਿਰ ਲਿਆਂਦਾ ਗਿਆ ਹੁੰਦਾ ਤੇ ਅਸ਼ਵਨੀ ਸ਼ਰਮਾ ਜੀ ਇਹ ਗੱਲ ਕਹਿੰਦੇ, ਫਿਰ ਬਹੁਤੇ ਲੋਕਾਂ ਨੇ ਮੰਨ ਲੈਣੀ ਸੀ ਵੀ ਯਾਰ ਇਸ ਵਕਤ ਤੇ ਫਲਾਨੀ ਚੀਜ਼ ਇੰਪੋਰਟੈਂਟ ਹੈ, ਇਹਨੇ ਤਾਂ ਕਿਸੇ ਨੇ ਛੇੜਿਆ ਵੀ ਨਹੀਂ ਸੀ, ਇਹ ਤੁਸੀਂ ਮਤਾ ਕਿੱਧਰੋਂ ਲੈ ਆਉਂਦੇ ਹੋ। ਪਰ ਹਾਂ ਇਸ ਵਕਤ ਮੁੱਦਾ ਹੀ ਉਹ ਆ, ਤੇ ਜੇ ਆਪਾਂ ਸੈਸ਼ਨ ਦੀ ਗੱਲ ਕਰਦੇ ਹਾਂ ਉਹ ਵੀ ਉਸੇ ਮੁੱਦੇ ਦੇ ਉੱਪਰ ਸੱਦਿਆ ਗਿਆ ਹੋਵੇ, ਉਹਦੇ 'ਚ ਜਿੱਦਾਂ ਉਹਨਾਂ ਨੇ ਕਿਹਾ ਵੀ ਨੀਅਤ ਤੇ ਸ਼ੱਕ ਆ, ਸ਼ਾਇਦ ਉਹਦੇ ਨਾਲ ਬਹੁਤੀਆਂ ਤਰ੍ਹਾਂ ਸਹਿਮਤ ਨਾ ਹੋਣ ਤੇ ਹੋਇਆ ਵੀ ਕੋਈ ਨਹੀਂ। ਸੰਧਾਲੇ ਸਾਹਿਬ, ਪਿੰਡ ਦੀ ਕੇਰੀ ਪੰਚਾਇਤ ਹੁੰਦੀ ਨਾ, ਦੇਖੋ ਲੋਕਾਂ ਦੇ ਚੁਣੇ ਨੁਮਾਇੰਦੇ ਨੇ ਅਸ਼ਵਨੀ ਸ਼ਰਮਾ ਸਾਹਿਬ, ਉਹਨਾਂ ਨੂੰ ਹੱਕ ਹੈ ਸਹਿਮਤੀ ਅਸਹਿਮਤੀ ਦਾ, ਜ਼ਰੂਰੀ ਨਹੀਂ ਉਹਨਾਂ ਨੇ ਸਹਿਮਤ ਹੋਣਾ। ਪਿੰਡ ਦੀ ਪੰਚਾਇਤ ਦੇ ਵਿੱਚ ਕਈ ਵਾਰੀ ਹੁੰਦਾ ਕਿ ਸਾਰੇ ਜਣੇ ਬੈਠੇ ਆ, ਚਰਚਾ ਚੱਲਦੀ ਆ ਤੇ ਇੱਕ ਬੰਦਾ ਫਿਰ ਕਹਿੰਦਾ ਆ ਜੀ ਮੈਂ ਚੱਲਿਆ। ਉਹ ਅਸ਼ਵਨੀ ਸ਼ਰਮਾ ਸਾਹਿਬ ਫਿਰ ਚਲੇ ਵੀ ਗਏ ਸੀ, ਉਹ ਤੋਂ ਬਾਅਦ 'ਚ ਨਾ ਵੀ ਹੁਣ ਤੁਸੀਂ ਕਰ ਲਓ ਜੋ ਕਰਨਾ, ਪਤਾ ਉਹਨਾਂ ਨੂੰ ਵੀ ਸੀ ਕਿਉਂਕਿ ਜਿੰਨੇ ਕੁ ਬੰਦੇ ਇੱਥੇ ਨੇ ਉਨੇ ਕੁ ਬੰਦੇ ਦਿੱਲੀ ਦੀ ਵਿਧਾਨ ਸਭਾ 'ਚ ਨੇ, ਉਹ ਫਿਰ ਕੋਈ ਗੱਲ ਨਹੀਂ। ਹੁਣ ਸੰਧਾਲੀਆ ਸਾਹਿਬ ਜਦੋਂ ਅਸ਼ਵਨੀ ਸ਼ਰਮਾ ਸਾਹਿਬ ਨੇ ਕਿਹਾ ਨਾ, ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਜੀ ਸਮਝਾਓ ਮਾੜਾ ਜਿਹਾ ਕਿ ਕਰਮਚਾਰੀ ਚੰਡੀਗੜ੍ਹ ਦੇ ਮੰਗਦੇ ਸੀ ਕਿ ਸਾਨੂੰ ਕੇਂਦਰੀ ਨਿਯਮਾਂ ਦੇ ਮੁਤਾਬਕ ਤਨਖਾਹ, ਭੱਤੇ, ਛੁੱਟੀਆਂ, ਸਹੂਲਤਾਂ ਦਿਓ। ਉਹ ਮੰਗਦੇ ਸੀ, ਕੇਂਦਰ ਨੇ ਦੇਤਾ। ਕਹਿੰਦੇ ਇਹਦੇ ਵਿੱਚ ਉਹ ਪੰਜਾਬ ਦਾ ਚੰਡੀਗੜ੍ਹ ਤੇ ਅਧਿਕਾਰ ਕਿੱਥੇ ਕਮਜ਼ੋਰ ਹੋ ਗਿਆ। ਅਸੀਂ ਤਾਂ ਆਪ ਕਹਿੰਦੇ ਹਾਂ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ, ਪਰ ਦੇਣਾ ਕੀ ਨਹੀਂ। ਜਿਨ੍ਹਾਂ ਨੇ ਦੇਣਾ ਉਹ ਦਿੱਲੀ ਬੈਠੇ ਆ ਤੇ ਉਹ ਬੰਦੇ ਜਿਨ੍ਹਾਂ ਦੀ ਪਾਰਟੀ ਦੇ ਨੇ। ਸ਼ਰਮਾ ਸਾਹਿਬ ਤੁਸੀਂ ਉਸੇ ਪਾਰਟੀ ਦੇ ਸੂਬਾ ਪ੍ਰਧਾਨ ਹੋ, ਯਾਨੀ ਇਸ ਗੱਲ ਦੇ ਨਾਲ ਤਾਂ ਉਹਨਾਂ ਦੀ ਸਹਿਮਤੀ ਸੀ ਕਿ ਚੰਡੀਗੜ੍ਹ ਪੰਜਾਬ ਦਾ, ਪਰ ਕਹਿੰਦੇ ਜਿਹੜਾ ਮਤਾ ਆਇਆ ਨਾ ਮੈਨੂੰ ਇਹਦੇ ਤੇ ਸ਼ੱਕ ਹੈ, ਆਪਾਂ ਚੱਲੇ। ਨਹੀਂ ਪਰ ਚਲੋ ਇੱਕ ਗੱਲ ਆ ਇਹਦੇ 'ਚ ਦੇਖੋ, ਜਿਹੜਾ ਹੁਣ ਮਾਨ ਸਾਹਿਬ ਨੇ ਉਸ ਤੋਂ ਬਾਅਦ ਜਿਹੜੀ ਉਹਦੇ 'ਤੇ ਚੋਟ ਕੀਤੀ ਨਾ ਜੀ, ਵੀ ਕਹਿੰਦੇ ਯਾਰ ਨਾਗਪੁਰੀ ਸੰਤਰੀ ਤੇ ਸੁਣੇ ਸੀ, ਇਹ ਨਾਗਪੁਰੀ ਬਿਆਨ ਪਹਿਲੀ ਵਾਰ ਆਇਆ ਵਿਧਾਨ ਸਭਾ 'ਚ। ਖੈਰ ਉਹਨਾਂ ਦੀ ਸਿਆਸਤ ਹੈ, ਸਿਆਸੀ ਤੌਰ ਤੇ ਇੱਕ ਦੂਸਰੇ 'ਤੇ ਜਿੱਦਾਂ ਮਰਜ਼ੀ ਕੋਈ ਚੋਟਾਂ ਕਰੀ ਜਾਵੇ, ਪਰ ਮੈਨੂੰ ਲੱਗਦਾ ਵੀ ਹਰੇਕ ਚੀਜ਼ ਨੂੰ ਇਸ ਤਰ੍ਹਾਂ ਜੋੜ ਦੇਣਾ ਵੀ ਫਲਾਨੀ ਸੰਸਥਾ ਜੀ ਫਲਾਨੇ ਥਾਂ ਤੋਂ ਫਲਾਨੀ ਚੀਜ਼ ਨਾਲ ਚੱਲਦੀ। ਹੋ ਸਕਦਾ ਵੀ ਆਮ ਲੋਕਾਂ ਦੇ ਵਿੱਚ ਜਿਹੜਾ ਬੰਦਾ ਸ਼ੁਰੂ ਤੋਂ ਉਸ ਚੀਜ਼ ਨੂੰ ਰੋਜ਼ ਸੁਣਦਾ ਆਉਂਦਾ, ਉਹਦੇ ਮਨ 'ਚ ਤੇ ਜਾਵੇ ਯਾਰ ਕੋਈ ਤੇ ਹੈ ਜਿਹੜਾ ਧੱਕਾ ਕਰਦਾ। ਮੈਂ ਨਹੀਂ ਆਂਦਾ ਨਹੀਂ ਹੁੰਦਾ, ਹੋਏ ਹੋਣਗੇ, ਹੋ ਵੀ ਰਹੇ ਨੇ, ਗਾਂਹ ਵੀ ਹੋਣਗੇ, ਪਰ ਮੈਂ ਬਾਰ-ਬਾਰ ਇਹ ਸਵਾਲ ਪੁੱਛਦਾ ਹੁੰਦਾ ਵੀ ਯਾਰ ਜਿਹਨੂੰ ਚੁਣ ਕੇ ਲੋਕ ਉੱਥੇ ਭੇਜਦੇ ਨੇ, ਅਜੇ ਹੁਣੇ ਲੋਕਾਂ ਨੇ ਕਿੱਡਾ ਵੱਡਾ ਦੇਖਿਆ ਵੀ ਫਲਾਨਿਆਂ ਕਰੋੜਾਂ ਰੁਪਈਆ ਲੱਗਾ ਜੀ ਵੀ ਇੰਨੇ ਜਿੱਤਣਾ ਉਹਨੇ ਜਿੱਤਣਾ। ਆਫਟਰ ਆਲ ਉਹਦੇ 'ਚ ਕੋਈ ਪਾਵਰ ਕੋਈ ਸੱਤਾ ਤੇ ਹੈ ਨਾ, ਭਾਵੇਂ ਉਹ ਕੋਈ MLA ਆ, ਕੋਈ ਮੰਤਰੀ ਆ, ਕੋਈ ਮੁੱਖ ਮੰਤਰੀ ਆ, ਜਾਂ ਉਹ ਕੈਬਨਿਟ ਨੇ, ਜਾਂ ਵਿਧਾਨ ਸਭਾ ਪੂਰੀ ਹੈ ਯਾਰ, ਉਹਦੇ 'ਚ ਕੋਈ ਪਾਵਰ ਤੇ ਹੋਊਗੀ ਨਾ। ਘੱਟੋ ਘੱਟ ਉਸ ਪਾਵਰ ਦਾ ਇਸ ਤਰ੍ਹਾਂ ਦਾ ਕੁਛ ਨਾ ਕੁਛ ਉੱਥੇ ਮੇਰੇ ਖਿਆਲ ਨਾਲ ਨਜ਼ਰ ਆਉਣੀ ਚਾਹੀਦੀ ਸੀ। ਜੇ ਤੋਂ ਇਹ ਲੋਕਾਂ 'ਚ ਸੁਨੇਹਾ ਜਾਂਦਾ ਵੀ ਯਾਰ ਜਿੱਦਣ ਇਹ ਬਹਿ ਜਾਂਦੇ ਆ ਨਾ ਉਦੋਂ ਫਿਰ ਡੱਕ ਲੈਂਦੇ, ਉਹ ਮੈਨੂੰ ਸੁਨੇਹਾ ਘੱਟ ਨਜ਼ਰ ਆਇਆ। ਆਪਾਂ ਕੱਲ੍ਹ ਹੀ ਗੱਲ ਕਰਦੇ ਸੀ ਵੀ ਬਹਿਣ ਨੂੰ ਬਹਿ ਜਾਓ ਤੁਸੀਂ, ਇੱਕ ਆ ਗਿਆ ਤੁਸੀਂ ਉੱਤੇ ਮਤਾ ਪਾ ਦਿਓਗੇ, ਚੁੱਕ ਕੇ ਰਾਜਪਾਲ ਨੂੰ ਦਿਆਂਗੇ, ਰਾਜਪਾਲ ਕੋਈ ਚੰਗਾ ਰੱਖ ਲਿਓ ਤੇ ਜਾਓ ਵੀ। ਦੇਖੋ ਬਾਕੀ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਕੋ, ਰਾਸ਼ਟਰਪਤੀ ਸਾਹਿਬ ਕੋ ਜਾਵਾਂਗੇ, ਪਰ ਇੱਕ ਬੰਦੇ ਦੀ ਗੱਲ ਜਿਹੜੀ ਹੈ ਉਹ ਕੋਟ ਕਰਨੀ ਜ਼ਰੂਰੀ, ਸੁਖਪਾਲ ਸਿੰਘ ਖਹਿਰਾ। ਉਹ ਕਿਉਂਕਿ ਆਮ ਤੌਰ ਤੇ ਉਹ ਭਗਵੰਤ ਮਾਨ ਤੇ ਉਹ ਇੱਕੋ ਪਾਰਟੀ 'ਚ ਹੁੰਦੇ ਸੀ, ਬਥੇਰਾ ਰੌਲਾ ਪਿਆ, ਇੱਕ ਦੂਜੇ ਦੇ ਖਿਲਾਫ ਬਹੁਤ ਬੋਲੇ, ਪਰ ਇੱਥੇ ਸੁਖਪਾਲ ਸਿੰਘ ਖਹਿਰਾ ਸਾਹਿਬ ਕਹਿੰਦੇ ਜੀ ਦੇਖੋ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਸਾਹਿਬ ਦਾ, ਭਗਵੰਤ ਸਿੰਘ ਮਾਨ ਹੋਰੀ ਕਿਹਾ ਉਹਨਾਂ ਨੇ। ਦੂਸਰਾ ਉਹ ਕਹਿੰਦੇ ਮੈਂ ਇੱਕ ਬੇਨਤੀ ਕਰਦਾ ਕਿ ਇਹਨੂੰ ਇਹ ਮਤ ਸਮਝਿਆ ਜਾਵੇ ਕਿ ਇਹ ਚੰਡੀਗੜ੍ਹ ਦਾ ਮੁੱਦਾ ਸੀ। ਉਹ ਕਹਿੰਦੇ ਉਹ ਤੁਹਾਡਾ ਪ੍ਰੈਸ਼ਰ ਚੈੱਕ ਕਰ ਰਹੇ ਆ ਕਿ ਪਹਿਲਾਂ BBMB ਦਾ ਮੁੱਦਾ, BSF ਦਾ ਮੁੱਦਾ, ਖੇਤੀ ਕਾਨੂੰਨਾਂ ਦਾ ਮੁੱਦਾ, ਹੁਣ ਚੰਡੀਗੜ੍ਹ ਦਾ ਮੁੱਦਾ। ਇਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਨੇ ਵੀ ਕਿਹਾ, ਇਹ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਵੀ ਕਿਹਾ, ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ, ਅਕਾਲੀਆਂ ਨੇ ਵੀ ਕਿਹਾ, ਤੇ ਇਹ ਗੱਲ ਸੁਖਪਾਲ ਸਿੰਘ ਖਹਿਰਾ ਨੇ ਵੀ ਕਹੀ ਕਿ ਤੁਹਾਡੇ ਲਈ ਅਗਲਾ ਹੁਕਮ ਪੰਜਾਬ ਦੇ ਪਾਣੀਆਂ ਦਾ ਆਉਣਾ, ਮੇਰੇ ਤੋਂ ਲਿਖਾ ਕੇ ਲੈ ਲਓ। ਤੇ ਉਹ ਕਹਿੰਦੇ ਜੀ ਮੈਂ ਹੁਣ ਬੇਨਤੀ ਕਰਦਾ, 92 ਸੀਟਾਂ ਤੁਹਾਡੀਆਂ, ਲੋਕਾਂ ਨੇ ਠੋਕ ਕੇ ਵੋਟਾਂ ਪਾਈਆਂ, ਅਸੀਂ ਸਤਿਕਾਰ ਕਰਦੇ ਹਾਂ, ਅੱਗੇ ਲੱਗੋ। ਉਹ ਕਹਿੰਦੇ ਪਹਿਲਾਂ ਪ੍ਰਧਾਨ ਮੰਤਰੀ ਸਾਨੂੰ ਨਾਲ ਲੈ ਕੇ ਜਾਓ, ਕਹਿੰਦੇ ਅਸੀਂ ਚੱਲਦੇ ਹਾਂ, ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਹਾਂ, ਰਾਸ਼ਟਰਪਤੀ ਸਾਹਿਬ ਨੂੰ ਮਿਲਦੇ ਹਾਂ, ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਦੇ ਹਾਂ। ਜੇ ਤਾਂ ਗੱਲ ਸੁਣਦੇ ਆ ਠੀਕ ਹੈ, ਤੇ ਜੇ ਪੰਜਾਬ ਦੇ 3 ਕਰੋੜ ਲੋਕਾਂ ਦੀ ਆਵਾਜ਼ ਉਹਨਾਂ ਦੇ ਕੰਨਾਂ 'ਚ ਨਹੀਂ ਪੈਂਦੀ, ਫਿਰ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਮੂਹਰੇ ਧਰਨਾ ਦਿਓ ਤੇ 117 ਬੰਦੇ ਕਹਿੰਦੇ ਐਂ ਬਿਠਾਓ ਲਾਈਨ 'ਚ, ਉੱਥੇ ਅਸੀਂ ਤੁਹਾਡੇ ਨਾਲ ਬੈਠੇ ਹਾਂ। ਪਰ ਕਹਿੰਦੇ ਇਹ ਨਾ ਹੋਵੇ ਕਿ ਤੁਸੀਂ ਮਤਾ ਪਾਸ ਕਰ ਦਿੱਤਾ ਤੇ ਚੁੱਪ ਕਰਕੇ ਬਹਿ ਜਾਓ। ਜੇ ਅਗਲਿਆਂ ਨੂੰ ਲੱਗਿਆ ਕਿ ਭਾਈ ਠੀਕ ਆ ਕੰਮ, ਕੋਈ ਗੱਲ ਨਹੀਂ, ਕਹਿੰਦੇ ਅਗਲਾ ਪਾਣੀਆਂ ਦਾ ਮੁੱਦਾ ਆ ਜਾਣਾ, ਫਿਰ ਉਹ ਕਹਿੰਦੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਸੱਦੋ, ਆਪਦੀ ਡਿਮਾਂਡ ਰੱਖੋ ਕਿ ਭਾਈ ਆਹ ਮਸਲਾ ਹੈ, ਤੇ ਨਾਲ ਸਾਰੀਆਂ ਐਗਜ਼ਾਮਪਲਾਂ ਕੋਟ ਕਰੋ ਕਿ ਇਸ ਸੂਬੇ 'ਚ ਐਂ ਹੋਇਆ ਸੀ, ਇਸ ਸੂਬੇ 'ਚ ਐਂ ਹੋਇਆ ਸੀ, ਤੇ ਇਸ ਸੂਬੇ 'ਚ ਐਂ ਹੋਇਆ ਸੀ। ਠੀਕ ਗੱਲ ਬਣ ਜੀ। ਹੁਣ ਮੈਨੂੰ ਲੱਗਾ ਕਿ ਠੀਕ ਹੈ, ਅਗਲੇ ਨੇ ਘੱਟੋ ਘੱਟ ਇਹ ਦੱਸਿਆ ਕਿ ਹੁਣ ਇੱਥੋਂ ਹੀ ਨਾ ਭਾਈ ਖਰਚਾ ਹੋ ਗਿਆ ਦਿਹਾੜੀ ਦਾ, ਚੁੱਪ ਕਰਕੇ ਬਹਿ ਜਾਓ।
ਇੱਕ ਗੱਲ ਹੋਰ ਉਹਨਾਂ ਨੇ ਜਿਹੜੀ ਕੋਟ ਕੀਤੀ ਉਹ ਵੀ ਮੈਨੂੰ ਠੀਕ ਲੱਗਦੀ, ਜੇ ਉਸ ਰਾਏ ਵੀ ਪੈ ਜਾਵੇ ਪੰਜਾਬ ਤੇ ਮੈਨੂੰ ਲੱਗਦਾ ਠੀਕ ਆ ਕੈਪਟਨ ਸਾਹਿਬ ਅੱਜ ਘਰ ਬੈਠੇ ਨੇ, ਲੋਕਾਂ ਨੂੰ ਲੱਗਿਆ ਵੀ ਯਾਰ ਠੀਕ ਆ ਹੁਣ ਤੁਸੀਂ ਰੈਸਟ ਕਰੋ। ਪਰ ਜਿਹੜਾ ਉਹ ਪਾਣੀ ਵਾਲਾ ਮਸਲਾ ਉਦੋਂ ਉਹਨਾਂ ਨੇ ਕੀਤਾ ਸੀਗਾ, ਆਪਣੇ ਪਿਛਲੇ ਕਾਰਜਕਾਲ ਦੀ ਗੱਲ ਕਰਦਾ, ਉਹ ਕਹਿੰਦੇ ਵੀ ਇੱਕ ਤਰ੍ਹਾਂ ਪੇਚ ਫਸ ਗਿਆ ਸੀ ਉੱਥੇ ਜਾ ਕੇ ਅਦਾਲਤ 'ਚ। ਅੱਜ ਦੀ ਡੇਟ 'ਚ ਉਹ ਕਿੱਥੇ ਖੜਾ ਕਿੱਥੇ ਨਹੀਂ ਖੜਾ ਉਹ ਵੱਖਰੀ ਗੱਲ ਆ, ਪਰ ਤੁਹਾਡੇ ਸਾਲ ਤੇ ਲੰਘੇ ਨਾ ਜੀ। ਉਹ ਇੱਕ ਹੁੰਦਾ ਵੀ ਯਾਰ ਉਹ ਯਾਰ ਮੂੰਹਾਂ ਰੁੜ ਜਾਣਾ, ਨੱਕਾ ਰੁੜ ਜਾਣਾ, ਕੁਛ ਕਰ ਲਓ। ਉਹ ਕਹਿੰਦਾ ਮਿੱਟੀ ਰੱਖਦੇ ਗੱਲ ਬਣਦੀ ਨਹੀਂ, ਕਹਿੰਦਾ ਬੋਰੀ ਭਰ ਕੇ ਰੱਖ ਉਹ ਇੱਕ ਤਰ੍ਹਾਂ ਬੋਰੀ ਭਰ ਕੇ ਰੱਖ ਲਓ, ਹੋ ਸਕਦਾ ਤਤੀਰੀਆਂ ਜਿਹੀਆਂ ਵਗਦੀਆਂ ਰਹਿਣ, ਪਰ ਜਿਹੜਾ ਉਹ ਵਾਰ-ਵਾਰ ਰੁੜਦਾ ਸੀ ਉਹ ਕੁਛ ਟਾਈਮ ਤੇ ਰੁਕੂਗਾ। ਉਹ ਵੀ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਆ ਵੀ ਯਾਰ ਤੁਸੀਂ ਅਦਾਲਤ ਵਾਲਾ ਰਸਤਾ ਵੀ ਉਹ ਅਖਤਿਆਰ ਕਰੋ ਜਿਹੜਾ ਕੱਲ੍ਹ ਨੂੰ ਜਾ ਕੇ ਇਹ ਨਾ ਹੋਵੇ ਵੀ ਹਾਂ ਵੀ ਫਲਾਨੀ ਚੀਜ਼ ਦੇ ਉੱਪਰ ਸਰਕਾਰ ਨੇ ਆਰਡਰ ਦੇਤਾ, ਤੁਹਾਡੇ ਕੋਲ ਐਟਲੀਸਟ ਇੱਕ ਅੱਧੀ ਚੀਜ਼ ਤਾਂ ਕੋਟ ਕਰਨ ਨੂੰ ਹੋਵੇ ਨਾ ਵੀ ਯਾਰ ਠੀਕ ਹੈ ਜੀ ਤੁਸੀਂ ਆਹ ਹੁਕਮ ਦਿੱਤਾ, ਸਿੱਧਾ ਜਾ ਕੇ ਮਾਣਯੋਗ ਅਦਾਲਤ ਦੇ ਵਿੱਚ ਕਹਿ ਦਿਓ ਵੀ ਤੁਸੀਂ ਸਾਰੇ ਇਹਦੇ 'ਤੇ ਰੋਕ ਲਾਈ ਸੀ ਜੀ, ਆਹ ਹੁਣ ਇਹਦੇ 'ਤੇ ਆਹ ਹੁਕਮ ਆਇਆ, ਤੁਸੀਂ ਪਲੀਜ਼ ਇੱਕ ਹੁਕਮ ਹੋਰ ਦੇ ਦਿਓ। ਜਦੋਂ 2-3 ਇੱਦਾਂ ਦੀਆਂ ਰੋਕਾਂ ਲੱਗ ਗਈਆਂ, ਉਹ ਨੱਕੇ 'ਚ ਬੋਰੀ ਪਈ ਆ ਤੇ ਆਪੇ ਹੌਲੀ ਹੌਲੀ ਡਾਫ ਲੱਗਦਿਆਂ ਰੇਤ ਰੂਤ ਫਸ ਕੇ ਮੁੜ ਕੇ ਕੀ ਪਤਾ ਪੱਕਾ ਹੀ ਹੋ ਜਾਏ ਮੂੰਹਾਂ। ਸੰਧਾਲੀਆ ਸਾਹਿਬ ਕਈ ਵਾਰੀ ਦੋ ਬੰਦੇ ਹੁੰਦੇ ਆ, ਖਾਸ ਤੌਰ 'ਤੇ ਇੱਥੇ ਨਹਿਰੀ ਪਾਣੀ ਹੋਵੇ ਨਾ, ਜ਼ਿਆਦਾ ਹੁੰਦਾ ਪਾਣੀ, ਰੇਤਲੀ ਜ਼ਮੀਨ ਹੋਵੇ, ਉੱਥੇ ਕਈ ਵਾਰੀ ਬੋਰੀ ਹੁੰਦੀ ਨਹੀਂ, ਤਾਂ ਜੇ ਕਈ ਨਾ ਇੱਦਾਂ ਕਰੋ ਕੁਛ ਨਹੀਂ, ਉੱਥੇ ਬਹੁਤੀ ਵਾਰੀ ਮੈਂ ਦੇਖਿਆ ਕਿ ਲੋਕ ਆਪ ਲੰਮੇ ਪੈ ਜਾਂਦੇ ਹੁੰਦੇ, ਇੱਕ ਬੰਦੇ ਲੰਮੇ ਪੈ ਜਾਣਾ ਉਹਦੇ ਵਿੱਚ ਵੀ ਤੂੰ ਹੌਲੀ ਹੌਲੀ ਮੇਰੇ ਪੇਠ ਵਾਲੇ ਪਾਸੇ ਨੂੰ ਮਿੱਟੀ ਲਾ। ਪਾਣੀ ਰੁਕਣਾ ਜਿਵੇਂ ਰੁਕਦਾ ਹੈ, ਬੋਰੀ ਨਾ ਲੰਮੇ ਪੈ ਕੇ, ਤੇ ਜਿੱਥੇ ਚੀਕਣੀ ਜ਼ਮੀਨ ਹੋਵੇ ਉੱਥੇ ਤਾਂ ਕਿਉਂਕਿ ਛੋਟਾ ਹੀ ਨੱਕਾ ਬਣਾ ਹੁੰਦਾ ਤੇ ਉੱਥੇ ਪੈਰ ਹੀ ਮੂਹਰੇ ਲਾ ਲਈਏ ਤਾਂ ਉਹਦੇ ਨਾਲ ਵੀ ਕੰਮ ਹੋ ਜਾਂਦਾ, ਐ ਮਿੱਟੀ ਲਾਓ ਕਿਉਂਕਿ ਖੁਰਨੀ ਨਹੀਂ। ਹੁਣ ਮਿੱਟੀ ਰੇਤਲੀ ਹੈ ਕਿ ਚੀਕਣੀ ਹੈ ਇਹ ਸਾਡੇ ਸਿਆਸਤਦਾਨਾਂ ਨੇ ਦੇਖਣਾ। ਪਰ ਇੱਥੇ ਜਦੋਂ ਭਗਵੰਤ ਮਾਨ ਸਾਹਿਬ ਬੋਲਦੇ ਸੀ ਤਾਂ ਰਾਣਾ ਇੰਦਰ ਪ੍ਰਤਾਪ ਹੋਰੀ ਵਿਧਾਨ ਸਭਾ ਦੇ ਵਿੱਚ ਫਿਰ ਪਹਿਲੀ ਵਾਰੀ ਬੋਲੇ, ਉਹ ਰਾਣਾ ਇੰਦਰ ਪ੍ਰਤਾਪ ਜਿਨ੍ਹਾਂ ਨੇ ਰਤਵੇਜ ਸਿੰਘ ਚੀਮਾ ਨੂੰ ਕਹਿ ਕੇ ਹਰਾਇਆ ਕਿ ਭਾਈ ਮੈਂ ਲੜਨੀ ਜੇ ਇਲੈਕਸ਼ਨ ਆ ਜਾਓ, ਉਹ ਵਿੱਚ ਬੋਲ ਪਏ। ਚਲੋ ਮੁੱਦਾ ਨਹੀਂ ਮਾੜਾ ਚੱਕਿਆ ਉਹਨਾਂ ਨੇ, ਆਪਾਂ ਇਹ ਨਹੀਂ ਕਹਿੰਦੇ ਕਿ ਉਹ ਇਸ਼ੂ ਠੀਕ ਨਹੀਂ ਸੀ, ਕਿਉਂਕਿ ਜਿਹੜੇ ਉਹ ਹਾਈਵੇ ਨਿਕਲਣੇ ਆ ਉਹਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦਾ ਇਸ਼ੂ, ਇਹ ਬਾਅਦ ਵਿੱਚ ਰਾਣਾ ਗੁਰਜੀਤ ਸਿੰਘ ਹੋਰੀ ਵੀ ਮੰਨੇ, ਕਹਿੰਦੇ ਮੁੱਦਾ ਠੀਕ ਸੀ, ਤਰੀਕਾ ਠੀਕ ਨਹੀਂ ਸੀ ਮੁੰਡੇ ਦਾ। ਉੱਥੇ ਰਾਣਾ ਗੁਰਜੀਤ ਸਿੰਘ ਹੋਰੀ ਕਹਿੰਦੇ ਜੀ, ਉਹਨਾਂ ਨੇ ਕਿਹਾ ਸਾਰਿਆਂ ਨੂੰ ਕਿ ਬਹਿ ਜਾਓ ਤੁਸੀਂ, ਰਾਣਾ ਇੰਦਰ ਪ੍ਰਤਾਪ ਜੀ ਬਾਹਰ ਵੀ ਕਹਿੰਦੇ ਜੀ ਮੁੰਡਾ ਪਹਿਲੀ ਵਾਰੀ ਆਇਆ, ਕਿਉਂਕਿ ਸਾਡੇ ਤਾਂ ਸਤਿਕਾਰਯੋਗ ਐਮਐਲਏ ਨੇ ਲੋਕਾਂ ਨੇ, ਪਰ ਰਾਣਾ ਗੁਰਜੀਤ ਸਿੰਘ ਹੋਰੀ ਦਾ ਬੇਟੇ ਵੀ ਨੇ, ਮੁੰਡੇ ਨੇ ਕਹਿੰਦੇ ਪਹਿਲੀ ਵਾਰੀ ਬੋਲਣਾ ਸੀ, ਉਹਨੂੰ ਬੋਲਣ ਨਹੀਂ ਦਿੱਤਾ। ਇੱਦਾਂ ਥੋੜ੍ਹੀ ਗੱਲ ਬਣਦੀ ਹੈ। ਉਹ ਚਲੋ ਭਗਵੰਤ ਮਾਨ ਹੋਰਾਂ ਨਾਲ ਰੌਲਾ ਪੈ ਗਿਆ, ਭਗਵੰਤ ਮਾਨ ਹੋਰੀ ਕਹਿੰਦੇ ਉਹ ਦੇਖੋ ਜੀ ਉਹ ਖੱਡਾਂ ਤੇ ਮਿੱਲਾਂ ਬੋਲਦੀਆਂ ਹੀ ਆਹ ਨਹੀਂ ਉਹ ਦੇਖੋ ਮੈਨੂੰ ਲੱਗਦਾ ਵੀ ਜੇ ਕਿਤੇ ਉਹ ਲਾਈਵ ਨਾ ਹੁੰਦੀ ਕਾਰਵਾਈ ਫਿਰ ਹੋ ਸਕਦਾ ਬਹੁਤਾ ਕਰਕੇ ਇਹ ਗੱਲ ਰਹਿ ਜਾਂਦੀ ਵੀ ਯਾਰ ਪਤਾ ਨਹੀਂ ਉੱਥੇ ਕੀ ਹੋਇਆ ਹੋਣਾ। ਹਾਲਾਂਕਿ ਚਲੋ ਕੁਲਤਾਰ ਸਿੰਘ ਸੰਧਵਾ ਸਾਹਿਬ ਨੇ ਵਾਰ-ਵਾਰ ਉਹ ਗੱਲ ਕਹੀ ਵੀ ਯਾਰ ਇੱਥੇ ਜੋ ਬੰਦਾ ਜੋ ਵੀ ਸ਼ਬਦ ਬੋਲ ਰਿਹਾ, ਕਿਉਂਕਿ ਉਹ ਸਦਨ ਦੀ ਇਜਾਜ਼ਤ ਦੇ ਹਿਸਾਬ ਨਾਲ ਨਹੀਂ ਹੈ, ਇਸ ਕਰਕੇ ਉਹ ਰਿਕਾਰਡ 'ਚ ਨਾ ਹੋਣ, ਇਸ ਕਰਕੇ ਉਹ ਰਿਕਾਰਡ 'ਚ ਆਏ ਨਹੀਂ। ਪਰ ਉਹ ਕਿਤੇ ਨਾ ਕਿਤੇ ਜਦੋਂ ਸ਼ੁਰੂਆਤ ਕੀਤੀ ਗਈ ਉਹ ਕਹਿੰਦੇ ਵੀ ਤੁਸੀਂ ਪਹਿਲੀ ਵਾਰ ਆਏ ਹੋ ਟਾਈਮ ਤੇ 2 ਮਿੰਟ ਦਾ, ਕੋਈ ਨਹੀਂ 4 ਮਿੰਟ ਬੋਲੋ। ਸੰਧਵਾ ਸਾਹਿਬ ਨੂੰ ਐਂ ਲੱਗਦਾ ਵੀ ਯਾਰ ਕੋਈ ਗੱਲ ਨਹੀਂ, ਮੁੰਡਾ ਨਵਾਂ ਆਇਆ, ਕੋਈ ਦਿਓ ਮੌਕਾ। ਮੈਨੂੰ ਲੱਗਦਾ ਵੀ ਰਾਣਾ ਇੰਦਰ ਪ੍ਰਤਾਪ ਹੋਣੀ ਜਿਹੜਾ ਉਹ ਸ਼ੁਰੂਆਤ ਕਰਦਿਆਂ ਬਸ 5 ਸਕਿੰਟਾਂ ਦੇ ਵਿੱਚ ਉਹਨੇ ਹੈ ਜੀ ਮਤਾ ਹੁਣ ਲੈਣ ਦਾ, ਸਾਰਿਆਂ ਨੇ ਇਹਦੀ ਸਪੋਰਟ ਕਰਦੀ, ਮੈਂ ਵੀ ਇਹਦੀ ਸਪੋਰਟ ਕਰਦਾ, ਪਰ ਮੇਰੇ ਕੋਲੇ ਕੁਝ ਮੁੱਦੇ ਹੋਰ ਨੇ ਜੀ, ਉਦੋਂ ਹੀ ਕੰਮ ਵਿਗੜ ਗਿਆ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ 2 ਮਿੰਟ ਜੋ ਉਸ ਚੀਜ਼ ਦੇ ਉੱਪਰ ਕਰ ਦਿੰਦੇ ਵੀ ਹਾਂ ਜੀ ਆਹ ਚੀਜ਼ ਇੱਦਾਂ ਜੀ ਆਹ ਚੀਜ਼ ਇੱਦਾਂ, ਜਾਂਦੇ ਮੈਂ ਇੱਕ ਆਹ ਗੱਲ ਕਰਨੀ ਚਾਹੁੰਦਾ ਜੀ, ਉਹ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਵੀ ਕੀਤੀ, ਹੋਰ ਵੀ ਕਈ ਐਮਐਲਏਜ਼ ਨੇ ਕੀਤੀ, ਵੀ ਤੁਸੀਂ 85% ਉਹਦੇ ਤੇ ਬੋਲ ਕੇ ਮਗਰਲੇ 15% ਆਪਣਾ ਫਰਲਾ ਜਿਹਾ ਫਸਾ ਦਿਓ। ਮੈਨੂੰ ਲੱਗਦਾ ਉੱਥੇ ਕਿਤੇ ਨਾ ਕਿਤੇ ਝੋਲ ਹੋ ਗਿਆ। ਦੇਖੋ ਨਵੇਂ ਬੰਦੇ ਨੂੰ ਨਹੀਂ ਪਤਾ ਹੁੰਦਾ, ਜਿਹੜੀਆਂ ਬੀਬੀਆਂ ਜਾਂਦੀਆਂ ਆਪਣਾ ਸੂਟ 3000 ਵਾਲਾ ਖਰੀਦ ਕੇ ਤੇ ਨਾਲ ਇੱਕ 17 ਰੁਪਈਆਂ ਵਾਲਾ ਝੱਗਾ ਨਾਲ ਲਾਉਂਦੇ ਹੁੰਦੇ ਬੰਦੇ ਲਈ, ਇਹਨਾਂ ਨੇ 3000 ਦਾ ਝੱਗਾ ਲਾ ਕੇ 17 ਦਾ ਸੂਟ ਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਗੱਲ ਨਹੀਂ ਇੱਥੇ ਕੀ ਫੇਲ ਹੋਏ ਕੰਮ ਨਾ। ਨਹੀਂ ਪਰ ਚਲੋ ਇੱਕ ਗੱਲ ਇਹਦੇ 'ਚ ਜਿਹੜੀ ਚੰਗੀ ਹੋਈ ਉਹ ਇਹ ਆ ਵੀ ਰਾਣਾ ਗੁਰਜੀਤ ਸਿੰਘ ਹੋਰੀ ਉਹਨਾਂ ਨੂੰ ਉੱਥੇ ਸਪੋਰਟ ਕਰਨੀ ਤੇ ਬਣਦੀ ਸੀ ਮੁੰਡੇ ਦੀ, ਜਿੰਨੀ ਕੋ ਕਰ ਸਕਦੇ ਸੀ ਉਹਨਾਂ ਕੀਤੀ, ਪਰ ਉਹਨਾਂ ਨੇ ਆਖਿਆ ਵੀ ਜਿਹੜੀ ਚੀਜ਼ ਗਲਤ ਹੈ ਗਲਤ ਵੀ ਦੇਖੋ ਹੁਣ ਕਾਰਨ ਹੈ ਵੀ ਅਗਲੇ ਪਹਿਲੀ ਵਾਰਾਂ ਗਏ ਨੇ, ਨਹੀਂ ਪਤਾ ਲੱਗਦਾ ਕਿਸੇ ਵੇਲੇ ਗੱਲ ਦਾ, ਉਹਦੇ ਨਾਲ ਉਹਦੇ ਚੰਗਾ ਵੀ ਇਹ ਤਾਂ ਹੈ ਨਹੀਂ ਵੀ ਹੁਣ ਆਮ ਆਦਮੀ ਪਾਰਟੀ ਦੇ ਬਨਵਿਆਂ 'ਚੋਂ ਸਾਰੇ ਹੀ ਬੜੇ ਘਰਾਟ ਸੀਗੇ, ਉਹ ਵੀ ਤਾਂ ਨਵੇਂ ਹੀ ਸੀਗੇ, ਉਹਨਾਂ ਵਾਂਗੂ ਥੋੜ੍ਹਾ ਜਿਹਾ ਚੁੱਪ ਰਹਿ ਕੇ ਕਈਆਂ ਦਾ ਸਰ ਗਿਆ ਹੋਣਾ, ਹੋ ਸਕਦਾ ਕਈਆਂ ਨੇ ਗੁਰੂ ਅੱਛਾ ਇੱਦਾਂ ਨਹੀਂ ਕਰੀਦਾ, ਚੰਗਾ ਰਹਿ ਗਿਆ ਆਪਾਂ ਨੂੰ ਪਤਾ ਨਹੀਂ ਲੱਗਾ, ਉਹ ਵਿਚਾਰਾ ਬੰਦਾ ਇਕੱਲਾ ਸੀ, ਚਲੋ ਫਸ ਗਿਆ, ਹੋਰ ਤਾਂ ਗੱਲ ਕੋਈ ਨਹੀਂ। 117 ਐਮਐਲਏ ਸੀ ਪਰ 118ਵੇਂ ਬੰਦੇ ਦੀ ਚਰਚਾ ਬੜੀ ਹੋਈ ਉੱਥੇ, ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਚਰਚਾ ਚੱਲੀ ਨਾ ਭਗਵੰਤ ਮਾਨ ਹੋਰੀ ਉਦੋਂ ਬੋਲਦੇ ਸੀ, ਮੋਹਰਿਓਂ ਕਈ ਕਾਂਗਰਸੀ ਬੰਦੇ ਬੋਲਣਾ ਹੀ ਹੁੰਦਾ, ਵਿਰੋਧੀ ਧਿਰ ਨੇ ਉਹ 18-19 ਬੰਦੇ ਨੇ, ਰਾਣਾ ਇੰਦਰ ਪ੍ਰਤਾਪ ਨੂੰ ਵਿੱਚ ਪਾ ਲਈ, 19 ਬਣਦੇ ਆ, ਉਹ ਗੱਲ ਹੁੰਦੀ ਰਹੀ। ਉਹ ਪਹਿਲਾਂ ਕਹਿੰਦੇ ਜੀ ਦੇਖੋ ਆਪਣੇ ਪ੍ਰਤਾਪ ਸਿੰਘ ਬਾਜਵਾ ਬੋਲ ਕੇ ਗਏ ਆ, ਤੇ ਉਹ ਕਹਿੰਦੇ ਜੀ ਮੈਂ ਇੱਕ ਮੁੱਖ ਮੰਤਰੀ ਦਾ ਨਾਂ ਨਹੀਂ ਲੈਣਾ, ਕਹਿੰਦੇ ਦੇਖੋ ਯਾਰ 4.5 ਸਾਲ ਬੰਦਾ ਮੁੱਖ ਮੰਤਰੀ ਬਣਾ ਕੇ ਰੱਖਿਆ, ਇੱਕ ਐਸੇ ਬੰਦੇ ਨੇ ਆਪਣੇ ਮੁੱਖ ਮੰਤਰੀ ਦਾ ਕਹਿੰਦੇ ਮੈਂ ਨਾਂ ਨਹੀਂ ਲੈਣਾ, ਕਹਿੰਦੇ ਕੈਸਾ ਮੁੱਖ ਮੰਤਰੀ ਬਣਾਇਆ। ਹੋਰ ਦੇਖੋ ਅੱਜ ਨੂੰ ਚਿੱਠੀਆਂ ਲਿਖਦੇ, ਕਹਿੰਦੇ ਜੀ ਚਿੱਠੀਆਂ ਲਿਖ ਕੇ ਆਪ ਥੱਲਿਓਂ ਦੀ ਸੜ ਕੇ ਆਉਂਦੀ, ਇਹਨਾਂ ਦੀ ਚਿੱਠੀਆਂ ਪੜ੍ਹਦੇ ਵੀ ਨਹੀਂ, ਪਤਾ ਨਹੀਂ ਕਿੱਥੇ ਰੱਖ ਲੈਂਦੇ ਸੀ। ਇੱਕ ਹੋਰ ਗੱਲ ਕਹੀ ਭਗਵੰਤ ਮਾਨ ਹੋਰਾਂ ਨੇ, ਉਹ ਕਹਿੰਦੇ ਜੀ ਦੇਖੋ ਗੱਲ ਇੱਦਾਂ
ਸਾਨ ਹੀ ਕੁਝ ਕਰਨਗੇ ਕਰ ਲੈਣ ਤੇ ਤੁਹਾਡੇ ਵਾਲੇ ਤਾਂ 4.5 ਸਾਲ ਮਹਿਲ ਦੇ ਵਿੱਚੋਂ ਨਹੀਂ ਬਾਹਰ ਨਿਕਲੇ। ਦੇਖੋ ਕੈਪਟਨ ਅਮਰਿੰਦਰ ਸਿੰਘ ਜਿੱਤੇ ਨਹੀਂ, ਉਹ ਵਿਧਾਨ ਸਭਾ ਦੇ ਮੈਂਬਰ ਨਹੀਂ, ਇਹਦੇ ਬਾਵਜੂਦ ਵੀ ਚਰਚਾ ਬੜੀ ਹੈ। ਨਹੀਂ ਪੂਰੀ ਚਰਚਾ, ਦੇਖੋ ਉਹ ਕਹਿੰਦੇ ਵੀ ਚਰਚਾ ਤੇ ਹੋਣੀ ਆ ਸਾਡੀ। ਵੈਸੇ ਤੁਸੀਂ 118 119ਵੇਂ ਬੰਦੇ ਦਾ ਜ਼ਿਕਰ ਵੀ ਹੋਇਆ, ਉਹ ਵੀ ਜ਼ਿਕਰ ਕਰ ਲੈਂਦੇ ਆ। ਦੇਖੋ ਕਾਰਨ ਹੈ ਪ੍ਰਗਟ ਸਿੰਘ ਹੋਰਾਂ ਨੇ ਜਿੱਦਾਂ ਗੱਲ ਕੀਤੀ ਆਪਣੇ ਤੌਰ 'ਤੇ, ਉਹ ਕਹਿੰਦੇ ਵੀ ਆਹ ਚੀਜ਼ਾਂ ਠੀਕ ਕਰ ਰਹੇ ਹੋ ਤੁਸੀਂ, ਵੀ ਹਾਂ ਜੇ ਤੁਸੀਂ ਹੁਣ ਸੁਧਾਰ ਕਰਨਾ ਤੇ ਵੀ ਥੋੜ੍ਹਾ ਜਿਹਾ ਕੰਮ ਠੋਕ ਕੇ ਰੱਖੋ, ਜੇ ਤੁਹਾਨੂੰ ਲੱਗਦਾ ਵੀ ਫਲਾਨਾ ਗਲਤ ਕਰਦਾ ਠੋਕੋ। ਉਹ ਗੱਲ ਭਗਵੰਤ ਮਾਨ ਹੋਰਾਂ ਚੱਕ ਲਈ ਜੀ। ਉਹ ਕਹਿੰਦੇ ਦੇਖੋ ਕਾਰਨ ਇਹ ਆ ਵੀ ਉਦੋਂ ਤਾਂ ਕਹਿੰਦੇ ਆਪਣੇ ਨਾਂ ਦੇ ਉੱਪਰ ਹੀ ਉਹਨਾਂ ਨੇ ਬਣਾ ਲਿਆ ਸੀ ਵੀ ਆਹ ਭਾਈ ਸਾਹਿਬ ਸਾਡੇ ਵਾਲਾ ਹਿਸਾਬ ਕਿਤਾਬ ਹੈ, ਪੰਜਾਬ ਦਾ ਮਾਡਲ ਨਹੀਂ ਹੈਗਾ, ਸਾਡਾ ਮਾਡਲ ਹੈ ਕਹਿੰਦੀ। ਉਹ ਵੀ ਕਹਿੰਦੇ ਉਹ ਜਿੱਦਾਂ ਹੁਣ ਕਹਿੰਦੇ ਪ੍ਰਗਟ ਸਿੰਘ ਹੋਰਾਂ ਨੇ ਗੱਲ ਕਹੀ ਵੀ ਠੋਕੋ ਤਾਲੀ, ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਉਹ ਆਪ ਵੀ ਨਹੀਂ ਆਏ ਇੱਥੇ ਤੇ ਨਾ ਕੋਈ ਗੱਲ ਹੀ ਆ ਨਾ ਕੋਈ ਮਾਡਲ ਹੀ ਆ। ਹੁਣ ਕਾਰਨ ਇਹ ਆ ਵੀ ਹੋ ਸਕਦਾ ਵੀ ਇਹਨਾਂ ਚੀਜ਼ਾਂ ਦਾ ਜ਼ਿਕਰ ਕਰਕੇ ਉਹਨਾਂ ਨੂੰ ਮਜ਼ਾ ਆਉਂਦਾ ਹੋਵੇ, ਕਿਉਂਕਿ ਆਮ ਆਦਮੀ ਪਾਰਟੀ ਅਗਲੇ ਨੂੰ ਲੱਗਦਾ ਵੀ ਅਸੀਂ ਜਿੱਤੇ ਹਾਂ। ਪਰ ਮੈਨੂੰ ਕਿਤੇ ਨਾ ਕਿਤੇ ਐਂ ਲੱਗਦਾ ਹੁੰਦਾ ਯਾਰ ਜਿਹੜਾ ਲੀਡਰ ਹੈ, ਜਿਹੜੀ ਚੀਜ਼ ਪਿੱਛੇ ਰਹਿ ਗਈ, ਥੋੜ੍ਹਾ ਜਿਹਾ ਦਿਲ ਵੱਡਾ ਰੱਖਣਾ ਚਾਹੀਦਾ। ਹੁਣ ਕੁਰਸੀ ਦੇ ਹਿਸਾਬ ਨਾਲ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮਤਲਬ ਮੈਨੂੰ ਜਾਪੀ ਗੱਲ, ਬਾਕੀ ਅਗਲੇ ਮਾਲਕ ਨੇ ਭਾਈ, ਆਪਾਂ ਰੋਕਣ ਵਾਲੇ ਕੌਣ? ਦੇਖੋ ਬਾਜਵਾ ਸਾਹਿਬ ਨਾ ਸਭ ਤੋਂ ਵੱਧ ਕਾਂਗਰਸੀਆਂ ਨੂੰ ਉੱਥੇ ਲੀਡ ਕਰਦੇ ਨਜ਼ਰ ਆਏ। ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਿਹਾ ਕਿ ਕਿਸਾਨ ਅੰਦੋਲਨ ਸੀ, ਅਸੀਂ ਕਿਤੇ ਮੱਖੀਆਂ ਥੋੜੀ ਮਾਰੀਆਂ ਜਾ ਕਰ ਕਾਰ ਦੇਖੋ। ਉਹਨਾਂ ਨੇ ਕਿਹਾ ਮੈਂ ਟੇਬਲ ਤੇ ਵੀ ਖੜਾ, ਕੁਆਂਟਲ ਦਾ ਮੈਂ ਬੰਦਾ ਟੇਬਲ ਤੇ ਖੜਾ ਹੋ ਕੇ ਆਹ ਚੀਜ਼ ਐਂ ਵਗਾ ਕੇ ਮਾਰੀ। ਉੱਥੇ ਕਿਸਾਨ ਅੰਦੋਲਨ ਦੇ ਮੁੱਦੇ ਤੇ, ਖੇਤੀ ਕਾਨੂੰਨਾਂ ਦੇ ਮੁੱਦੇ ਤੇ ਵਿਰੋਧ ਕੀਤਾ, ਬੜਾ ਕੁਛ ਕਿਹਾ। ਅਮਨ ਅਰੋੜਾ ਸਾਹਿਬ ਦੀ ਵਾਰੀ ਕਹਿੰਦੇ ਜੀ ਵੱਡੇ ਭਾਜੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਵੱਡੇ ਭਰਾ ਨੇ ਸਾਡੇ, ਮੈਂ ਇਹਨਾਂ ਦੀ ਪ੍ਰਧਾਨਗੀ 'ਚ ਕੰਮ ਵੀ ਕੀਤਾ ਹੈ। ਫਿਰ ਉਹ ਕਹਿੰਦੇ ਜੀ 24 ਸਾਲ ਪੰਜਾਬ 'ਚ ਸਰਕਾਰ, 26 ਸਾਲ ਕੇਂਦਰ ਸਰਕਾਰ, ਮਾਰੀਆਂ ਤਾਂ ਮੱਖੀਆਂ ਲੱਗਦੀਆਂ ਕਹਿੰਦੇ। ਉਹਨਾਂ ਨੇ ਜਦੋਂ ਇੱਦਾਂ ਕਿਹਾ ਤਾਂ ਪ੍ਰਤਾਪ ਸਿੰਘ ਬਾਜਵਾ ਖੜੇ ਹੋ ਗਏ। ਉਹ ਕਹਿੰਦੇ ਜੀ ਤੁਹਾਡੇ ਜਿਹੜੇ ਸਵਰਗਵਾਸੀ ਪਿਤਾ ਜੀ ਉਹ ਵੀ ਕਾਂਗਰਸ ਫੇਰੇ ਦਾ ਮੰਨ ਲਓ, ਉਹ ਵੀ ਸਾਡੇ ਮੱਖੀਆਂ ਮਾਰਨ ਵਾਲਿਆਂ 'ਚ ਸ਼ਾਮਿਲ ਹੁੰਦੇ ਸੀ। ਜਾਣੀ ਉਹ ਵਾਹ ਘੈਂਸੋ ਜਿੰਨੀ ਹੋ ਸਕਦੀ ਸੀ। ਇਹ ਵਾਰ ਇੱਕ ਗੱਲ ਹੈਗੀ ਇਹਦੇ 'ਚ, ਮੇਰਾ ਖਿਆਲ ਹੈ ਵੀ ਹਰਪਾਲ ਸਿੰਘ ਚੀਮਾ ਹੋਰੀ ਨੰਬਰ ਲੈ ਗਈ। ਉਹ ਕਹਿੰਦੇ ਚਲੋ ਬਾਕੀ ਗੱਲਾਂ ਠੀਕ ਆ, ਤੁਹਾਡਾ ਅਸੀਂ ਵੇਖ ਲਿਆ ਇਕੱਠ ਜਿਹੜਾ ਹੈਗਾ, LOP ਕਿਹੜਾ ਤੁਹਾਡੇ ਚ। ਹੁਣ ਦੇਖੋ ਹੁਣ ਇਹ ਹੋਰ ਕਿਸੇ ਦੇ ਦਿਮਾਗ 'ਚ ਆਉਣੀ ਵੀ ਨਹੀਂ ਗੱਲ, ਕਿਉਂਕਿ ਚੀਮਾ ਸਾਹਿਬ ਕੋਲੇ ਪਿਛਲੇ ਵਾਹਵਾ ਸਾਲ ਉਹ ਗੱਡੀ ਰਹੀ ਹੈ ਝੰਡੀ ਵਾਲੀ। ਹੁਣ ਕਿਤੇ ਨਾ ਕਿਤੇ ਦਿਮਾਗ 'ਚ ਤੇ ਆਉਂਦੇ ਹੋਣੇ ਵੀ ਆਪ ਤੇ ਉਹ ਮੰਤਰੀ ਬਣ ਗਿਆ ਜੀ, ਤੇ ਹੋ ਸਕਦਾ ਵੀ ਨਾਲ ਦੇ ਨੂੰ ਪੁੱਛਦੇ ਹੋ ਯਾਰ ਉਹ LOP ਵਾਲੀ ਕਾਰ ਤੇ ਉਹ ਝੰਡੀ ਵਾਲੀ ਗੱਡੀ ਕਿਸੇ ਨੂੰ ਮਿਲੀ ਕਿ ਨਹੀਂ? ਉਹ ਕਹਿੰਦਾ ਨਹੀਂ ਜਨਾਬ ਅਜੇ ਨਹੀਂ ਮਿਲੀ। ਉੱਥੇ ਫਿਰ ਗੱਲ ਦਿਮਾਗ ਆ ਵੀ ਯਾਰ ਬੰਦੇ 17-18 ਬੈਠੇ ਆ, ਇਹਨਾਂ 'ਚੋਂ ਕਿਸੇ ਨੂੰ ਮਿਲੀ ਨਹੀਂ ਇੱਦਾਂ ਗੱਡੀ। ਮੈਨੂੰ ਇੱਕ ਹੋਰ ਲੱਗਦਾ ਆਮ ਤੌਰ ਦੇ ਉੱਤੇ ਕਹਿੰਦੇ ਵੀ ਤੁਹਾਡੇ 'ਚੋਂ ਆਹ ਕਿਹੜਾ ਵੀ ਬੰਦੇ ਇੱਕ ਦੂਜੇ ਵੱਲ ਉਹ ਇੱਕ ਦੂਜੇ ਵੱਲ ਵੀ ਦੇਖਦੇ ਹੋਣੇ, ਆਪਾਂ ਜਾਂ ਹੋ ਸਕਦਾ ਐਂ ਬਹਿ ਕੇ ਤੇ ਅਗਲਾ ਕਹਿੰਦਾ ਵੀ ਟੇਢੀ ਜਿਹਾ ਆਖਣਾ ਵੇਂਦਾ ਵੀ ਅਗਲੇ ਵੇਂਦੇ ਭਲਾ ਮੇਰਾ ਮੂੰਹ ਨਹੀਂ, ਮੈਂ ਨਹੀਂ ਦੇਖਣਾ, ਨਹੀਂ ਤਾਂ ਅੰਦਾਜ਼ਾ ਲੱਗ ਜੂ। ਚਲੋ ਸੰਧਾਲੀਆ ਸਾਹਿਬ ਬਹੁਤ ਕੁਝ ਵਿਧਾਨ ਸਭਾ ਦੇ ਅੰਦਰ ਹੋਇਆ, ਬੜੇ ਹੋਰ ਬੰਦੇ ਵੀ ਬੋਲੇ, ਰੌਲਾ ਵੀ ਪਿਆ, ਪਰ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਸਧਾਰਨ ਵਿਧਾਨ ਸਭਾ ਸੈਸ਼ਨਾਂ ਦੇ ਨਾਲੋਂ ਕੁਝ ਹੱਦ ਤੱਕ ਸੰਜੀਦਾ ਸੀ। ਸੰਜੀਦਾ ਰਹਿਣਾ ਵੀ ਚਾਹੀਦਾ, ਪੰਜਾਬ ਦੇ ਮੁੱਦਿਆਂ ਤੇ ਇਕਜੁੱਟ ਰਹਿਣ ਤਾਂ ਵਧੀਆ ਹੈ। ਅਸ਼ਵਨੀ ਸ਼ਰਮਾ ਸਾਹਿਬ ਨੇ, ਭਾਜਪਾ ਦੇ ਪ੍ਰਧਾਨ ਸਾਹਿਬ ਨੇ ਬਾਹਰ ਜਾ ਕੇ ਫਿਰ ਵਿਧਾਨ ਸਭਾ ਦੇ ਉਹ ਕਹਿੰਦੇ ਜੀ ਹੁਣ ਸੁਣ ਲਓ ਗੱਲ। ਉਹ ਕਹਿੰਦੇ ਅਪ੍ਰੈਲ ਪਹਿਲੀ ਆ, ਸਰਕਾਰ ਬਣੀ ਨੂੰ 15 ਦਿਨ ਹੋ ਗਏ। ਅੱਜ ਦੇ ਦਿਨ ਚਾਹੀਦਾ ਸੀ ਕਿ ਪੰਜਾਬ ਦੀਆਂ ਜਿੰਨੀਆਂ ਵੀ ਔਰਤਾਂ ਦੀ ਉਮਰ 18 ਸਾਲ ਤੋਂ ਵੱਧ ਹੋ ਗਈ ਆ ਉਹਨਾਂ ਨੂੰ 1-1000 ਰੁਪਈਆ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਗਰੰਟੀ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਪ੍ਰਤੀ ਮਹੀਨਾ। 300 ਯੂਨਿਟ ਬਿਜਲੀ ਕਹਿੰਦੇ ਮਾਫ ਹੋਣੀ ਸੀ। ਅੱਜ 1 ਅਪ੍ਰੈਲ ਨੂੰ ਲੋਕ ਤਾਂ ਇਹ ਐਲਾਨ ਉਡੀਕਦੇ ਸੀ ਕਿਉਂਕਿ ਕੇਜਰੀਵਾਲ ਸਾਹਿਬ ਗਰੰਟੀ ਦੇ ਕੇ ਗਏ ਆ। ਉਹ ਕਹਿੰਦੇ ਆ ਕੁਛ ਨਹੀਂ, ਆ ਸਿਰਫ ਰੌਲਾ ਗੌਲਾ ਹੀ ਆ, ਲੋਕਾਂ ਦਾ ਧਿਆਨ ਕਿਤੇ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ ਜਿਹੜੀ ਦੇਣੀ ਉਧਰ ਨਾ ਚਲੇ ਜਾਏ, ਲੋਕ ਕਿਤੇ ਔਰਤਾਂ ਦੇ ਲਈ 1000 ਰੁਪਈਆ ਨਾ ਮੰਗਣ ਲੱਗ ਜਾਣ, ਉਹਦੇ ਤੋਂ ਲੋਕਾਂ ਦਾ ਧਿਆਨ ਪਰੇ ਕਰਨ ਦੇ ਲਈ ਕਹਿੰਦੇ ਰੌਲਾ ਪਾਇਆ। ਜਿਹੜਾ ਮੁੱਦਾ ਹੈ ਨਹੀਂ ਕੋਈ ਚੰਡੀਗੜ੍ਹ ਵਾਲਾ। ਆਉਂਦੇ ਉਹਨਾਂ ਵੇਖਿਆ ਵੀ ਅੰਦਰ ਤੇ ਉਹਨਾਂ ਨੇ ਗੱਲ ਚਲਾਉਣ ਨਹੀਂ ਦਿੱਤੀ ਤੇ ਬਾਹਰ ਆਪਾਂ ਚਲਾ ਲਈ ਨੇ। ਵੈਸੇ ਇੱਕ ਗੱਲ ਤੇ ਹੈਗੀ, ਜਿਹੜੀ ਗੱਲ ਅਸ਼ਵਨੀ ਸ਼ਰਮਾ ਸਾਹਿਬ ਨੇ ਕਹੀ ਜੀ, ਉਹ ਸਵਾਲ ਹੋ ਸਕਦਾ ਵੀ ਅੱਜ ਗੈਰ ਵਾਜਬ ਲੱਗੇ ਆਮ ਆਦਮੀ ਪਾਰਟੀ ਵਾਲਿਆਂ ਨੂੰ, ਪਰ ਆਪਾਂ ਬੇਨਤੀ ਕਰ ਦਿੰਦੇ ਹਾਂ ਜੀ ਇਹ 5-7-10 ਦਿਨਾਂ 15 ਤੱਕ ਵਾਜਬ ਲੱਗਣ ਲੱਗ ਪੈਣਾ। ਕਿਉਂਕਿ ਕਾਰਨ ਹੈ ਵੀ ਜਦੋਂ ਹੌਲੀ ਬਿਜਲੀ ਦੇ ਆਉਣ ਲੱਗ ਪਏ ਨਾ ਬਿੱਲ, ਉਹਦੇ ਵਿੱਚ ਉਸੇ ਹਿਸਾਬ ਨਾਲ ਗੱਲਬਾਤ ਚੱਲੀ ਤੇ ਕੁਛ ਪਤਾ ਨਹੀਂ ਵੀ ਕਿਹੜੀ ਵਿਰੋਧੀ ਪਾਰਟੀ ਨੇ ਇੱਕ ਰੇੜਾ ਕਰ ਲੈਣਾ, 2-3 ਸਿਲੰਡਰ ਤੇ 5-4 ਬਿਜਲੀ ਦੇ ਪੁਰਾਣੇ ਮੀਟਰ ਰੱਖ ਕੇ ਤੇ ਮੁਰਦਾਬਾਦ ਹੁੰਦੀ ਫਿਰਨੀ, ਉਹ ਜਿਹੜੇ ਕੱਟ ਆਊਟ ਜਿਹੇ ਤੇ ਬਣਾ ਲੈਂਦੇ ਹੁੰਦੇ ਉੱਤੇ ਮਖੌਟੇ ਜਿਹੇ ਪਾ ਕੇ, ਤੇ ਫਿਰ ਅਚਾਨਕ ਆਖਣਾ ਵੀ ਇਹ ਵਿਰੋਧ ਕਿਉਂ ਲੱਗ ਪਿਆ ਯਾਰ 20 ਦਿਨਾਂ ਦੇ ਵਿੱਚ। ਹੋ ਸਕਦਾ ਅਗਲੇ ਬੰਦੇ ਕਹਿਣ ਵੀ ਯਾਰ 20 ਦਿਨਾਂ ਜੀ ਤੁਸੀਂ ਵਿਰੋਧ ਕਰਨ ਲੱਗ ਪਏ ਹੋ। ਉਦੋਂ ਬਾਅਦ ਨਾਲ ਅਗਲਾ ਨੇ ਕਲਿੱਪਿੰਗ ਵੀ ਚਲਾਉਣੀ ਆ ਵੀ ਤੁਸੀਂ ਆਉਂਦਿਆਂ ਕਿਹਾ ਸੀ ਵੀ 24 ਘੰਟਿਆਂ ਚਾਹ ਤੇ ਇੰਨੇ ਘੰਟਿਆਂ ਚਾਹ ਤੇ ਇੰਨੇ ਚਿਰ 'ਚ ਆ। ਮੈਨੂੰ ਲੱਗਦਾ ਵੀ ਜ਼ਰੂਰ ਉਹਦੇ ਵਾਲੇ ਪਾਸੇ ਵੀ ਕੋਈ ਨਾ ਕੋਈ ਜਿਹੜਾ ਸਟੈਂਡ ਨਾਲ ਦੀ ਨਾਲ ਲਈ ਜਾਵੇ ਆਮ ਆਦਮੀ ਪਾਰਟੀ ਤੇ ਚੰਗਾ। ਪਤਾ ਲੱਗਾ ਕਿ ਅਪ੍ਰੈਲ ਮਹੀਨੇ ਦੇ ਵਿੱਚ ਇਹਦੇ ਸੰਬੰਧੀ ਅਨਾਉਂਸਮੈਂਟ ਹੋ ਜੂਗੀ, ਅੰਦਰ ਖਾਤੇ ਚਰਚਾ ਚੱਲਦੀ ਹੈ।
ਪਰ ਕਰ ਲੈਣ, ਕਿਉਂਕਿ ਭਗਵੰਤ ਮਾਨ ਸਾਹਿਬ ਨੇ ਇੱਕ ਵਾਰੀ ਨਾ ਸ਼ੁਰੂ ਕੀਤਾ ਸੀ ਉਹ ਪ੍ਰੋਗਰਾਮ ਬਿਜਲੀ ਦੇ ਬਿੱਲ ਇਕੱਠੇ ਕਰਨ ਦਾ। ਪ੍ਰਧਾਨ ਮੰਤਰੀ ਉਹ ਮੁੱਖ ਪ੍ਰਧਾਨ ਸੀ ਉਹ ਪਾਰਟੀ ਦੇ, ਕਿ ਭਾਈ ਪੰਜਾਬ 'ਚ ਬਿਜਲੀ ਦੇ ਬਿੱਲ ਬੜੇ ਆਉਂਦੇ ਆ ਲੋਕਾਂ ਤੋਂ, ਕਿ ਤੁਹਾਡਾ ਵੀ ਅੱਛਾ ਮੀਟਰ ਕੱਟ ਹੋ ਗਿਆ, ਬਿੱਲ ਕਿੰਨਾ ਆਇਆ ਜੀ, ਉਹ ਇਕੱਠੇ ਕਰਦੇ ਹੁੰਦੇ ਸੀ ਉਹ। ਉਹਦੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਕਹਿੰਦੇ ਲਾਈਏ ਉਹ दिल्ली के कुछ लाख बिल आए, हम जीरो आता है, जीरो दिल्ली का बिल जीरो, पंजाब का भी ऐसे जीरो बिल आएगा। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਸਾਹਮਣੇ ਵੱਡੇ ਢੇਰ ਲਾਤੇ ਸੀ ਲਿਆ ਕੇ ਕਿ ਆ ਦਿੱਲੀ ਦੇ ਲੋਕਾਂ ਦਾ ਜ਼ੀਰੋ ਬਿੱਲ ਹੈ। ਉਹ ਚੀਜ਼ਾਂ ਲੋਕਾਂ ਨੂੰ ਭੁੱਲ ਸਕਦੀਆਂ, ਪਰ ਉਹ ਸੋਸ਼ਲ ਮੀਡੀਆ ਦੇ ਆਕਾਸ਼ ਦੇ ਵਿੱਚ ਕਿਤੇ ਨਾ ਕਿਤੇ ਪਈਆਂ। ਹਾਂ, 4 ਅੱਖਰ ਐ ਮਾਰਨੇ ਆ, ਉਹਦੇ ਵਿੱਚੋਂ ਵੀਡੀਓ ਆ ਜਾਣੀ, ਉਹ ਕਲਿੱਪਾਂ ਫਿਰ ਚੱਲਣ ਲੱਗ ਪੈਣੀਆਂ। ਇਸ ਕਰਕੇ ਅਪ੍ਰੈਲ ਮਹੀਨਾ ਚੜਿਆ, ਸੁੱਖਾਂ ਦਾ ਨਿਕਲੇ, ਇਹਦੇ ਵਿੱਚ ਕੋਈ ਨਾ ਕੋਈ ਅਨਾਉਂਸਮੈਂਟ ਹੋਣੀ ਜ਼ਰੂਰੀ ਹੈ। ਹਾਂ, ਨਾਲ ਆਪਾਂ ਇਹ ਵੀ ਬੇਨਤੀ ਕਰ ਦਿੰਦੇ ਹਾਂ ਵੀ ਆਮ ਆਦਮੀ ਪਾਰਟੀ ਨੂੰ ਇਹ ਨਾ ਲੱਗੇ ਵੀ ਯਾਰ ਅਸੀਂ ਕਰ ਸਕਦੇ ਸੀ, ਉਹ ਨਹੀਂ ਕਰ ਸਕਦੇ ਜੀ। ਇਹਦੇ ਜੇ ਵੀ ਕਹਿੰਦੇ ਸਾਡੇ ਕੋਲੇ ਢਾਂਚਾ ਨਹੀਂ ਬਣਿਆ, ਅਗਲਿਆਂ ਕੋਲੇ ਇੱਕ ਕੋਲੇ ਮੇਰਾ ਖਿਆਲ 125 150 ਸਾਲ ਦਾ ਢਾਂਚਾ, ਦੂਜਿਆਂ ਕੋਲੇ ਵੀ 100 ਸਾਲ ਤੋਂ ਪੁਰਾਣਾ ਢਾਂਚਾ, ਤੇ ਇੱਕ ਤੀਸਰੀ ਧਿਰ ਰਹਿ ਗਈ ਜਿਹੜਾ ਨੇ ਇਹ ਮੁੱਦਾ ਚੁੱਕਿਆ ਬੀਜੇਪੀ ਵਾਲਿਆਂ ਨੇ। ਉਹ ਕਹਿੰਦੇ ਵੀ ਅਸੀਂ ਸਭ ਤੋਂ ਵੱਡੀ ਪਾਰਟੀ ਦੁਨੀਆ ਦੀ ਜੀ, ਇਸ ਕਰਕੇ ਉਹਨਾਂ ਦੇ ਕੋਲ ਉਹ ਜਿਹੜਾ ਢਾਂਚਾ ਸਾਰਾ ਥੱਲੇ ਤੱਕ ਬਣਿਆ, ਤੇ ਜੇ ਉਹ ਗਰੰਟੀਆਂ ਚੋਂ ਕੱਢ ਕੇ ਚੀਜ਼ਾਂ ਲਿਆਣ ਕੇ ਕੱਲ ਨੂੰ ਕਾਗਜ਼ ਲਿਆ ਕੇ ਰੱਖਣ ਲੱਗ ਪਏ, ਤੇ ਫਿਰ ਇਹ ਕਹਿ ਕੇ ਨਹੀਂ ਸਰਨਾ ਯਾਰ ਅਜੇ ਤੇ ਅਸੀਂ ਆਏ ਹੀ ਹਾਂ, ਸਾਨੂੰ ਕੁਝ ਕਰ ਲੈਣ ਦਿਓ, ਅਜੇ ਤੇ ਅਸੀਂ ਆਏ ਹੀ ਹਾਂ, ਸਾਨੂੰ ਕੁਝ ਕਰ ਲੈਣ ਦਿਓ, ਥੋੜਾ ਕਰ ਲੈਣ ਤੇ ਚੰਗੀ ਗੱਲ। ਇੱਕ ਆਪਾਂ ਇਹ ਚੀਜ਼ ਐਡ ਕਰ ਦਈਏ, ਪਿਛਲੇ ਦਿਨ ਜਿਹੜਾ ਮੇਰਾ ਖਿਆਲ ਅਨਾਊਂਸ ਕੀਤਾ ਸੀ ਉਹਨਾਂ ਨੇ ਆਪਣੇ ਵੱਲੋਂ, 50 ਸਾਡਾ WhatsApp ਨੰਬਰ ਹੈ, ਇਹਦੇ ਤੁਸੀਂ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦੱਸਣੀ ਹੈ, ਉਹਦੇ ਤੇ KSI ਸਾਹਿਬ ਹੋਰ ਕਾਬੂ ਆਏ ਨੇ। ਨਹੀਂ, ਉਹ ਤਾਂ ਗ੍ਰਿਫਤਾਰ ਕਰ ਲੈ, FIR ਦਰਜ ਹੋ ਗਈ, ਕਿਸੇ ਨੇ ਸ਼ਿਕਾਇਤ ਕੀਤੀ ਹੈ ਜੀ ਇੰਨੇ ਹਜ਼ਾਰ ਰੁਪਈਏ ਮੇਰੇ ਕੋਲ ਇਸ ਕੰਮ ਦੇ ਮੰਗਦੇ ਸੀ, ਆਡੀਓ ਵੀਡੀਓ ਕਾਲ ਦਾ ਪ੍ਰੂਫ ਕੋਈ ਨਾ ਕੋਈ ਦਿੱਤਾ ਹੋਊਗਾ। ਪਰ ਇੰਨੀ ਹੁਣ ਪੁਲਿਸ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਕਿ ਅਸੀਂ ਆਪਣਾ ਬੰਦਾ ਰਿਸ਼ਵਤ ਦੀ ਸ਼ਿਕਾਇਤ ਮਿਲ ਤੇ ਗ੍ਰਿਫਤਾਰ ਕਰ ਲਿਆ, ਅੱਗੋਂ ਕਾਰਵਾਈ ਕਿੱਥੇ ਤੱਕ ਜਾਂਦੀ ਹੈ ਉਹ ਪਤਾ ਲੱਗੂਗਾ। ਬਾਕੀ ਸੰਧਾਲੀਆ ਸਾਹਿਬ 2 4 5 7 ਕੇਸਾਂ ਦੇ ਵਿੱਚ ਜੇ ਕਾਰਵਾਈ ਹੋ ਗਈ ਨਾ, ਬਹੁਤ ਸਾਰਾ ਕੰਮ ਜਿਹੜਾ ਉਹ ਠੱਲ ਜਾਣਾ। ਹਾਂ, ਅਸੀਂ ਇੰਨੀ ਉਮੀਦ ਜ਼ਰੂਰ ਕਰਦੇ ਹਾਂ ਕਿ ਭਾਵੇਂ ਟਰੱਕ ਯੂਨੀਅਨਾਂ ਨੇ, ਭਾਵੇਂ ਕੁਛ ਹੋਰ ਹੈ, ਯੂਨੀਅਨ ਦਾ ਪ੍ਰਧਾਨ ਕੌਣ ਹੋਵੇ ਉਹ ਮੈਂਬਰਾਂ ਦੇ ਉੱਤੇ ਨਿਰਭਰ ਕਰਦਾ ਹੈ। ਝਗੜੇ ਨਹੀਂ ਹੋਣੇ ਚਾਹੀਦੇ, ਇੱਦਾਂ ਨਾ ਹੋਵੇ ਕਿ ਭਾਈ ਸੱਤਾ ਪਰਿਵਰਤਨ ਹੋਇਆ ਤਾਂ ਆਪਾਂ ਯੂਨੀਅਨ ਪਰਿਵਰਤਨ ਵੀ ਕਰੀਏ। ਹਾਂ, ਮੈਂਬਰ ਜੋ ਚਾਹੁੰਦੇ ਨੇ ਉਹ ਕੀਤਾ ਜਾਵੇ। ਹਾਂ, ਨਹੀਂ ਮੈਂਬਰ ਚਾਹੁੰਦੇ ਨੇ। ਦੂਜੀ ਗੱਲ ਇਹ ਵੀ ਇਹਦਾ ਪ੍ਰਭਾਵ ਜਿਹੜਾ ਆਮ ਲੋਕਾਂ 'ਚ ਜਾਣਾ ਨਾ, ਉਹ ਇਹ ਜਾ ਰਿਹਾ, ਪਤਾ ਨਹੀਂ ਉਹਨਾਂ ਦੇ ਬੰਦੇ ਦੱਸ ਰਹੇ ਕਿ ਨਹੀਂ ਦੱਸ ਰਹੇ। ਆਪਾਂ ਪਹਿਲਾਂ ਵੀ ਬੇਨਤੀ ਕਰਦੇ ਹਾਂ ਵੀ ਯਾਰ ਤੁਹਾਡੇ ਥੱਲੇ ਵਾਲੇ ਬੰਦਿਆਂ ਦੀ ਫੀਡਬੈਕ ਤੇ ਨਾ ਰਿਹਾ ਕਰੋ, ਹੋਰ ਵੀ ਲੋਕਾਂ ਦੀ ਸੁਣ ਲਿਆ ਕਰੋ ਜੀ। ਇਮੇਜ ਲੋਕਾਂ ਦੇ ਵਿੱਚ ਇਹ ਜਾਣ ਲੱਗ ਪਈ ਆ ਵੀ ਯਾਰ ਅੱਛਾ ਇਹੋ ਕੁਛ ਉਹ ਕਰਦੇ ਜੀ, ਇਹੋ ਇਹਨਾਂ ਨੇ ਕਰਨਾ, ਫਿਰ ਬਦਲਾਅ ਕਾਹਦਾ। ਹਾਂ, ਨਹੀਂ ਉਹ ਤੋਂ ਬਚ ਕੇ ਰਹਿਣਾ ਚਾਹੀਦਾ, ਕਿਉਂਕਿ ਛੋਟੀਆਂ ਗੱਲਾਂ ਨੇ, ਨਿੱਕੀ ਗੱਲ ਬਚਿਆ ਜਾ ਸਕਦਾ, ਨਿੱਕੀ ਗੱਲ ਹੈ। ਬਾਕੀ ਸੰਧਾਲੀਆ ਸਾਹਿਬ ਨਿੱਕੀਆਂ ਗੱਲਾਂ ਦੇ ਪ੍ਰਭਾਵ ਵੱਡੇ ਹੁੰਦੇ ਆ। ਦੇਖਦੇ ਆ ਕਿ ਦਿੱਲੀ ਨੂੰ ਹੁਣ ਸਾਡੇ ਲੀਡਰ ਇਕੱਠੇ ਹੋ ਕੇ ਕਦੋਂ ਤੁਰਦੇ ਆ, ਤੇ ਬਾਕੀ ਤਾਂ ਠੀਕ ਹੀ ਆ। ਜੇ ਉਹਨਾਂ ਨੇ ਆਖਣਾ ਵੀ ਗੱਡੀਆਂ ਥੋੜ੍ਹੀਆਂ, ਫਿਰ ਆਪਾਂ ਨਹੀਂ, ਮੈਨੂੰ ਲੱਗਦਾ ਆਪਾਂ ਫਿਰ ਉੱਤਰ ਜਾਈਏ ਕਿ ਆਪਦੀ ਗੱਡੀ ਦੇ ਦਈਏ। ਨਹੀਂ, ਮੈਂ ਕਿਹਾ ਪਤਾ ਕਰ ਲਈਏ ਭਰਾਵਾ। ਚਲੋ ਚਲੀਏ ਜੀ, ਫਿਰ ਆਓ ਫਿਰ ਚਾਹ ਪਿਆਉਣੇ। ਤੁਹਾਨੂੰ ਸ਼ੁਕਰੀਆ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਭੇਜਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ, ਉਹਦੇ ਲਈ ਬੜਾ ਧੰਨਵਾਦ। ਕੱਲ੍ਹ ਫਿਰ ਮਿਲਾਂਗੇ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।